You are Sri Lankan? I go, no, I'm not Sri Lankan, I'm Pakistani. वो कहते हैं वो मुझे क्या नहीं वो है Sri Lankan. अस्सलाम वालेकुम नाज़रीन, तुसीं देख रहे हो सूबा टीवी ਤੇ मैं ਤੁਹਾਡਾ ਹੋਸਟ ਤੇ ਤੁਹਾਡਾ ਦੋਸਤ ਨਿਰਾਲਾ ਚੰਦ। ਨਾਜ਼ਰੀਨ, ਤੁਹਾਨੂੰ ਤਾਂ ਪਤਾ ਸਾਡੇ ਨਾਲ ਕੋਈ ਨਾ ਕੋਈ ਫਿਲਮ ਡਾਇਰੈਕਟਰ, ਫਿਲਮ ਐਕਟਰ ਔਰ ਕੋਈ ਨਾ ਕੋਈ ਪਰਸਨੈਲਿਟੀ ਸਾਡੇ ਨਾਲ ਜ਼ਰੂਰ ਹੁੰਦੀ ਹੈ। ਅਸੀਂ ਜਾਣਦੇ ਹਾਂ ਉਹਨਾਂ ਦੀ ਜ਼ਿੰਦਗੀ ਦੇ ਬਾਰੇ। ਕਿਸੇ ਦੀ ਜ਼ਿੰਦਗੀ ਦੇ ਬਾਰੇ ਜਾਣਨਾ ਬਹੁਤ ਮੁਸ਼ਕਿਲ ਹੈ, ਲੇਕਿਨ ਜਾਣਨਾ ਵੀ ਚਾਹੀਦਾ ਹੈ। ਪਤਾ ਚੱਲਣਾ ਚਾਹੀਦਾ ਹੈ ਕਿ ਕਿਹੜੇ ਬੰਦੇ ਨੇ ਕਿਹੜੀ ਤਕਲੀਫ ਚੱਲ ਕੇ ਮੰਜ਼ਿਲ ਪਾਈ ਹੈ। ਤੇ ਇਸੇ ਤਰ੍ਹਾਂ ਅੱਜ ਸਾਡੇ ਸਟੂਡੀਓ 'ਚ ਤਸ਼ਰੀਫ ਲਿਆਏ ਬਹੁਤ ਵੱਡਾ ਨਾਂ ਹੈ, ਕਿਸੇ ਤਾਰਫ ਦੇ ਮੁਤਾਜ ਨਹੀਂ। नाज़रीन, नाम मैं लाँगा तो तुहाडे चेहरे पर मुस्कुराहट आ जाएगी और तुसीं पहचान जाओगे कि कौन ने। सैयद कासम नूर साहब बहुत बड़े डायरैक्टर जिन्हों ने वड्डियां वड्डियां फिल्मां और बड़े बड़े ड्रामे यानी कि इन्ना को मटीरियल लोगों को दिता कि लोग वे के अज भी खुश होंगे ने ते और उन्होंने दुआ करते हैं। तो अज साडे स्टूडियो की साडे प्रोग्राम की जीनत बने ने सैयद कासम नूर साहब। तो आओ उन्होंने नाल गुफ्तगू करिए कि उन्होंने ये पैंडा किस तरह कटिया है। आओ मेरे नाल। अस्सलाम वालेकुम सर। वालेकुम अस्सलाम चंद साहब, ठीक हैं आप? जी ठीक ठाक। शाह जी तुसीं सुनाओ तबीयत से? अल्लाह दा करम। शाह जी बड़ा अच्छा लग रहा है तुहानूं अपने स्टूडियो देख के और तुहाडा आना साडे लई बड़े फखर की गल है कि एक नामवर डायरैक्टर, प्रोड्यूसर, राइटर और ये मैं कहना कि साडी खुशनसीबी है तुसीं साडे स्टूडियो तशरीफ लिआए, बड़ा अच्छा लग रहा है। पहले दसो कि तुहाडी तबीयत सेहत कैसी शाह जी? अल्लाह का शुक्र है, तुहाडा प्यार है कि तुसीं मेरा एडा लम्मा चौड़ा तारफ करवाया। हालांकि मैं इस काबिल नहीं। तो सब तो पहले मैं तुहानूं दसना चाहांगा जी कि मेरा नाम सैयद कासम है, सैयद कासम नूर है। इसलिए कि नूर जो ना वो बड़ा बड़ा नाम है, बहुत बड़ा नाम है। मेरा नाम नूर है, सैयद नूर। देखो जिस तरह कि शाह जी एक लड़ी च 100 मोती हुंदा ना तो उसे लड़ी का ही होंदा की समझे हो। अगर तुसी कासम सैयद कासम शाह साहब हो ते सैयद नूर साहब भी ते तुहाडे अपने तुहाडे भाई ने। हां बिल्कुल मेरे बड़े भाई। मेरा ख्याल है कि मैं गलत नहीं हाँ, मैं बिल्कुल ठीक है वा। लेकिन मेरा जो नाम है एज अ डायरेक्टर जो मेरा यूज होता है जी बिल्कुल ਉਹਦੇ ਨਾਲ ਨੂਰ नहीं आंदा, सिर्फ जी बिल्कुल सैयद कासम आता है। लेकिन मैं ये कहांगा कि साडी मुहब्बत है साडा बेतकल्लफ होना टाइम गुजरिया ते ਉਹਦੇ वजह नाल ਅਸੀਂ ਤੁਹਾਡੇ ਨਾਲ ਜ਼ਰਾ ਜ਼ਿਆਦਾ ਖੁੱਲ ਮਿਲ ਜਾਂਦੇ ਹਾਂ, नहीं तो हर बंदा ਤੁਹਾਨੂੰ ਇਸ ਨਾਂ ਤੋਂ नहीं बुलांदा। लेकिन शाह जी ਅਸੀਂ ਫਿਰ ਵੀ ਤੁਹਾਨੂੰ ਸੌਰੀ ਕਰਾਂਗੇ। आई लव यू शाह जी बोले ना, मैं एड तो मशहूर हां शाह जी। नहीं मशहूर तो ਤੁਸੀਂ ਬਹੁਤ ਹੋ शाह जी, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। पूरी दुनिया वर्ल्ड जानती है ਤੁਹਾਨੂੰ कि ਤੁਸੀਂ ਕਿਹੜੀ ਸ਼ਖਸੀਅਤ ਹੋ, बस ਕੀ ਤੁਹਾਡਾ ਮੁਕਾਮ ਹੈ, ਤੁਹਾਡੀ ਮੁਹੱਬਤ ਹੈ। नहीं जी ਤੁਸੀਂ ਹੈ ਹੀ ਇਸ ਕਾਬਲ ਹੋ शाह जी। अच्छा शाह जी मेरा पहला सवाल ਤੁਹਾਡੇ ਨਾਲ ਇਹ ਵੇ जी बोलो कि हर इंसान ਜਦੋਂ ਪੈਦਾ ਹੁੰਦਾ ਨਾ ਉਹਦੀ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੋ ਜਾਂਦਾ। बिल्कुल बेशक। ਤੇ ਜਦੋਂ ਇਨਸਾਨ ਜਵਾਨ ਹੁੰਦਾ ਹੈ ਕਿਸੇ ਕੰਮ ਬਾਰੇ ਭੱਜ ਦੌੜ ਕਰਦਾ ਨਾ ਅਸਲ ਸਫ਼ਰ ਉਹਦੀ ਜ਼ਿੰਦਗੀ ਦਾ ਉਦੋਂ ਸ਼ੁਰੂ ਹੁੰਦਾ ਹੈ। ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਸ਼ਾਹ ਜੀ ਕਿ ਇਹ ਡਾਇਰੈਕਸ਼ਨ ਦਾ ਸ਼ੋਭਾ, ਇਹ ਫਿਲਮ ਲਾਈਨ ਦਾ ਸ਼ੋਭਾ ਕਿਸ ਤਰ੍ਹਾਂ ਤੁਸੀਂ ਇਹ ਆਏ ਜਰਾ ਸਾਨੂੰ ਇਹ ਤਾਂ ਦੱਸੋ ਸਾਡੇ ਸੁਣਨਾ ਚੰਦ ਸਾਹਿਬ ਇੱਕ ਹਾਦਸਾ ਹੈ। ਹਾਦਸਾ ਸ਼ਾਹ ਜੀ? ਉਹ ਹਾਦਸਾ ਹੈ ਵੇ ਕਿ ਮੈਨੂੰ ਸੀ ਸ਼ੌਕ ਬਾਹਰ ਜਾਣ ਦਾ। ਅੱਛਾ ਮੁਲਕੋਂ ਬਾਹਰ ਜਾਵਾਂ, ਅਮਰੀਕਾ ਜਾਵਾਂ ਜਾਂ ਲੰਡਨ ਜਾਵਾਂ, ਬਹੁਤ ਜ਼ਿਆਦਾ ਕ੍ਰੇਜ਼ੀ ਥਾ ਮੈਂ। ਯਾਨੀ ਕਿ ਫਿਰਨ ਟੁਰਨ ਲਈ ਜਾਂ ਬਿਜ਼ਨਸ ਲਈ? नहीं ज़रा बिजनेस ਲਈ ਜਾਂ जॉब ਲਈ ਕੁਝ ਵੀ ਕਹਿ ਲਓ ਤੁਸੀਂ ਕਿ ਮੈਂ ਬਾਹਰ ਸੈਟਲ ਹੋਵਾਂ ਜਾ ਕੇ। ਇਹ ਤੇ ਹਰ ਬੰਦੇ ਦੀ ਇਸ ਟਾਈਮ ਖੁਆਇਸ਼ ਹੁੰਦੀ ਹੈ। ਹੋਇਆ ਇਸ ਤਰ੍ਹਾਂ ਕਿ ਸੈयद ਨੂਰ ਸਾਹਿਬ ਐਜ਼ ਅ ਡਾਇਰੈਕਟਰ ਪਹਿਲੀ ਫਿਲਮ ਉਹਨਾਂ ਨੇ ਬਣਾਉਣੀ ਸ਼ੁਰੂ ਕੀਤੀ ਕਸਮ। ਪਹਿਲੀ ਫਿਲਮ ਕਸਮ ਐਜ਼ ਅ ਡਾਇਰੈਕਟਰ ਸੈयद ਨੂਰ ਸਾਹਿਬ ਨੇ। ਤੇ ਜੀ ਉਹ ਭਾਬੀ ਮੇਰੀ ਬੜਾ ਮੇਰੇ ਨਾਲ ਪਿਆਰ ਕਰਦੇ ਸੀ ਜੀ, ਬਹੁਤ ਜ਼ਿਆਦਾ ਪਿਆਰ ਕਰਦੇ ਸੀ। ਉਹਨਾਂ ਕਿ ਕਾਸਮ ਨੂੰ ਬਾਹਰ ਜਾਣ ਦਾ ਬੜਾ ਸ਼ੌਕ ਹੈ ਤੇ ਇਹਦਾ ਸ਼ੌਕ ਵੀ ਥੋੜਾ ਇਹਨਾਂ ਪੂਰਾ ਕਰਦੀ ਹੈ। ਯੂਨਿਟ ਜਾ ਰਿਹਾ ਨੂਰ ਸਾਹਿਬ ਯੂਨਿਟ ਲੈ ਕੇ ਸ੍ਰੀਲੰਕਾ ਜਾ ਰਹੇ ਨੇ। ਇਹਨੂੰ ਇੱਕ ਜਵਾ ਦੀ ਨੂਰ ਸਾਹਿਬ ਨੂੰ ਕਿ ਉਹਨੇ ਕਿਹਾ ਇਹਨੇ ਕੀ ਜਾ ਕੇ ਕਰਨਾ ਉੱਥੇ, ਇਹ ਹੈ ਉਹ ਹੈ ਉਹ ਯੂਨਿਟ ਲੈ ਕੇ ਚਲੇ ਗਏ। ਅੱਛਾ ਉਹਨਾਂ ਨੇ ਪਹਿਲੇ ਡਾਂਟਿਆ ਤੁਹਾਨੂੰ ਵੀ ਇਹਨਾਂ ਨੇ ਕੀ ਕਰਨਾ? ਭਾਈ ਨੇ ਨਾ ਵੱਡੇ ਫਿਰ ਗੱਲ ਐਵੇਂ ਕਿ ਭਰਾ ਅਕਸਰ ਵੱਡੇ ਜਿਹੜੇ ਨਾ ਵੱਡੇ ਹੁੰਦਾ ਹੱਕ ਅਦਾ ਕਰਦੇ ਨੇ, ਉਹ ਕਹਿੰਦੇ ਵੀ ਨੇ ਕਿ ਵੱਡਿਆਂ ਦੇ ਅੱਗੇ ਜਿਹੜੇ ਛੋਟੇ ਨੇ ਨਾ ਉਹ ਵੱਡੇ ਵੀ ਹੋ ਜਾਂਦੇ ਤੇ ਉਹ ਬੱਚੇ ਹੀ ਰਹਿੰਦੇ ਨੇ। ਤੇ ਉਹ ਯੂਨਿਟ ਲੈ ਕੇ ਸ੍ਰੀਲੰਕਾ ਚਲੇ ਗਏ ਜੀ। ਤੇ ਭਾਬੀ ਨੇ ਕਿਹਾ ਕੰਮ ਖਰਾਬ ਹੋ ਗਿਆ। ਖੈਰ ਮੇਰਾ ਵੀਜ਼ਾ ਅਪਲਾਈ ਕੀਤਾ, ਮੇਰਾ ਵੀਜ਼ਾ ਲੱਗ ਗਿਆ। ਉਹਨਾਂ ਨੂਰ ਸਾਹਿਬ ਨੂੰ ਕਿਹਾ ਉਹਦਾ ਵੀਜ਼ਾ ਲੱਗ ਗਿਆ ਤੇ ਉਹਨੂੰ ਬੁਲਾਉਣਾ ਜ਼ਰੂਰੀ। ਉਹਨੇ ਕਿਹਾ ਅੱਛਾ ਚਲੋ ਤੁਸੀਂ ਟਿਕਟ ਬਣਾਓ ਤੈਨੂੰ ਭਿਜਵਾਓ। ਵਾਹ लो जी मेरा फर्स्ट टाइम मैं मुल्कों बाहर जा रहा हूँ, पाकिस्तान के बाहर जा रहा हूँ फर्स्ट टाइम। तो बड़ा खुश, बड़ा हैप्पी, बड़े हैप्पी ਤੁਸੀਂ ਕਿ ਮੈਂ ਹੁਣ ਮੁਲਕੋਂ ਬਾਹਰ ਜਾ ਰਿਹਾ, ਮੇਰੇ ਦਿਲ ਦੀ ख्वाहिश पूरी हो रही है। मुल्कों बाहर जा रहे हैं। मैं जो फ्लाई की जिससे मैं श्रीलंकर एयरपोर्ट तक पहुँचे जी, इमिग्रेशन च पहुँचे तो सब तो पहले उन्होंने मेरा पासपोर्ट फड़ के मुझे कहते जी
ਕਹਿੰਦੇ ਤੁਸੀਂ ਸ਼੍ਰੀਲੰਕਾ ਤੇ ਪਾਕਿਸਤਾਨੀ ਪਾਸਪੋਰਟ ਕਿਸ ਤਰ੍ਹਾਂ ਯੂ ਆਰ ਸ਼੍ਰੀਲੰਕਨ ਮੈਂ ਕਿਹਾ ਨੋ ਆਈ ਐਮ ਨੋਟ ਸ਼੍ਰੀਲੰਕਾ ਆਈ ਐਮ ਪਾਕਿਸਤਾਨੀ ਉਹ ਕਹਿੰਦੇ ਨੇ ਉਹ ਮੈਨੂੰ ਕਹਿੰਦੇ ਨਹੀਂ ਤੂੰ ਹੈ ਸ਼੍ਰੀਲੰਕਨ ਬਹੁਤ ਵਕਤਾ ਪੈ ਗਿਆ ਉਹ ਲਾਲਾ ਕਰਨਾ ਐਸਾ ਹੈ ਕਿ ਉਧਰੋਂ ਸੁਹੇਲ ਭੱਟ ਸਾਹਿਬ ਤੇ ਆਪਣਾ ਜੇ ਰਾਡੋ ਵਾਲੇ ਪ੍ਰੋਡਿਊਸਰ ਨੇ ਸੁਹੇਲ ਭੱਟ ਸਾਹਿਬ ਤੇ ਆਪਣਾ ਕੀ ਨਾਮ ਸੀ ਤੁਸੀਂ ਨਾ ਭੁੱਲ ਗਿਆ ਇਸ ਤਰ੍ਹਾਂ ਜੀ। ਉਹ ਉਸੇ ਯਾਨੀ ਕਿ ਲੈਣ ਵਾਸਤੇ ਤੁਹਾਨੂੰ ਦੋ ਬੰਦੇ ਆਏ? ਨਹੀਂ ਉਹ ਵੀ ਉਸੇ ਜਹਾਜ਼ ਤੇ ਆ ਰਹੇ ਸਨ ਉਹ ਅੱਛਾ, ਉਹ ਵੀ ਆ ਰਹੇ ਸਨ। ਡਿਸਟ੍ਰੀਬਿਊਟਰ ਸਨ। ਅੱਛਾ ਉਹ ਜੀ ਡਿਸਟ੍ਰੀਬਿਊਟਰ ਸਨ ਤੇ ਆਪਣਾ ਨਾ ਮੈਨੂੰ ਉਹਦਾ ਨਾਮ ਨਹੀਂ ਯਾਦ ਆ ਰਿਹਾ ਜਿਹੜੇ ਡਿਸਟ੍ਰੀਬਿਊਟਰ ਸਨ ਉਹ ਵੀ ਆ ਰਹੇ ਸਨ ਜੀ। ਉਹਨਾਂ ਨੇ ਦੇਖਿਆ ਕਿ ਕਾਸਮ ਦਾ ਰਫੜ ਪਿਆ ਇੱਥੇ ਤੇ ਮੈਨੂੰ ਨਹੀਂ ਸੀ ਪਤਾ ਉਹ ਵੀ ਐਸੇ ਫਲਾਈਟ 'ਚ ਹੀ ਆ ਰਹੇ ਨੇ ਜੀ। ਖੈਰ ਉਹਨਾਂ ਨੇ ਕਿਹਾ ਉਹ ਫਿਰ ਉਹਨਾਂ ਨੇ ਦੱਸਿਆ ਕਿ ਨਹੀਂ ਐਸਾ ਸਾਡਾ ਯੂਨਿਟ ਆਇਆ ਇਹ ਉੱਥੇ ਮੇਰੀ ਜਾਂਚ ਖਲਾਸੀ ਹੋਈ। ਅੱਛਾ, ਤੇ ਤੁਹਾਨੂੰ ਉਹਨਾਂ ਨੇ 에ਅਰਪੋਰਟ ਤੇ ਹੀ ਡੱਕ ਲਿਆ ਕਿ ਤੁਸੀਂ ਸ੍ਰੀਲੰਕਨ ਹੋ? ਸ਼ਾਇਦ ਉਹਦੀ ਕੀ ਵਜ੍ਹਾ ਜਾਂ ਰੰਗ ਰੂਪ ਤੋਂ ਜਾਂ ਤੁਹਾਨੂੰ ਜ਼ਿਆਦਾ ਮੁਹੱਬਤ ਉਹਨਾਂ ਨਾਲ? ਪਤਾ ਨਹੀਂ ਮੈਨੂੰ ਸਮਝ ਨਹੀਂ ਉਹ ਪਤਾ ਕਿਸੇ ਮੁੱਛਾਂ ਹਲਕੀਆਂ ਹਲਕੀਆਂ ਮੇਰੀਆਂ ਹੈਗੀਆਂ ਸਨ ਉਦੋਂ ਜੀ ਜੀ। ਉਹਨਾਂ ਨੇ ਡੱਕ ਦਿੱਤਾ ਉਹ ਇਸ ਤਰ੍ਹਾਂ ਕਿ ਇਤਫਾਕ ਉਹਦੇ ਨਾਲ ਇੱਕ ਹੋਰ ਹੋ ਗਿਆ ਜੀ। ਜਦੋਂ ਮੈਂ ਪਹੁੰਚਿਆ ਹੋਟਲ ਪਹੁੰਚਿਆ ਜੀ। ਰਾਤ ਹੋ ਗਈ ਸੀ ਤੇ ਜਵੇਦ ਚੌਧਰੀ ਸਾਹਮਣੇ ਰਿਸੀਵ ਕਰਨ ਆਇਆ ਸਾਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਵੱਡੀ ਜੀ ਬੱਸ ਲੈ ਕੇ ਆ ਗਿਆ ਜਿਹੜੀ ਨਾਲ ਜਾਂਦਾ ਹੁੰਦਾ ਵੱਡੀ ਜੀ ਬੱਸ ਲੈ ਕੇ ਆ ਗਿਆ। ਅੱਛਾ, ਜਿਹੜੀ ਗੱਡੀ 'ਚ ਯੂਨਿਟ ਜਾਂਦਾ ਉਹ ਬੱਸ ਤੁਹਾਨੂੰ ਕੱਲਿਆਂ ਲੈਣ ਵਾਸਤੇ ਉਸ ਗੱਡੀ ਲੈ ਕੱਲਿਆਂ ਲੈਣ ਮੈਨੂੰ ਆ ਗਿਆ। ਵਾਹ। ਮੈਨੂੰ ਕਹਿੰਦਾ ਲੈ ਕਾਸਮ ਮੈਂ ਤੇਰੇ ਸੇ ਬਹੁਤ ਵੱਡੀ ਚੀਜ਼ ਲੈ ਕੇ ਆਇਆ ਤੈਨੂੰ ਲੈ ਕੇ ਮੈਂ ਉਹ ਕੀ ਲੈ ਆਇਆ ਜਿਹੜੇ ਸਭ ਕੀ ਲੈ ਆਇਆ ਅੱਲਾ ਜੰਨਤ ਨਸੀਬ ਕਰੇ। ਆਸਟ੍ਰੇਲੀਅਨ ਆ ਗਿਆ ਸਾਂ ਆਸਟ੍ਰੇਲੀਆ 'ਚ ਕਹਿੰਦੇ ਸਾਂ ਆਸਟ੍ਰੇਲੀਆ ਤੋਂ ਆਇਆ ਸੀ ਤੇ ਇਸ ਦੁਨੀਆ ਤੇ ਨਹੀਂ ਗਏ। ਉਹ ਜਦੋਂ ਮੈਂ ਬਾਹਰ ਨਿਕਲਿਆ ਤਾਂ ਬੱਸ 'ਚ ਮੈਨੂੰ ਬਿਠਾਇਆ ਕੋ ਬੈਠਾ ਤੇ ਮੈਂ ਬੈਠਾ ਤੇ ਨਾਲ ਡਰਾਈਵਰ ਯਾਨੀ ਕਿ ਟੋਟਲ 3 ਲੋਕ ਬੱਸ 'ਚ ਜਾ ਰਹੇ। ਵਾਹ ਵਾਹ, ਤੇ ਬੱਸ ਕਾਫੀ ਵੱਡੀ। हाँ जी वो जिसने पहुंचे होटल से जवेद चौधरी साहब ने कहा हाँ जी आ गया कासम मिले मुंडे ये वो हाँ भाई आ गया मैं नूर साहब कहते हैं मैं कहा हाँ जी मैं आ गया। अच्छा चल ठीक है जो सोच गए यार कमरा कहते जी फलाने बंदे ने ठहरा दो ਯਾਨੀ ਕਿ ਤੁਹਾਨੂੰ ਆਪਣੇ ਨਾਲ ਕਮਰਾ ਨਹੀਂ ਦਿੱਤਾ? अपने नाल कमरा दिता मैनू उनकी बल्ला उनकी मैं तुम्हें हिस्ट्री पूरी दसांगा जी। खैर उन्होंने मैनू जिस कमरे पर बिठाया तो अगे जाते ही मैं देखा तो श्रीलंकन प्रोडक्शन मैनेजर उन्होंने ਉੱਥੋਂ ਦਾ ਪ੍ਰੋਡਕਸ਼ਨ ਮੈਨੇਜਰ ਸ੍ਰੀਲੰਕਾ ਦਾ ਪ੍ਰੋਡਕਸ਼ਨ ਮੈਨੇਜਰ? ਨਹੀਂ ਅੱਛਾ। ਐਸ ਜੀ ਨੂਰ ਸਾਹਿਬ ਦੀ ਫਿਲਮ ਸੀ ਨਾ ਉਹਨਾਂ ਨੇ ਪ੍ਰੋਡਕਸ਼ਨ ਮੈਨੇਜਰ ਹਾਇਰ ਕੀਤਾ ਸੀ ਕਿ ਲੋਕੇਸ਼ਨ ਅਰੇਂਜ ਕਰਨਾ ਇਹ ਉਹ ਸ਼੍ਰੀਲੰਕਨ ਜੋ ਸੀ ਉਸ ਇਲਾਕੇ ਦਾ ਸ਼੍ਰੀਲੰਕਾ ਦਾ ਜੀ ਬਿਲਕੁਲ। ਉੱਥੋਂ ਦਾ ਬੰਦਾ ਹਾਇਰ ਕੀਤਾ ਉਹਦੇ ਨਾਲ ਮੈਨੂੰ ਠਹਿਰਾਤਾ ਯਾਨੀ ਕਿ ਤੁਹਾਡਾ ਰੂਮਮੇਟ ਉਹ ਮੇਰਾ ਹੋ ਗਿਆ। ਤੁਸੀਂ ਤਾਂ ਹੋਰ ਪਰੇਸ਼ਾਨ ਹੋ ਗਏ ਨਾ। ਮੈਂ ਪਰੇਸ਼ਾਨ ਹੋ ਗਿਆ ਸਾਹਮਣੇ ਉਹ ਬੈਠਾ ਉਹ ਬੋਲਦਾ ਪਿਆ ਸ਼੍ਰੀਲੰਕਨ ਬੋਲਦਾ ਮੈਂ ਉਰਦੂ ਬੋਲਦਾ ਪਿਆ ਮੈਨੂੰ ਨਾ ਉਹਦੀ ਸਮਝ ਆ ਰਹੀ ਨਾ ਮੈਨੂੰ ਮੇਰੀ ਉਹਨੂੰ ਸਮਝ ਆ ਰਹੀ ਪਰੇਸ਼ਾਨ। ਇਹ ਬੜੀ ਪ੍ਰੋਬਲਮ ਹੁੰਦੀ ਹੈ ਕਿ ਤੁਹਾਡੀ ਗੱਲ ਅਗਰ ਸਾਹਮਣੇ ਵਾਲੇ ਨੂੰ ਸਮਝ ਨਹੀਂ ਨਾ ਆ ਰਹੀ ਤੇ ਬੜੀ ਤਕਲੀਫ ਦੀ ਗੱਲ ਹੁੰਦੀ ਹੈ। ਬਸ ਉਹ ਹੋਇਆ ਇੰਜ ਫਿਰ ਸਵੇਰ ਹੋਈ ਤੇ ਸ਼ੂਟਿੰਗ ਤੇ ਜਾਣਾ ਸੀ ਤੇ ਮੈਂ ਬੜਾ ਖੁਸ਼ ਕਿ ਮੈਂ ਸੈਰ ਕਰਾਂਗਾ ਸ਼੍ਰੀਲੰਕਾ ਜੀ। ਉਹ ਹੋਟਲੋਂ ਬਾਹਰ ਨਿਕਲੇ तो वही साड़ी बस ਜਿਹੜੀ ਕੋਚ ਜਿਹੜੀ ਜਿਸ ਦਿਨ ਰਾਤੀ ਤੁਹਾਨੂੰ ਲੈ ਗਿਆ ਜਿਸ ਦਿਨ ਲੈ ਕੇ ਉਹ ਸਾਡੀ ਪ੍ਰੋਡਕਸ਼ਨ ਕੋਚ ਸੀ ਉਹਦੇ ਸਾਰਾ ਸਟਾਫ ਜਾਂਦਾ ਸੀ ਕਹਿੰਦੇ ਸਮਾਨ ਰੱਖੋ ਮੈਨੂੰ ਬੈਗ ਚੁਕਾਉਣੇ ਸ਼ੁਰੂ ਕਰ ਦਿੱਤੇ ਤੁਹਾਨੂੰ ਯਾਰ ਚੱਲ ਕੱਲ ਬੈਗ ਚੁੱਕ ਕੇ ਰੱਖ ਵਿੱਚ ਯਾਰ ਜਿਸ ਤਰ੍ਹਾਂ ਬੰਦੇ ਕੋ ਕੰਮ ਲਿਆ ਜਾਂਦਾ ਥੱਲੇ ਜਿਹੜੇ ਪ੍ਰੋਡਕਸ਼ਨ ਹੁੰਦੇ ਨੇ ਮੈਂ ਹਕੀਕਤ ਦੱਸਾਂਗਾ ਕਿ ਮੇਰਾ ਕਿਸ ਤਰ੍ਹਾਂ ਮੈंने ਜਿੱਥੋਂ ਆਗਾਜ਼ ਹੋਇਆ ਤਾਂ ਸਟਰਗਲ ਕਿਸ ਤਰ੍ਹਾਂ ਮੈਂ ਕੀਤੀ। ਵਾਹ। ਲੋ ਜੀ ਸਮਾਨ ਬੈਗ ਲੋਡ ਕਰ ਰਹੇ ਹਾਂ ਬੱਸ ਦੇ ਵਿੱਚ ਲੋਡ ਕਰਕੇ ਬੈਠੇ ਹਾਂ ਲੋਕੇਸ਼ਨ ਤੇ ਪਹੁੰਚੇ ਨੂਰ ਸਾਹਿਬ ਨੇ ਸ਼ਾਟ ਅਰੇਂਜ ਕੀਤਾ ਓਏ ਰਿਫਲੈਕਟਰ ਫੜੋ ਕਾਸਮ ਰਿਫਲੈਕਟਰ ਉਹ ਫੜ ਕੇ ਖਲੋਤੇ हैं ਰਿਫਲੈਕਟਰ ਮਾਰਿਆ ਫੇਸ ਉੱਤੇ ਓਏ ਪੁਖਤਾ ਫੜ ਸ਼ਾਇਦ ਬੜਾ ਵਜ਼ਨੀ ਹੁੰਦਾ ਬੜਾ ਵਜ਼ਨੀ ਹੁੰਦਾ ਭਾਜੀ ਇੰਜ ਫੜ ਕੇ ਖਲੋਤੇ ਆ ਥੱਕ ਗਏ ਨੇ ਉਹ ਲਾਈਟ ਦਾ ਕੰਮ ਕਰ ਰਿਹਾ ਹੁੰਦਾ ਤੁਹਾਡਾ ਉਹ ਡੇ ਦੇ ਵਿੱਚ ਨਾ ਰਿਫਲੈਕਟਰ ਮਾਰੀਦਾ ਕਿਸ ਤਰ੍ਹਾਂ ਫੇਸ ਪ੍ਰੋਪਰ ਕਲੀਅਰ ਨਜ਼ਰ ਆ ਜੀ ਬਿਲਕੁਲ ਹੈ ਉਹ ਖਲੋਤੇ ਆ ਭਾਜੀ ਇੱਕ ਸ਼ਾਟ ਲੈ ਕੇ ਦੂਸਰੀ ਜਗ੍ਹਾ ਤੇ ਜਾਣਾ ਹੈ ਜੀ ਤੇ ਉਹਨਾਂ ਨੂੰ ਬੈਟਰੀਆਂ ਦੇ ਬਕਸੇ ਜਿਹੇ ਹੁੰਦੇ ਸਨ ਭਰੀਆਂ ਬੈਟਰੀਆਂ ਦੇ ਬਕਸੇ ਚੁਕਾਤੇ ਨੇ ਚੁੱਕ ਕੇ ਆ ਜਾ ਪਿੱਛੇ ਉਹ ਬੜੇ ਵਜ਼ਨੀ ਹੁੰਦੇ ਜੇ ਸ਼ਾਹ ਜੀ ਭਾਜੀ ਐਸੇ ਵਜ਼ਨੀ ਹੁੰਦੇ ਨੇ ਮੈਂ ਕਿਹਾ ਯਾਰ ਮੈਂ ਕਿਹੜੀ ਮੁਸੀਬਤ 'ਚ ਫਸ ਗਿਆ ਕਿ ਮੈਂ ਇੱਥੇ ਸੈਰ ਕਰਨਾ ਹੈ ਇਹਨਾਂ ਨੂੰ ਕਿਹੜੀ ਮੁਸੀਬਤ 'ਚ ਫਸਾਤਾ ਤੁਹਾਡੇ ਕੋਲ ਕੰਮ ਲੈ ਰਹੇ ਨੇ ਤੇ ਤੁਸੀਂ ਸੈਰ ਲਈ ਆਏ ਹੋ। ਹਾਂਜੀ ਉਹ ਟਰੈਕ ਲਾ ਦਿੱਤਾ ਟਰੈਕ ਤੇ ਸ਼ਾਟ ਹੋਇਆ ਚੱਲ ਵੀ ਟਰੈਕ ਚਲਾ ਤੁਹਾਡਾ ਭਲਾ ਜੀ ਲੋ ਜੀ ਇਹ ਤਾਂ ਸਾਡੇ ਨਾਲ ਹੋਇਆ ਸਟਾਰਟ ਦੇ ਵਿੱਚ ਉਹ ਟਰੈਕ ਚਲਾਉਣਾ ਵੀ ਬਹੁਤ ਮੁਸ਼ਕਿਲ ਹੈ ਕਿੱਥੇ ਰੋਕਣਾ ਉਹ ਮਾਰ ਲੱਗਾ ਹੁੰਦਾ ਸੀ ਮਾਰ ਤੋਂ ਜ਼ਰਾ ਹਿੱਲਿਆ ਨਹੀਂ ਤਾਂ ਸ਼ਾਟ ਬੇੜਾ ਕਰ ਹੋਇਆ ਬੜੀਆਂ ਡਾਂਟਾਂ ਖਾਧੀਆਂ ਨੇ ਭਾਜੀ ਬੜੀਆਂ ਝਿੜਕਾਂ ਖਾਧੀਆਂ ਨੇ ਸੀ। ਸ਼ਾਹ ਜੀ ਮੈਂ ਉਹ ਦੇਖਿਆ ਨਾ ਕਿ ਟਰੈਕ ਕਿਸ ਤਰ੍ਹਾਂ ਚੱਲਦਾ ਹੈ ਉਹ ਯਕੀਨ ਕਰੋ ਟਰੈਕ ਚਲਾਉਣ ਵਾਲਾ ਬੰਦਾ ਤੇ ਲੱਡੂਆਂ ਦੀ ਰੇੜੀ ਕੱਢਣ ਵਾਲਾ ਬੰਦਾ ਇੱਕ ਬਰਾਬਰ ਹੋਇਆ ਹੁੰਦਾ। ਸ਼ਾਹ ਜੀ ਇਹਦਾ ਮਤਲਬ ਕਿ ਬੜੀ ਕਠਿਨ ਸਟਰਗਲ ਤੁਸੀਂ ਕੀਤੀ ਮੈਂ ਕਹਿੰਦਾ ਐਸੀ ਵੈਸੀ ਟਰੈਕ ਨੂੰ ਧੱਕਾ ਲਾਣਾ ਤੇ ਲੱਡੂਆਂ ਵਾਲੀ ਰੇੜੀ ਨੂੰ ਧੱਕਾ ਲਾਣਾ ਇੱਕ ਬਰਾਬਰ ਹੋਇਆ ਹੁੰਦਾ ਬੰਦਾ। ਛੱਡ ਦਿਓ ਤੁਸੀਂ ਜਿਹੜਾ ਮੈਨੂੰ ਹੋਇਆ ਭਾਜੀ ਤੇ ਉਸ ਤੋਂ ਬਾਅਦ
ਮੇਰਾ ਸ਼ੌਕ ਜਿਹੜਾ ਨਾ ਬੜਾ ਨਰਮ ਜਿਹਾ ਪੈ ਗਿਆ ਭਾਜੀ। ਯਾਨੀ ਕਿ ਤੁਸੀਂ ਅੰਦਰੋਂ ਢੱਟ ਗਏ ਕਿ ਯਾਰ ਮੈਂ ਬੜਾ ਔਖਾ ਹੈ, ਹਾਂ ਬਿਲਕੁਲ ਬੜਾ ਔਖਾ ਪੈਣਾ ਹੈ, ਔਰ ਵਾਕਈ ਬੜਾ ਔਖਾ ਹੈ। ਉਹ ਜ਼ਰਾ ਮੇਰਾ ਤਾਂ ਇੰਟਰਸਟ ਹੀ ਨਹੀਂ ਸੀ ਨਾ ਸ਼ੋਬਿਜ਼ ਦੇ ਵਿੱਚ ਜੀ ਸਾਨੂੰ ਤਾਂ ਸਿਰਫ ਦੇਖਣ ਤੱਕ ਆ ਰਿਹਾ ਸੀ, ਲੇਕਿਨ ਮੈਂ ਦੇਖਿਆ ਨੂਰ ਸਾਹਿਬ ਵਾਹ। ਹਾਰਡ ਵਰਕ ਕਰਦੇ ਹਾਂ, ਮੈਂ ਕਹਿੰਦਾ ਕਮਾਲ ਹੈ। ਨਹੀਂ ਉਹ ਤਾਂ ਖੈਰ ਬਹੁਤ ਵੱਡੇ ਬੰਦੇ ਨੇ, ਉਹ ਵੀ ਮਾਸ਼ਾਅੱਲਾ ਇੱਕ ਨਾਂ ਹੈ, ਬ੍ਰਾਂਡ ਨੇ ਕਿ ਉਹਨਾਂ ਦੇ ਨਾਂ ਤੇ ਮੁਲਕ ਪਛਾਣਿਆ ਜਾਂਦਾ ਹੈ ਕਿ ਸੈਯਦ ਨੂਰ ਸਾਹਿਬ ਐਡਾ ਵੱਡਾ ਨਾਂ ਹੈ। ਤੇ ਈਸ਼ਾ ਜੀ ਇਹ ਅੰਦਰ ਖਲਸ਼ ਹੈ ਸੀ ਕਿ ਮੈਂ ਡਾਇਰੈਕਟਰ ਬਣਾਂਗਾ ਜਾਂ ਮੈਂ ਐਕਟਰ ਬਣਾਂਗਾ? ਨਹੀਂ ਬਿਲਕੁਲ ਨਹੀਂ ਸੀਗਾ, ਇਹ ਤਾਂ ਮੇਰੇ ਦਿਮਾਗ 'ਚ ਬਿਲਕੁਲ ਨਹੀਂ ਸੀਗਾ। ਯਾਨੀ ਕਿ ਸਿਰਫ ਸ਼ੌਕ ਸੀ ਫਿਰ ਐਂਟਰ ਹੋਣ ਦੇ? ਮੈਂ ਕਹਿੰਦਾ ਐਸਾ ਵੈਸਾ ਸ਼ੌਕ ਸੀ। ਉਸ ਤੋਂ ਬਾਅਦ ਫਿਰ ਮੈਂ ਫਿਲਮਾਂ ਹੋਰ ਨੂਰ ਸਾਹਿਬ ਨੇ ਬਣਾਈ, ਸਰਗਮ ਸ਼ੁਰੂ ਕਰ ਦਿੱਤੀ ਕਸਮ ਤੋਂ ਬਾਅਦ। ਨਹੀਂ ਈਸ਼ਾ ਜੀ ਮੈਂ ਇੱਕ ਚੀਜ਼ ਥੋੜੀ ਜਿਹੀ ਪੁੱਛਣਾ ਚਾਹ ਰਿਹਾ ਸਾਂ ਕਿ ਜਦੋਂ ਸ੍ਰੀਲੰਕਾ ਤੁਸੀਂ ਪਹੁੰਚੇ ਹੋ, ਨਾਲ ਸਟਰਗਲ ਪ੍ਰੋਪਰ ਸ਼ੁਰੂ ਕਰ ਦਿੱਤੀ ਤੁਸੀਂ, ਤੇ ਉਹਦੇ 'ਚ ਮੈਨੂੰ ਇਹ ਦੱਸੋ ਕਿ ਜਿਹੜੀ ਟੀਮ ਨਾਲ ਸੀ, ਜਿਹੜੇ ਸੁਪਰਸਟਾਰ ਸਨ ਉਸ ਦੌਰ ਦੇ, ਜਿਹੜੀ ਫਿਲਮ ਕਰ ਰਹੇ ਸੋ ਤੁਸੀਂ, ਜਿਹਦਾ ਤੁਸੀਂ ਨਾਂ ਕੀ ਨਾ ਕਸਮ, ਤੇ ਸੁਪਰਸਟਾਰ ਕਿਹੜੇ ਸਨ? ਸੁਪਰਸਟਾਰ ਤੇ ਸਾਡੇ ਨਾਲ ਕੋਈ ਵੀ ਨਹੀਂ ਸੀ ਉੱਥੇ, ਯਾਨੀ ਕਿ ਜਿਹੜੇ ਆਰਟਿਸਟ ਕੰਮ ਕਰ ਰਹੇ ਸਨ, ਜਿਹੜੇ ਸਨ ਹਾਲਾਕਾਸ ਵੱਡੀ ਸੀ। ਮੁਸਤਫਾ ਕੁਰੈਸ਼ੀ ਸਾਹਿਬ ਸਨ, ਆ ਦੇਖੋ ਨਾ ਮਾਸ਼ਾਅੱਲਾ, ਆਪਣਾ ਨਦੀਮ ਸਾਹਿਬ ਸਨ, ਨਦੀਮ ਬੇਗ ਵਾਹ। ਸਾਹਿਬ, ਕਵਿਤਾ ਸੀ, ਉਹ ਵੀ ਆਰਟਿਸਟ ਹੈਗੇ ਸਨ। ਲੇਕਿਨ ਜਿਹੜਾ ਯੂਨਿਟ ਗਿਆ ਸੀ ਉਸ ਨਾਲ ਅਸੀਂ ਗਾਣੇ ਕਰਨ ਗਏ ਸਨ। ਅੱਛਾ ਅੱਛਾ ਅੱਛਾ। ਮੈਂ ਨਹੀਂ ਸੀ ਗਿਆ ਸੈਯਦ ਨੂਰ ਸਾਹਿਬ ਕੇ, ਮੈਂ ਤਾਂ ਸੈਰ ਕਰਨ ਗਿਆ ਸਾਂ ਤੇ ਉਹ ਮੁਸੀਬਤ 'ਚ ਫਸ ਗਏ। ਤੇ ਉਹ ਸਿਰਫ ਸਲੀਮ ਸ਼ੇਖ ਸੀ ਤੇ ਇਰਮ ਹਸਨ ਸੀ ਤੇ ਔਰੰਗਜ਼ੇਬ ਲਗਾਰੀ ਸਾਹਿਬ ਦੇ ਕੁਝ ਸ਼ਾਟ ਹੋ ਗਏ ਸਨ, ਉਹ ਹੋ ਗਏ ਸਨ ਔਰੰਗਜ਼ੇਬ ਲਗਾਰੀ ਸਾਹਿਬ। ਲੇਕਿਨ ਮੈਂ ਹਾਂ ਔਰੰਗਜ਼ੇਬ ਲਗਾਰੀ ਵੀ ਨਹੀਂ ਸੀਗਾ, ਉਹ ਚੀਟ ਕੀਤਾ ਗਿਆ ਸੀ, ਕੁਝ ਸ਼ਾਟ ਲੈ ਲਿੱਤੇ ਸਨ। ਲੇਕਿਨ ਔਰੰਗਜ਼ੇਬ ਸਾਹਿਬ ਨੂੰ यहाँ ਇੱਥੇ ਆ ਕੇ ਸ਼ੂਟ ਕੀਤਾ ਸੀ। ਮੈਂ ਹਾਂ ਇਰਮ ਹਸਨ ਹੀ ਸੀ ਤੇ ਸਲੀਮ ਸ਼ੇਖ ਹੀ ਸੀ, ਜਵੇਦ ਸ਼ੇਖ ਦਾ ਭਾਈ ਛੋਟਾ। ਜੀ ਜੀ ਬਿਲਕੁਲ, ਮੈਂ ਜਾਣਦਾ ਤੇ ਇਰਮ ਹਸਨ ਨੂੰ ਇੰਟਰੋਡਿਊਸ ਕਰਵਾਇਆ ਸੀ। ਜੀ ਬਿਲकुल, ਉਹ ਵੀ ਬੜੇ ਅੱਛੇ ਆਰਟਿਸਟ ਨੇ ਸਲੀਮ ਸ਼ੇਖ ਸਾਹਿਬ ਵੀ ਮਾਸ਼ਾਅੱਲਾ, ਬੜਾ ਅੱਛਾ ਕੰਮ ਕਰ ਰਹੇ ਨੇ ਔਰ ਬੜਾ ਅੱਛਾ ਕੰਮ ਉਹਨਾਂ ਨੇ ਕੀਤਾ ਵੀ ਹੈ। ਸਲੀਮ ਸ਼ੇਖ ਦੀ ਪਹਿਲੀ ਫਿਲਮ ਸੀ। ਵਾਹ। ਅੱਛਾ ਸ਼ਾਹ ਜੀ, ਉਸ ਤੋਂ ਬਾਅਦ ਤੁਸੀਂ ਕਿੰਨੇ ਦਿਨਾਂ ਦਾ ਟੂਰ ਕੱਟ ਕੇ ਵਾਪਸ ਆਏ ਹੋ? ਤਕਰੀਬਨ ਕੋਈ 20 ਦਿਨ ਦਾ, ਯਾਨੀ ਕਿ 20 ਦਿਨ ਦਾ ਟੂਰ ਤੁਸੀਂ ਕੱਟਿਆ? ਹਾਂਜੀ 5-6 ਗਾਣੇ ਕਰਕੇ ਆਇਆ ਸਾਂ। 5-6 ਗਾਣੇ। ਅੱਛਾ, ਤੇ ਕਰਵਾਦੇ ਤੁਹਾਡੇ ਕੋਲ ਸਟਰਗਲ ਹੀ ਰਹੇ ਨੇ ਸੈਯਦ ਨੂਰ ਸਾਹਿਬ? ਮੈਂ ਤੁਹਾਨੂੰ ਦੱਸਣਾ ਤੇ ਪਿਆ, ਬੈਗ ਚੁਕਾ ਕੇ ਰੇਤਾਂ ਦੇ ਉੱਤੇ, ਪੱਥਰਾਂ ਦੇ ਉੱਤੇ, ਮੈਂ ਕਹਿੰਦਾ ਹਸ਼ਰ ਕਰਵਾਤਾ ਨਾ ਸਮੁੰਦਰਾਂ ਦੇ। ਗਰਮ ਰੇਤ, ਉਧਰੋਂ ਧੁੱਪ, ਉਧਰੋਂ ਸਮੁੰਦਰ ਦਾ ਪਾਣੀ, ਗਰਮੀ ਵੀ ਇੰਤਹਾ ਦੀ। ਓਏ ਉਹ ਰੰਗ ਵੀ ਮੇਰਾ ਪਹਿਲੇ ਮਾਸ਼ਾਅੱਲਾ ਹੈਗਾ ਸੀ, ਉਹ ਤੋਂ ਹੋਰ ਮਾਸ਼ਾਅੱਲਾ ਹੋ ਗਿਆ। ਇਹਦਾ ਮਤਲਬ ਕਿ 에어ਪੋਰਟ ਵਾਲੇ ਬੰਦੇ ਸੱਚੇ ਸਨ। ਨਹੀਂ ਸ਼ਾਹ ਜੀ, ਇਹ ਬੜੀ ਅੱਛੀ ਗੱਲ ਹੈ। ਅਕਸਰ ਐਸਾ ਹੁੰਦਾ ਹੈ ਕਿ ਕੁਝ ਸ਼ਖਸੀਅਤ, ਕੁਝ ਸੂਰਤਾਂ ਕਿ ਜਿਹੜੀਆਂ ਮਿਲਦੀਆਂ ਜੁਲਦੀਆਂ ਹੁੰਦੀਆਂ ਨੇ ਬੜੀਆਂ, ਜਿਸ ਤਰ੍ਹਾਂ ਕਿ ਹੁਣ ਤੁਹਾਡਾ ਚਿਹਰਾ ਮੁਬਾਰਕ ਜਿਹੜਾ ਹੈ ਸੈਯਦ ਨੂਰ ਸਾਹਿਬ ਦੇ ਨਾਲ ਬਹੁਤ ਮਿਲਦਾ ਜੁਲਦਾ ਹੈ ਕਿ ਕੋਈ ਆਮ ਬੰਦਾ ਦੇਖੇ ਤਾਂ ਉਹ ਇਹ ਨਹੀਂ ਕਹੇਗਾ ਕਿ ਕਾਸਮ ਸ਼ਾਹ ਸਾਹਿਬ ਬੈਠੇ ਨੇ ਜਾਂ ਸੈਯਦ ਨੂਰ ਸਾਹਿਬ ਬੈਠੇ ਨੇ। ਲੇਕਿਨ ਉਹ ਜ਼ਰਾ ਮਾਸ਼ਾਅੱਲਾ ਸਿਹਤਮੰਦ ਨੇ। ਜੀ ਬਿਲਕੁਲ ਬਿਲਕੁਲ। ਨਹੀਂ ਤੁਸੀਂ ਤਾਂ ਪਿੱਛੇ ਜੇ ਪਤਾ ਚੱਲਿਆ ਸੀ ਕਿ ਤੁਸੀਂ ਥੋੜਾ ਬਿਮਾਰ ਵੀ ਰਹੇ ਹੋ। ਬਿਮਾਰ, ਉਹ ਮੇਰਾ ਆਪਰੇਟ ਹੋਇਆ ਸੀ ਨਾ ਜੀ, ਉਹਦੀ ਵਜ੍ਹਾ ਨਾਲ ਕਾਫੀ ਤੁਸੀਂ ਵੀਕ ਹੋਏ ਹੋ। ਵੀਕ ਹੋਇਆ, ਨਹੀਂ ਤੇ ਮਾਸ਼ਾਅੱਲਾ ਪਤਾ ਨਹੀਂ ਸੀ ਚੱਲਦਾ। ਪਹਿਲੇ ਨਹੀਂ ਸੀ ਪਤਾ। ਜੀ ਬਿਲਕੁਲ ਹੈ ਜੀ। ਅਕਸਰ ਪਤਾ ਕੀ ਹੁੰਦਾ ਸੀ ਜੀ ਕਿ ਨੂਰ ਸਾਹਿਬ ਨੇ ਟੈਲੀਫੋਨ ਤੇ ਜਿਹਦੇ ਨਾਲ ਨਹੀਂ ਸੀ ਗੱਲ ਕਰਨੀ ਹੁੰਦੀ ਨਾ ਜੀ, ਤੇ ਉਹਨਾਂ ਕਹਿਣਾ ਕਿ ਹਾਂ ਜੀ ਨੂਰ ਸਾਹਿਬ, ਉਹਨਾਂ ਮੈਂ ਕਾਸਮ ਬੋਲ ਰਿਹਾ। ਨੂਰ ਸਾਹਿਬ ਤੇ ਬਾਹਰ ਗਏ ਨੇ, ਹਾਲਾਂਕਿ ਹੁੰਦੇ ਆਪ ਹੀ ਸਨ, ਹੁੰਦੇ ਆਪ ਹੀ ਸਨ, ਤੇ ਕਹਿ ਰਹੇ ਮੈਂ ਕਾਸਮ ਬੋਲ ਰਿਹਾ। ਉਹ ਸਾਡੀ ਆਵਾਜ਼ ਵੀ ਹੈ ਨਹੀਂ, ਅੱਲਾਹ ਪਾਕ ਦੀ ਖਾਸ ਰਹਿਮਤ ਕਿ ਚਿਹਰਾ ਵੀ ਮਿਲਦਾ ਹੈ ਤੇ ਆਵਾਜ਼ ਵੀ ਮਿਲਦੀ ਜੁਲਦੀ। ਇਹ ਬੜਾ ਕਰਮ ਹੋਵੇ ਨਾ ਖਾਸ, ਜਦੋਂ ਇਹ ਫਿਰ ਅੱਲਾਹ ਪਾਕ ਇਸ ਤਰ੍ਹਾਂ ਦੀ ਰਹਿਮਤ ਕਰਦਾ ਹੈ। ਇਹ ਹਰ ਇੱਕ ਨੂੰ ਹੁੰਦੀ। ਜੋੜੇ ਅਸੀਂ ਬੜੇ ਦੇਖੇ ਨੇ ਕਿ ਜੁੜਵਾ ਭਰਾ, ਜੁੜਵਾ ਭੈਣਾ ਬੜਾ ਦੇਖਿਆ, ਲੇਕਿਨ ਆਵਾਜ਼ ਜਿਹੜੀ ਹੈ ਨਾ ਉੱਥੇ ਆ ਕੇ ਬੰਦਾ ਰਹਿ ਜਾਂਦਾ ਹੈ। ਲੇਕਿਨ ਤੁਹਾਡੇ ਤੇ ਅੱਲਾਹ ਪਾਕ ਦੀ ਖਾਸ ਕਰਮ ਨਾਲ ਤੁਹਾਡੀ ਆਵਾਜ਼ ਇਹ ਡਿਫਰੈਂਟ ਬੜਾ ਸਾਡਾ ਦੋਵਾਂ ਜੀ ਬਿਲਕੁਲ 10 ਸਾਲ ਦਾ ਫਰਕ ਹੈ ਜੀ ਬਿਲਕੁਲ ਹੈ ਜੀ ਜੁੜਵਾ ਵੀ ਨਹੀਂ ਕਿਸੇ ਦੇ, ਲੇਕਿਨ ਇੱਕ ਕਰਮ ਹੈ ਸ਼ਾਇਦ, ਇਹ ਰਹਿਮਤ ਹੈਗੀ ਹੈ ਕਿ ਇਹ ਬਹੁਤ ਘੱਟ ਲੋਕਾਂ ਤੇ ਐਸੀ ਰਹਿਮਤ ਹੁੰਦੀ ਹੈ। ਬਿਲਕੁਲ। ਤੇ ਦੂਸਰੀ ਫਿਲਮ ਤੁਸੀਂ ਪਾਕਿਸਤਾਨ ਆਏ, ਉਹਨਾਂ ਨਾਲ ਕੀਤੀ ਫਿਰ ਕੇ ਛੱਡ ਦਿੱਤਾ? ਨਹੀਂ ਸਰ, ਉਸ ਤੋਂ ਬਾਅਦ ਸ਼ੁਰੂ ਹੋ ਗਈ, ਨੂਰ ਸਾਹਿਬ ਨੇ ਸ਼ੁਰੂ ਕਰ ਦਿੱਤੀ ਸਰਗਮ ਵੀ ਬੜੀ ਵੱਡੀ ਫਿਲਮ ਹੈ। ਸਰਗਮ ਦੇ ਵਿੱਚ ਵੀ ਮੈਂ ਥੋੜਾ ਬਹੁਤ ਨਾਲ ਰਿਹਾ, ਐਸੀ ਇੰਟਰਸਟ ਮੇਰੇ ਕੋਲ ਹੋ ਗਿਆ, ਮੈਂ ਨੱਸਣਾ ਸੁਣਾ ਕੋ, ਯਾਨੀ ਕਿ ਤੁਸੀਂ ਉਹਨਾਂ ਕੋਲ ਚਾਲੂ ਸੀ। ਫਿਰ ਮੇਰਾ ਚਾਂਸ ਬਣਿਆ ਬੈਂਕਾਕ ਜਾਣ ਦਾ। ਬੈਂਕਾਕ ਉਹ ਵੀ ਸ਼ੂਟ ਲਈ? ਉਹ ਹਾਂ ਸ਼ੂਟਿੰਗ, ਉਹ ਸੈਯਦ ਨੂਰ ਸਾਹਿਬ ਦੇ ਉਸ ਨਾਲ ਤੋਂ ਪਹਿਲੇ ਮੈਂ ਉਹਨਾਂ ਨਾਲ ਫਿਲਮਾਂ ਕਰ ਚੁੱਕਿਆ ਸਭ ਕੁਝ, ਜਿਸ ਤਰ੍ਹਾਂ ਦੁਪੱਟਾ ਜਰ ਰਹਾ ਹੈ। ਹਾਂ ਜੀ ਬਿਲਕੁਲ, ਠੀਕ ਹੈ, ਬੜੀਆਂ ਹਿੱਟ ਫਿਲਮਾਂ ਹੋਈਆਂ। ਹਾਂ, ਸੰਗਮ ਫਿਲਮ ਦੀ ਸ਼ੂਟਿੰਗ ਜੀ ਬਿਲਕੁਲ ਮੈਂ ਰਿਹਾ। ਠੀਕ ਹੈ ਜੀ, ਸਰਗਮ ਦੇ ਨਾਲ ਵਿੱਚ ਰਿਹਾ। ਫਿਰ ਜ਼ੇਵਰ ਲਈ ਉਹ ਚਲੇ ਗਏ, ਬੈਂਕਾਕ ਜਾਣਾ ਸੀ, ਉਹਨੂੰ ਨਾਲ ਲੈ ਗਏ। ਜੀ ਬਿਲਕੁਲ ਠੀਕ ਹੋ। ਠੀਕ ਹੈ, ਤੇ ਉੱਥੇ ਇੱਕ ਮੈਂ ਤੁਹਾਨੂੰ ਮਜ਼ੇ ਦੀ ਇੱਕ ਹਾਦਸਾ ਤੁਹਾਨੂੰ ਦੱਸਣਾ। ਅੱਛਾ ਜੀ। ਕਿ ਇੱਕ ਗਾਣਾ ਸ਼ੂਟ ਪੇ ਕਰਦੇ ਰੀਮਾ ਤੇ ਬਾਬਰ ਅਲੀ ਦੇ ਉੱਤੇ। ਅੱਛਾ, ਯਾਨੀ ਕਿ ਅੱਸੀ ਦੇ ਉੱਤੇ ਨਾ, ਸਮੁੰਦਰ ਦੇ ਕਿਨਾਰੇ। ਜੀ ਬਿਲਕੁਲ ਠੀਕ ਹੋ ਗਿਆ, ਸਮੁੰਦਰ ਦੇ ਕਿਨਾਰੇ। ਹਾਂ, ਤੇ ਨੂਰ ਸਾਹਿਬ ਨੇ ਇੱਕ ਸ਼ਾਟ ਅਰੇਂਜ ਕੀਤਾ ਜੀ, ਬੜਾ ਖੂਬਸੂਰਤ ਸ਼ਾਟ ਸੀ ਕਿ ਟਰੈਕ ਲਾਇਆ, ਪੂਰਾ ਟਰੈਕ ਲੱਗ ਗਿਆ, ਉਹ ਉੱਥੇ ਲੈ ਗਿਆ ਟਰੈਕ, ਵੱਡਾ ਟਰੈਕ ਸੀ ਜੀ। ਤੇ ਇਹ ਰੀਮਾ ਉਹਨੂੰ
ਫਰੇਮ ਦੀ ਰੀਮਾ ਜੀ। ਤੇ ਪਿੱਛੇ ਫੈਰੀ ਦੇ ਉੱਤੇ ਨਾ ਉਹ ਪੈਰਾਸ਼ੂਟ ਨਹੀਂ ਹੁੰਦੀ ਜੀ, ਪੈਰਾਸ਼ੂਟ। ਤੇ ਜਿਹਦੇ ਨਾਲ ਉਹ ਸਮੁੰਦਰ ਦੇ ਵਿੱਚ ਉਡਾ ਕੇ ਲੈ ਕੇ ਜਾ ਜੀ, ਰਹੇ ਬਿਲਕੁਲ, ਫੈਰੀ ਚੱਲਦੀ ਤੇ ਉਹ ਨਾਲ ਨਾਲ ਉੱਡ ਰਹੇ ਨੇ। ਜੀ, ਬਿਲਕੁਲ। ਉਹ ਸ਼ਾਟ ਅਰੇਂਜ ਕੀਤਾ ਸੀ ਬਾਬਰ ਨੇ ਪੈਰਾਸ਼ੂਟ ਤੇ ਉੱਡ ਰਿਹਾ ਥੱਲੇ ਰੀਮਾ ਉਹਨੂੰ ਫਿਕਰੇ ਗਾ ਗਾ ਕੇ ਦੱਸਦੀ ਪਈ, ਯਾਨੀ ਕਿ ਥੱਲੇ ਪਰਫਾਰਮ ਕਰ ਰਹੇ ਨੇ ਰੀਮਾ ਜੀ ਗਾਣਾ, ਮੈਨੂੰ ਤੇ ਉਹ ਗਾਣਾ ਉੱਪਰ ਯਾਦ ਨਹੀਂ ਆ ਬਾਬਰ ਰਿਹਾ। ਅਲੀ ਸਾਹਿਬ। ਮੈਨੂੰ ਗਾਣਾ ਯਾਦ ਆ ਜਾਂਦਾ ਤੇ ਮੈਂ ਗੁੰਗੁਣਾਉਂਦਾ ਉਹ ਗਾਣਾ ਕੀ ਹੈਗਾ ਸੀ ਮੈਨੂੰ ਯਾਦ ਨਹੀਂ ਆ ਰਿਹਾ। ਜੀ ਤੇ ਜਿਸ ਵੇਲੇ ਉਹ ਟਰੈਕ ਚੱਲਣਾ ਸ਼ੁਰੂ ਹੋਇਆ ਤੇ ਰੀਮਾ ਨੇ ਚੱਲਣਾ ਸ਼ੁਰੂ ਹੋਇਆ ਤੇ ਰੀਮਾ ਨੂੰ ਫੋਲੋ ਕਰਦੇ ਹੋਏ ਤੇ ਨਾਲ ਨਾਲ ਉਹ ਨਜ਼ਰ ਆ ਰਿਹਾ ਬਾਬਰ ਅਲੀ ਸਾਹਿਬ ਦੀ ਫਰੇਮ 'ਚ। ਹਾਂ ਤੇ ਉਹ ਜਿਸ ਵੇਲੇ ਚੱਲੀ ਨਾ ਫੈਰੀ ਚੱਲੀ ਹੈ ਨਾ ਤਾਂ ਜੀ। ਇੱਕ ਹਵਾ ਦਾ ਝੋਂਕਾ ਹੈ ਓ ਹੋ ਤੇ ਤੁਸੀਂ ਅੰਦਾਜ਼ਾ ਕਰੋ ਕਿ ਸਾਡੇ ਜਿਹੜੀਆਂ ਮੇਨ ਤਾਰਾਂ ਨੇ ਮੈਂ ਕਿਹਾ 4000 ਵੋਲਟ ਹੁੰਦੀਆਂ ਨੇ, ਜੀ, ਬਿਲਕੁਲ ਹੈ ਨਾ। ਉੱਥੋਂ ਦੀ ਤਾਰ ਮੈਂ ਕਿਹਾ 15000 ਜਾਂ 20000 ਵੋਲਟ ਨਹੀਂ ਸਾਨੂੰ ਲੱਖਾਂ 'ਚ ਹੁੰਦੀ ਜੇ, ਉਹ ਮੇਨ ਤਾਰਾਂ ਹੁੰਦੀਆਂ ਮੇਨ ਖੰਭੇ ਦੀਆਂ ਵੱਡੀਆਂ। ਹਾਂ ਐਡੀ ਮੋਟੀ ਜੀ ਤਾਰ ਬਿਲਕੁਲ, ਉਹ ਲੱਖਾਂ ਦੀ ਤਾਦਾਦ 'ਚ। ਉਹ ਜਿਹੜੀ ਹਵਾ ਦਾ ਝੋਂਕਾ ਆ ਉਹ ਬਾਬਰ ਨੂੰ ਮੇਨ ਦੇ ਉੱਤੇ ਤਾਰਾਂ ਉੱਤੇ ਲੈ ਗਿਆ। ਓਏ ਜਿਸ ਉਹ ਝੋਂਕਾ ਲੈ ਕੇ ਗਿਆ ਤਾਂ ਸਾਡੇ ਸਭ ਦੇ ਤੋਤੇ ਉੜ ਗਏ ਨੇ, ਕਿਸੇ ਦੇ ਕਿੱਥੋਂ ਕੈਮਰਾ ਜਾ ਪਿਆ, ਕੋਈ ਕੁਛ ਹੋ ਗਿਆ, ਟੀਮਾਂ ਦੀਆਂ ਚੀਖਾਂ ਨਿਕਲ ਗਈਆਂ, ਸਾਡੇ ਬੁਰੇ ਹਾਲ ਹੋ ਤੇ ਉਹ ਜਾ ਐਕਸਕਿਊਜ਼ ਮੀ ਉਹ ਤਾਰਾਂ ਦੇ ਉੱਤੇ ਜਾ ਕੇ ਡਿੱਗਿਆ ਓਏ ਹੋਏ ਹੋਏ ਬਾਬਰ ਅਲੀ ਸਾਹਿਬ ਤਾਰਾਂ ਦੇ ਉੱਪਰ। ਤਾਰਾਂ ਦੇ ਉੱਤੇ ਮੇਨ ਤਾਰਾਂ ਦੇ ਉੱਤੇ। ਮੇਰੇ ਤਾਰਾਂ ਦੇ ਉੱਤੇ, ਲੇਕਿਨ ਉਹ ਅਗਰ ਫੈਰੀ ਦੀ ਤਾਕਤ ਨਾ ਉਹਨੂੰ ਖਿੱਚ ਕੇ ਜਾਂਦੀ ਤਾਂ ਉੱਥੇ ਸਭ ਕੇ ਸੌ ਜਾਂਦਾ। ਇਹਦਾ ਮਤਲਬ ਕਿ ਹਵਾ ਦੇ ਦੂਸਰੇ ਡਿੱਗਿਆ ਤਾਂ ਉਹਦਾ ਪੂਰਾ ਬਾਜ਼ੂ ਜਿਹੜਾ ਓਏ ਨਾ ਹੋਏ। ਜਿਲਸ ਗਿਆ ਸਾਰਾ। ਓਏ ਹੋਏ ਹੋਏ ਐਡਾ ਵੱਡਾ ਹਾਦਸਾ ਸੀ। ਤੁਸੀਂ ਇਹ ਅੱਲਾਹ ਫਿਲਮ ਦੇਖੋ ਨਾ ਅੱਲਾਹ ਤੇ ਆਪਣੀ ਪਨਾਹ ਚ ਰੱਖੇ। ਤੁਹਾਨੂੰ ਸ਼ਾਰਟ ਤੁਹਾਡੇ ਦੇਣ ਚ ਆ ਜਾਏਗਾ ਯਾਰ ਇੱਥੇ ਬਾਬਰ ਨੇ ਡਿੱਗਾ ਹੋਣਾ। ਅੱਲਾਹ ਪਾਕ ਬਾਬਰ ਅਲੀ ਸਾਹਿਬ ਨੂੰ, ਬਾਕੀ ਸਾਡੇ ਜਿੰਨੇ ਲੋਕ ਨੇ, ਪੂਰੀ ਦੁਨੀਆ ਨੂੰ, ਪੂਰੇ ਪਾਕਿਸਤਾਨ ਨੂੰ ਆਪਣੀ ਪਨਾਹ 'ਚ ਰੱਖੇ। ਔਰ ਇਹ ਬੜਾ ਮੁਸ਼ਕਿਲ ਸ਼ੋਭਾ ਹੈ ਔਰ ਬੜਾ ਮੁਸ਼ਕਿਲ ਕੰਮ ਹੈ। ਦੇਖੋ ਫਿਲਮ ਦੇਖਣ ਵਾਲੀ ਜਿਹੜੀ ਨਾਜ਼ਰੀਨ ਹੈ ਨਾ, ਉਹ ਅਕਸਰ ਕਹਿ ਦਿੰਦੇ ਯਾਰ ਫਿਲਮ ਡੱਬਾ ਹੈ, ਫਿਲਮ ਇੰਜ ਹੈ, ਫਿਲਮ ਇੰਜ ਹੈ, ਜਦੋਂ ਸੈਲਫ ਬਾਹਰ ਨਿਕਲਦੇ ਨੇ। ਤੇ ਮੈਂ ਕਹਿੰਦਾ ਕਿ ਐਕਟਰ ਦੀ, ਡਾਇਰੈਕਟਰ ਦੀ, ਰਾਈਟਰ ਦੀ ਤੇ ਬੜੀ ਹਿੰਮਤ ਹੈ ਕਿ ਡਾਇਰੈਕਟਰ ਨੇ ਹੈਂਡਲ ਕਰਨਾ ਹੁੰਦਾ ਸਾਰਿਆਂ ਨੂੰ। ਪੂਰਾ ਟੀਮ ਵਰਕ ਹੁੰਦਾ ਹੈ ਜੀ ਬਿਲਕੁਲ। ਔਰ ਬੜੀ ਗੱਲ ਹੈ ਇੱਕ ਫਿਲਮ ਵਾਸਤੇ ਕਈ ਫਨਕਾਰ ਜ਼ਖਮੀ ਹੋਏ ਨੇ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਾਬਰ ਅਲੀ ਸਾਹਿਬ ਦੀ ਪੂਰੀ ਬਾਂਹ ਹੀ ਚਲ ਗਈ। ਮੈਂ ਕਹਿੰਦਾ ਤੁਸੀਂ ਪੁੱਛਣ ਲੱਗੇ ਉਹਦੀ ਹਿੰਮਤ ਹੈ ਵਿਚਾਰੇ ਦੀ। ਤੇ ਉਹ ਦੂਸਰੇ ਹਵਾ ਦੇ ਚੌਂਕੇ ਨੇ ਉਹਨੂੰ ਪਰਲੀ ਸਾਈਡ ਤੇ ਲੈ ਗਏ। ਮੈਂ ਐਸਾ ਲੈ ਕੇ ਗਿਆ, ਮੈਂ ਕਹਿੰਦਾ ਚੀਖਾਂ ਨਿਕਲ ਗਈਆਂ ਸਭ। ਨਹੀਂ ਜੀ, ਬਾਬਰ ਸਾਹਿਬ ਅਲੀ ਤੇ ਮੇਰੇ ਤੇ ਬੜੇ ਫੇਵਰਿਟ ਫਨਕਾਰ ਨੇ ਜੀ। ਉਹ ਮੈਂ ਉਹਨਾਂ ਦਾ fan ਹਾਂ। ਆਰਟਿਸਟ ਬਹੁਤ ਅੱਛਾ ਔਰ ਮੈਂ ਵਾਕਈ ਉਹਨਾਂ ਦਾ ਫੈਨ ਆ ਔਰ ਮੇਰੇ ਬੜੇ ਫੇਵਰਿਟ ਨੇ। ਅੱਲਾਹ ਪਾਕ ਉਹਨਾਂ ਨੂੰ ਆਪਣੀ ਪਨਾਹ 'ਚ ਰੱਖੇ, ਮੇਰੀਆਂ ਢੇਰਾਂ ਦੁਆਵਾਂ ਉਹਨਾਂ ਦੇ ਨਾਲ ਹੈ। ਅੱਜ ਕੱਲ੍ਹ ਤਾਂ ਉਹਨਾਂ ਨੇ ਖਤ ਛਤ ਰੱਖਿਆ, ਬੜੀ ਦਾੜੀ ਮੁਬਾਰਕ ਰੱਖੀ ਹੈ ਔਰ ਬੜੇ ਕਿਊਟ ਔਰ ਬੜੇ ਸੋਹਣੇ ਲੱਗਦੇ ਨੇ, ਅੱਗੇ ਨਾਲੋਂ ਵੀ ਜ਼ਿਆਦਾ ਪਿਆਰੇ ਲੱਗਦੇ ਨੇ। ਔਰ ਮੈਂ ਕਹਿੰਦਾ ਕਿ ਬਾਬਰ ਅਲੀ ਸਾਹਿਬ ਉਹ ਫਨਕਾਰ ਨੇ ਕਿ ਘੱਟ ਉਹਨਾਂ ਵਰਗੇ ਫਨਕਾਰ ਹੈਗੇ ਨੇ। ਮੈਂ ਕਹਿੰਦਾ ਮੇਰਾ ਪਸੰਦੀਦਾ ਐਕਟਰ ਹੀ ਉਹੀ ਹੈ ਬਾਬਰ ਅਲੀ ਸਾਹਿਬ ਬਹੁਤ, ਇਹਦੇ 'ਚ ਕੋਈ ਸ਼ੱਕ ਨਹੀਂ ਜੀ। ਬਾਬਰ ਅਲੀ ਸਾਹਿਬ ਅਗਰ ਸਾਡਾ ਪ੍ਰੋਗਰਾਮ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਤੇ ਇਹ ਕਲੈਬ ਬਾਬਰ ਅਲੀ ਸਾਹਿਬ ਦੀ ਕਿ ਬਾਬਰ ਅਲੀ ਸਾਹਿਬ ਬਾਕੀ ਐਡੇ ਵੱਡੇ, ਮੈਂ ਬਾਕੀ ਉਹਦਾ ਫੈਨ ਹਾਂ ਬਾਬਰ ਅਲੀ। ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਖੁਦ ਬੜਾ ਉਹਨਾਂ ਦਾ ਫੈਨ ਹਾਂ ਜੀ। ਮੈਂ ਉਹਨਾਂ ਦੀਆਂ ਫਿਲਮਾਂ ਅਕਸਰ ਅੱਜ ਵੀ ਟਾਈਮ ਮਿਲੇ ਤੇ ਬਾਬਰ ਅਲੀ ਸਾਹਿਬ ਦੀ ਫਿਲਮ ਕੋਈ ਲੱਗੀ ਹੋਵੇ ਜਾਂ ਕੋਈ ਫਿਲਮ ਮੰਗਵਾਈਏ ਜਾਂ ਕੋਈ ਫਿਲਮ ਡਾਊਨਲੋਡ ਕਰੀਏ ਤੇ ਬਾਬਰ ਅਲੀ ਸਾਹਿਬ ਦੀ ਫਿਲਮ ਮੈਂ ਉਹਨਾਂ ਨੂੰ ਐਜ਼ ਏ ਵਿਲਨ ਬਹੁਤ ਪਸੰਦ ਕੀਤਾ ਕਿ ਐਜ਼ ਏ ਵਿਲਨ ਉਹ ਬਹੁਤ ਅੱਛਾ ਆਏ ਨੇ ਕਿ ਉਹਨਾਂ ਨੇ ਦੱਸਿਆ ਕਿ ਵਿਲਨ ਕੀ ਹੁੰਦਾ ਹੈ। ਐਜ਼ ਏ ਹੀਰੋ ਤੇ ਉਹ ਦੁਨੀਆ ਮੰਨਦੀ ਹੈ ਉਹਨਾਂ ਨੂੰ, ਲੇਕਿਨ ਐਜ਼ ਏ ਵਿਲਨ ਜਿਹੜਾ ਆਏ ਨੇ ਨਾ, ਕਿਆ ਬਾਤ ਹੈ, ਆਊਟ ਕਲਾਸ। ਵਿਲਨ ਤੋਂ ਮੈਂ ਤੁਹਾਨੂੰ ਸੁਣਾਉਣਾ ਇੱਕ ਗੱਲ ਸੁਣਾਉਣਾ ਜੀ। ਵਿਲਨ ਤੋਂ ਯਾਦ ਆਈ ਤੇ ਬਾਬਰ ਅਲੀ ਡਾਊਨਫਾਲ ਆ ਗਿਆ ਸੀ। ਬਾਬਰ ਅਲੀ ਅੱਛਾ ਜੀ, ਹਿੱਟ ਹੋਣ ਤੋਂ ਬਾਅਦ ਡਾਊਨਫਾਲ ਆ ਗਿਆ। ਅੱਛਾ ਸ਼ਾਹ ਜੀ, ਇਹਦੀ ਕੀ ਵਜ੍ਹਾ ਹੈ ਕਿ ਡਾਊਨਫਾਲ ਇੱਕ ਬੰਦਾ ਬਿਲਕੁਲ ਸੁਪਰਸਟਾਰ ਵਜ੍ਹਾ ਠਾਹ ਹੋ ਸੁਪਰਸਟਾਰ ਦੀ ਆਪਣੀਆਂ ਗਲਤੀਆਂ ਹੁੰਦੀਆਂ, ਬਿਹੇਵੀਅਰ ਇਹ ਉਹ ਇਤਨਾ ਪਟਿਆ ਜ਼ਿਆਦਾ ਐਟੀਟਿਊਡ, ਹਾਂ ਆਪਣੀਆਂ ਕਮਜ਼ੋਰੀਆਂ ਹੁੰਦੀਆਂ ਜੀ। ਇੱਕ ਡਾਊਨਫਾਲ ਆ ਗਿਆ ਬਾਬਰ ਅਲੀ। ਨੂਰ ਸਾਹਿਬ ਨੇ ਇੱਕ ਫਿਲਮ ਬਣਾਉਣੀ ਸ਼ੁਰੂ ਕੀਤੀ ਮਹਿੰਦੀ ਵਾਲੇ ਹੱਥ। ਜੀ ਬਿਲਕੁਲ, ਮਹਿੰਦੀ ਵਾਲੇ ਹੱਥ ਬੜੀ ਵੱਡੀ ਫਿਲਮ ਹੋਈ ਹੈ। ਉਹ ਚ ਬਾਬਰ ਅਲੀ ਦਾ ਕਰੈਕਟਰ ਵਿਲਨ ਦਾ ਸੀ। ਜੀ ਬਿਲਕੁਲ। ਲੇਕਿਨ ਐਸਾ ਕਰੈਕਟਰ ਮੈਂ ਘੱਟ ਹੀ ਫਿਲਮਾਂ 'ਚ ਉਹਨਾਂ ਨੇ ਕੀਤਾ ਹੋਣਾ ਤੇ ਮੈਨੂੰ ਸਿੱਧਾ ਯਾਦ ਹੈ ਬਾਬਰ ਅਲੀ ਔਰ ਮੈਂ ਬਾਕਸੀ ਫਿਲਮ ਦੇਖ ਰਿਹਾ ਤੇ ਕਲੈਬ ਹੋ ਰਹੀ ਬਾਬਰ ਅਲੀ। ਵਾਹ। ਤੇ ਬਾਬਰ ਅਲੀ ਨੇ ਮੈਨੂੰ ਗਲੇ ਲੈ ਕੇ ਲਾ ਕੇ ਨਾ ਕਹਿੰਦਾ ਯਾਰ ਕਾਸਮ, ਮੈਂ ਕਿਹਾ ਕਹਿੰਦਾ ਨੂਰ ਸਾਹਿਬ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਯਾਰ। ਅਰੇ ਵਾਹ 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 ਵਾਹ, ਯਕੀਨ ਕਰੋ ਉਹ ਤੇ ਲਫ਼ਜ਼ ਨੇ ਦੋਵੇਂ ਬੈਠੇ ਆ ਬਾਕਸ ਦੇ ਵਿੱਚ ਬਹੁਤ ਅੱਛਾ ਫਿਲਮ ਦੇਖਣੇ ਪਏ ਤੇ ਜਿਸ ਵੇਲੇ ਬਾਬਰ ਅਲੀ ਫਿਕਰੇ ਬੋਲਦਾ ਤੁਹਾਨੂੰ ਕਲੈਪ ਹੋ ਰਹੀ ਹੈ ਤੇ ਕਹਿੰਦਾ ਮੈਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਨੂਰ ਸਾਹਿਬ। ਵਾਹ ਕੀ ਬਾਤ ਹੈ। ਨਹੀਂ ਜੀ, ਫਨਕਾਰ ਲਈ ਫਿਕਰੇ ਬੜੀ ਅਹਿਮੀਅਤ ਰੱਖਦੇ ਨੇ ਔਰ ਮੇਰਾ ਖਿਆਲ ਹੈ ਕਿ ਜਿਹੜਾ ਡਾਇਰੈਕਟਰ ਕੋਈ ਵੀ ਈਵਨ ਕਿ ਤੁਸੀਂ ਹੋ, ਅਗਰ ਤੁਸੀਂ ਫਨਕਾਰ ਨੂੰ ਡਾਇਰੈਕਟਰ ਜਿਹੜਾ ਨਾ, ਡਾਇਰੈਕਟਰ ਮੇਰੇ ਕਰੀਬ ਜਿਹੜੀ ਗੱਲ ਹੈ ਸ਼ਾਹ ਜੀ, ਡਾਇਰੈਕਟਰ ਫਨਕਾਰ ਨੂੰ ਜ਼ਿੰਦਾ ਰੱਖਦਾ ਹੈ। ਬੇਸ਼ੱਕ, ਕਿਉਂਕਿ ਡਾਇਰੈਕਟਰ ਨੇ ਹੀ ਉਹਨੂੰ ਲਿਆਉਣਾ ਹੈ ਕਿ ਵੀ ਤੂੰ ਅਪ ਆਉਣਾ ਜਾਂ ਡਾਊਨ ਆਉਣਾ ਹੈ। ਕਿਉਂਕਿ ਡਾਇਰੈਕਟਰ ਦਾ ਦੱਸਿਆ ਹੋਇਆ ਸਿਲੈਕਸ਼ਨ ਬਾਈ ਡਾਇਰੈਕਸ਼ਨ, ਬਿਲਕੁਲ ਸਿਲੈਕਸ਼ਨ ਜਦੋਂ ਡਾਇਰੈਕਟਰ ਕਰਦਾ ਨਾ ਉਹਦੇ 'ਚ ਹੀ ਸਾਰਾ ਕੁਝ ਹੁੰਦਾ ਐਕਚੁਅਲੀ ਡਾਇਰੈਕਟਰ ਦੇ ਜਿਸੇ ਸ਼ਾਰਟ ਉਹਨੂੰ ਕਨਸੀਵ ਕਰ ਰਿਹਾ ਹੁੰਦਾ ਨਾ ਡਾਇਰੈਕਟਰ ਜੀ ਬਿਲਕੁਲ, ਉਹਦੇ ਦਿਮਾਗ ਦੇ ਵਿੱਚ ਉਹਦੀ ਅੱਖਾਂ ਅੱਗੇ ਉਹ ਸਭ ਕੁਝ ਚੱਲ ਰਿਹਾ ਹੁੰਦਾ ਬਿਲਕੁਲ ਐਸੇ ਹੀ, ਬਿਲਕੁਲ ਐਸੇ ਹੀ। ਜੋ ਤੱਕ ਉਹ ਕਨਸੀਵ ਨਹੀਂ ਕਰੇਗਾ ਉਹਦੀ ਅੱਖਾਂ ਅੱਗੇ ਉਹ ਸਕਰੀਨ ਨਹੀਂ ਚੱਲੇਗੀ, ਉਹ ਅੱਛਾ ਪਿਕਚਰਾਈਜ਼ ਨਹੀਂ ਕਰ ਸਕਦਾ। ਅਰੇ ਵਾਹ ਵਾਹ ਵਾਹ, ਬਹੁਤ ਅੱਛੇ ਸ਼ਾਹ ਜੀ, ਬਹੁਤ ਅੱਛੇ, ਬਹੁਤ ਅੱਛੇ, ਬਹੁਤ ਅੱਛੇ। ਤੇ ਉਹ ਜਿਸੇ ਸੀਨ ਪੜਦਾ ਤੇ ਉਹ
ਕ੍ਰੀਏਟ ਕਰ ਲੈਂਦਾ ਸੀਨ ਨੂੰ ਕਿ ਯਾਰ ਮੈਂ ਇੰਜ ਕਰਨਾ ਇੰਜ, ਪੂਰਾ ਸਕਰੀਨ ਚੱਲਣੀ ਸ਼ੁਰੂ ਹੋ ਜਾਂਦੀ ਉਹਦੇ ਸਾਹਮਣੇ। ਅੱਛਾ ਸ਼ਾਹ ਜੀ, ਮੈਂ ਇੱਕ ਹੋਰ ਵੀ ਗੱਲ ਸੁਣੀ ਸੀ ਕਿ ਇਹ ਜਦੋਂ ਫਿਲਮ ਆਈ ਮਹਿੰਦੀ ਵਾਲੇ ਹੱਥ, ਇਸ ਫਿਲਮ 'ਚ ਕਾਫੀ ਲੰਬੀ ਚੌੜੀ ਕਾਸਟ ਹੈ ਮਾਸ਼ਾਅੱਲਾ, ਇੱਕ ਬੜਾ ਵੱਡਾ ਕਰੂ ਸੀ ਇਹਦਾ, ਔਰ ਇੱਕ ਗਾਣਾ ਪਲਕਾਂ ਦਾ ਚਿਮਟਾ ਵਜਾ ਕੇ ਮੇਰੇ ਖਿਆਲ ਉਸੇ ਫਿਲਮ ਦਾ ਹੀ ਹੈ। ਹਾਂਜੀ, ਉਹ ਨਿਰਮਾਤਾ ਬਾਬਰ ਅਲੀ ਸਾਹਿਬ। ਹਾਂਜੀ ਅੱਛਾ, ਉਹਦੇ 'ਚ ਮੈਂ ਇੱਕ ਚੀਜ਼ ਦੇਖੀ ਹੈ ਜਿਹੜੀ ਮੈਂ ਅੱਜ ਡਿਸਕਸ ਕਰਾਂਗਾ। ਮੈਡਮ ਨਿਰਮਲਾ ਮੇਰੇ ਖਿਆਲ ਹੈ ਸਨ, ਨਹੀਂ ਨਿਰਮਾ ਦੇ ਉੱਤੇ, ਨਿਰਮਾ ਦੇ ਉੱਤੇ ਬਿਲਕੁਲ ਮੈਡਮ ਨਿਰਮਾ ਨੇ, ਔਰ ਮੈਂ ਕਹਿੰਦਾ ਕਿ ਉਹਨਾਂ ਨੇ ਘੱਟੇ ਨੂੰ ਘੱਟਾ ਨਹੀਂ ਸਮਝਿਆ ਮੈਡਮ। ਹਾਂਜੀ, ਯਕੀਨ ਕਰੋ ਕਿ ਮੈਂ ਅੱਜ ਵੀ ਉਹ ਅਗਰ ਸ਼ਾਟ ਦੇਖਣਾ ਨਾ ਗਾਣੇ ਦਾ, ਉਹ ਜਿਸ ਤਰ੍ਹਾਂ ਪਿਕਚਰਾਈਜ਼ ਹੋਇਆ ਸਰ ਕੀ ਮਿੱਟੀ ਘਟਾ ਉਡਾਇਆ, ਉਹਨਾਂ ਨੇ ਬਿਲਕੁਲ ਪਰਵਾਹ ਨਹੀਂ ਕੀਤੀ ਆਪਣੀ ਬਿਊਟੀ ਦੀ, ਆਪਣੇ ਕੱਪੜੇ ਦੀ ਜਾਂ ਕਿਸੇ ਵੀ ਚੀਜ਼ ਦੀ। ਗੱਲ ਫਿਰ ਉਹੀ ਆ ਗਈ ਕਿ ਉਹਦਾ ਡਾਇਰੈਕਟਰ ਦਾ ਹੱਥ ਹੁੰਦਾ। ਅਰੇ ਵਾਹ ਵਾਹ, ਇਹ ਡਾਇਰੈਕਟਰ ਦਾ ਹੱਥ ਹੁੰਦਾ। ਡਾਇਰੈਕਟਰ ਨੂੰ ਜਿਹੜਾ ਚਾਹੀਦਾ ਹੈ ਉਹ ਉਹਨੂੰ ਸ਼ਾਟ ਦੇਣਾ ਪਏਗਾ। ਵਾਹ, ਬਿਲਕੁਲ ਐਸਾ ਹੀ। ਦੇਖੋ ਜੀ, ਉਹ ਐਕਟਰ ਤੇ ਡਾਇਰੈਕਟਰ ਦੀ ਪੁਤਲੀ ਹੈ ਨਾ, ਜਿਸ ਮਰਜ਼ੀ ਨੇ ਚਾਲ ਲਵੇ ਡਾਇਰੈਕਟਰ। ਜੀ ਬਿਲਕੁਲ ਐਸਾ ਹੀ, ਬਿਲਕੁਲ ਐਸਾ ਹੀ। ਉਹ ਡਾਇਰੈਕਟਰ ਦਾ ਕਮਾਲ ਹੁੰਦਾ ਹੈ। ਇਹਦੇ 'ਚ ਕੋਈ ਸ਼ੱਕ ਅਗਰ ਡਾਇਰੈਕਟਰ ਨੇ ਕਿਹਾ ਕਿ ਮੈਨੂੰ ਸ਼ਾਟ ਚਾਹੀਦਾ ਤਾਂ ਉਹਨੂੰ ਦੇਣਾ ਪੈਣਾ। ਨਹੀਂ ਜੀ, ਉਹਦੇ 'ਚ ਮਾਸ਼ਾਅੱਲਾ ਬਾਬਰ ਅਲੀ ਸਾਹਿਬ ਵੀ ਬੜੇ ਖੂਬਸੂਰਤ, ਔਰ ਜੋੜੀ ਬਹੁਤ ਸੋਹਣੀ ਲੱਗੀ। ਯਕੀਨ ਕਰੋ ਕਿ ਅੱਜ ਵੀ ਅਗਰ ਲੋਕ ਦੇਖਦੇ ਤੇ ਬੜਾ ਮਜ਼ਾ ਲੈਂਦੇ ਨੇ, ਔਰ ਉਹਦੇ 'ਚ ਕੋਈ ਐਸਾ ਲੂਜ਼ ਕਪੜਾ ਨਹੀਂ ਸੀ, ਕੋਈ ਐਸਾ ਫਿਕਰਾ ਨਹੀਂ ਸੀ। ਨੂਰ ਸਾਹਿਬ ਦੀ ਕਿਸੇ ਫਿਲਮ ਦੇ ਵਿੱਚ ਕੀ ਬਾਤ ਹੈ, ਫਾਸ਼ੀ ਵਾਲਾ ਕੋਈ ਲਿਬਾਸ ਨਹੀਂ ਹੋਏਗਾ। ਨਹੀਂ ਜੀ, ਨੂਰ ਸਾਹਿਬ ਦਾ ਬੜੇ ਬੜੇ ਵੱਡੇ ਕੰਮ ਦੇਖਿਆ ਹੋਇਆ ਖੇਤਾਂ 'ਚ ਐਡਾ ਕੋਈ ਡਾਂਸ ਵੀ ਨਹੀਂ ਹੋਏਗਾ ਉਹਦੀ ਫਿਲਮਾਂ ਦੇ ਵਿੱਚ। ਜੀ ਬਿਲਕੁਲ ਐਸਾ, ਮੂਵਮੈਂਟਾਂ ਜ਼ਰੂਰ ਹੁੰਦੀਆਂ ਜੀ, ਮੂਵ ਹੁੰਦੀ ਹੈ ਬਿਲਕੁਲ, ਮੂਵਮੈਂਟਾਂ ਹੁੰਦੀਆਂ, ਉਹ ਵੀ ਫਿਕਰੇ ਦੇ ਮੁਤਾਬਕ ਹਲਕਾ ਮੁਲਕਾ ਹੋਏਗਾ, ਲੇਕਿਨ ਉਹ ਜੋ ਨੱਚ ਜੇ ਤਾਂ ਉਹ ਬਿਲਕੁਲ ਉਹਦੀ ਫਿਲਮ 'ਚ ਨਹੀਂ ਹੋਏਗਾ। ਬੜਾ ਔਖਾ ਪੈਂਡਾ ਤੇ ਬੜਾ ਔਖਾ ਰਸਤਾ ਹੈ ਇਹ ਸਟਰਗਲ ਦਾ, ਇਹ ਜੋ ਦੇ ਪੂਰਾ। ਅੱਛਾ ਸ਼ਾਹ ਜੀ, ਮੈਂ ਇੱਕ ਚੀਜ਼ ਹੋਰ ਪੁੱਛਣੀ ਚਾਹੁੰਦਾ ਸਾਂ ਕਿ ਫਿਲਮ ਦੀ ਸਟਰਗਲ ਤੇ ਤੁਸੀਂ ਪ੍ਰੋਪਰ ਕੀਤੀ, ਬੜੀ ਮਿਹਨਤ ਕੀਤੀ, ਇਹ ਟੀਵੀ ਵਾਲੇ ਪਾਸੇ ਕਿਸ ਤਰ੍ਹਾਂ ਰੁਝਾਨ ਹੋਇਆ? ਉਹ ਚੰਦ ਸਾਹਿਬ, ਇਹ ਵੀ ਇੱਕ ਹਾਦਸਾ ਹੈ। ਅੱਛਾ ਜੀ, ਯਾਨੀ ਕਿ ਟੀਵੀ ਦਾ ਵੀ ਹਾਦਸਾ ਹੀ ਹੋਇਆ? ਮੈਨੂੰ ਹਾਦਸੇ ਹੀ ਹੁੰਦੇ ਆ, ਬੜੇ ਬੜੇ ਹਾਦਸੇ ਹੋਏ। ਸਾਨੂੰ ਇਹ ਜ਼ਰੂਰ ਦੱਸੋ ਇਹ ਹਾਦਸਾ। ਜਦੋਂ ਮੈਂ ਨੂਰ ਸਾਹਿਬ ਨੂੰ ਅਸਿਸਟ ਕਰ ਰਿਹਾ ਸੀ ਤਾਂ ਮੈਂ 5ਵਾਂ 6ਵਾਂ ਅਸਿਸਟੈਂਟ ਸਾਂ, ਯਾਨੀ ਕਿ ਆਖਰੀ ਅਸਿਸਟੈਂਟ। ਮੇਰੇ ਉੱਤੇ ਬੜੇ ਅਸਿਸਟੈਂਟ ਸਨ। ਬੜੀ ਗੱਲ ਹੈ ਜੀ, ਮੈਂ ਕਹਿੰਦਾ ਕਿ ਹਾਂ, ਨੂਰ ਸਾਹਿਬ ਨੇ ਤੁਹਾਡੀ ਇਸ ਗੱਲੋਂ ਹੈਲਪ ਨਹੀਂ ਕੀਤੀ, ਨਾ ਸਟਰਗਲ ਹੀ ਹੈ। ਉਹ ਦੌਰਾਨ ਭਾਬੀ ਜੀ ਨਾ ਟੀਵੀ ਪ੍ਰੋਗਰਾਮ ਵਗੈਰਾ, ਟੀਵੀ ਵੱਲ ਉਹਨਾਂ ਦਾ ਰੁਝਾਨ ਸੀ, ਟੀਵੀ ਪ੍ਰੋਡਕਸ਼ਨ ਵਗੈਰਾ, ਆਪਣਾ ਪ੍ਰੋਡਕਸ਼ਨ ਹਾਊਸ ਸੀ ਤੇ ਉਹ ਕਰਦੇ ਸਨ ਟੀਵੀ ਦਾ, ਤਾਂ ਫਿਲਮ ਬੇਸ ਪ੍ਰੋਗਰਾਮ ਕਰਦੇ ਸਨ ਜੀ। ਫਿਲਮ ਬੇਸ ਪ੍ਰੋਗਰਾਮ ਮਤਲਬ ਕਿ ਲਿੰਕਿੰਗ ਕਰਵਾ ਲੈਤੀ ਹੈ ਤੇ ਫਿਲਮਾਂ ਦੇ ਸ਼ੋਅ ਸ਼ੂਟ ਚਲਾਤੇ थे जी बिल्कुल, ਉਹ ਕਰ ਰਹੇ ਸਨ। ਤੇ ਮੈਂ ਉਹਨਾਂ ਨਾਲ ਕਾਫੀ ਪ੍ਰੋਗਰਾਮ ਕੀਤੇ, ਕਾਫੀ ਜ਼ਿਆਦਾ ਪ੍ਰੋਗਰਾਮ ਕੀਤੇ, ਲੇਕਿਨ ਮੈਂ ਹੈਪੀ ਨਹੀਂ ਸੀ। ਹੈਪੀ ਸੀ ਕਿ ਮੇਰੇ ਅੰਦਰ ਕੀੜਾ ਵੜ ਗਿਆ ਸੀ ਡਾਇਰੈਕਸ਼ਨ ਦਾ, ਯਾਨੀ ਕਿ ਤੁਹਾਨੂੰ ਹੁਣ ਡਾਇਰੈਕਸ਼ਨ ਚੜ ਗਈ। ਹਾਂ, ਹੁਣ ਡਾਇਰੈਕਸ਼ਨ ਚੜ ਗਈ ਕਿ ਯਾਰ ਮੈਂ ਡਾਇਰੈਕਸ਼ਨ ਖੁਦ ਕਰਾਂ, ਸਾਰਾ ਕਰੂ ਲੈ ਕੇ। ਉਹ ਮੈਂ ਬੈਠਾ ਬੈਠਾ ਕੁਛ ਨਾ ਕੋਈ ਕਨਸੀਵ ਕਰਦਾ ਰਹਿਣਾ ਹੁੰਦਾ ਸੀ। ਵਾਹ, ਬੜੀ ਗੱਲ ਹੈ, ਕੁਛ ਨਾ ਕੁਛ ਕਨਸੀਵ ਕਰਦੇ ਹੀ ਰਹਿਣਾ ਹੁੰਦਾ। ਵਾਹ। ਉਹ ਇੱਕ ਮੈਂ ਨਾ ਡਰਾਮਾ ਕਨਸੀਵ ਕੀਤਾ, ਔਰ ਕੀਤਾ ਵੀ ਮੁਸ਼ਕਿਲ ਤਰੀਨ ਕਿਸਮ ਦਾ। ਅੱਛਾ ਜੀ, ਉਹ ਕਿਹੜਾ ਹੈ ਜੀ? ਵੈਂਪਾਇਰ ਬੇਸ, ਡਰਾਕੁਲਾ। ਵਾਹ, ਡਰਾਕੁਲਾ ਯਾਨੀ ਕਿ ਹਾਰਰ ਡਰਾਕੁਲਾ, ਹਾਂ, ਸਬਜੈਕਟ ਵੱਡਾ ਹੈ। ਉਹ ਮੈਂ ਕਨਸੀਵ ਕੀਤਾ ਤੇ ਮੈਂ ਅੱਛੀ ਤਰ੍ਹਾਂ ਯਾਦ, ਮੈਂ ਨਵਾਜ਼ ਖਾਨ ਬੁਲਾਇਆ। ਮੈਂ ਨਵਾਜ਼ ਖਾਨ ਯਾਰ, ਮੈਂ ਤੇ ਕੋਈ ਰੋਲ ਕਰਾਉਣਾ ਚਾਹੁੰਦਾ। ਕਹਿੰਦਾ ਸ਼ਾਹ ਜੀ ਜੋ ਕਹੋਗੇ ਕਰ ਦਿਆਂਗੇ। ਮੈਂ ਕਹਿੰਦਾ ਨਹੀਂ ਯਾਰ, ਬਸ ਤੁਹਾਡੀ ਮਿਹਰਬਾਨੀ ਯਾਰ, ਸੁਣ ਲਾ ਥੋੜਾ ਜਿਹਾ। ਉਹ ਕਹਿੰਦਾ ਨਹੀਂ ਸ਼ਾਹ ਜੀ ਬਸ ਠੀਕ ਹੈ, ਜੋ ਤੁਸੀਂ ਸੋਚਿਆ। ਉਹਨੇ ਨਾਰਮਲ ਲਿੱਤਾ, ਹਾਲਾਂਕਿ ਨਵਾਜ਼ ਖਾਨ ਕੁਝ ਫਿਲਮਾਂ ਕਰ ਚੁੱਕਿਆ ਸੀ ਉਸ ਟਾਈਮ ਜੀ, ਐਜ਼ ਅ ਵਿਲਨ, ਪ੍ਰੋਪਰ ਵਿਲਨ ਨਹੀਂ ਸੀ ਜੀ, ਲੇਕਿਨ ਕੁਝ ਫਿਲਮਾਂ ਕਰ ਚੁੱਕਿਆ ਸੀ, ਯਾਨੀ ਕਿ ਕੰਮ ਕਰ ਰਹੇ ਸਨ। ਹਾਂ, ਕ੍ਰੇਜ਼ੀ ਉਹ ਵੀ ਸੀ ਫਿਲਮਾਂ ਦਾ। ਵਾਹ, ਕ੍ਰੇਜ਼ੀ ਉਹ ਵੀ ਸੀ। ਉਹਨੇ ਕਿਹਾ ਸ਼ਾਹ ਜੀ ਕੀ ਇੱਛਾ ਜੋ ਸੁਣਾਓ। ਜਿਸ ਮੈਂ ਰੋਜ਼ ਸੁਣਾ ਤਾਂ ਤੋਤੇ ਉੜ ਗਏ। ਮੈਂ ਕਿਹਾ ਤੇਰਾ ਵੰਪਾਇਰ ਦਾ ਰੋਲ ਹੈ ਤੇ ਪੂਰਾ ਐਕਸ਼ਨ ਨਾਲ ਸੁਣਾਇਆ। ਵਾਹ ਵਾਹ। ਉਹ ਕਹਿੰਦਾ ਵਾਹ ਜੀ ਵਾਹ ਸ਼ਾਹ ਜੀ, ਮੈਂ ਤਾਂ ਕਰਾਂਗਾ। ਉਹਨੇ ਇੰਟਰਸਟ ਲੈਣਾ ਸ਼ੁਰੂ ਕਰ ਦਿੱਤਾ। ਕੀ ਬਾਤ। ਤੇ ਉਹ ਮੁੱਛਾਂ ਵਾਲਾ ਪਹਿਲਾ ਵਾਰੀ ਡਰੈਕੁਲਾ। ਮੈਂ ਕਿਹਾ ਯਾਰ ਤੇਰੀ ਫਰੈਂਚ, ਕਹਿੰਦਾ ਸ਼ਾਹੀ ਫਰੈਂਚ ਰਹਿਣ ਦਿਓ, ਥੋੜੀ ਦਾੜੀ ਵਧਾ ਲੈਣਾ ਤੇ ਮੁੱਛ। ਮੈਂ ਕਿਹਾ ਪਹਿਲੇ ਮੈਂ ਕਿਹਾ ਉਹਨੂੰ ਕਿ ਮੁੱਛਾਂ ਛੁੱਛਾਂ ਬਣਾ ਦੇ। ਨਹੀਂ ਕਿ ਕਹਿੰਦਾ ਨਹੀਂ ਸ਼ਾਹੀ ਮੈਂ ਬਹੁਤ ਬੁਰਾ ਲੱਗਾਂਗਾ ਮੁੱਛਾਂ ਦਾ ਨਹੀਂ। ਮੁੱਛਾਂ ਦਾ ਹੈ ਨਾ, ਤੇ ਤੁਸੀਂ ਇੰਝ ਹੀ, ਮੈਂ ਕਿਹਾ ਚਲੋ ਇੰਝ ਹੀ ਕਰ ਲੈਣਾ। ਨਹੀਂ, ਸਾਡੇ ਬਹੁਤ ਸਾਰੇ ਆਰਟਿਸਟ ਨੇ ਜਿਨ੍ਹਾਂ ਨੇ ਮੁੱਛਾਂ ਰੱਖੀਆਂ ਨੇ ਔਰ ਮੁੱਛ ਨੇ ਕੰਮ ਕਰ ਰਹੇ। ਮੈਂ ਤੁਹਾਨੂੰ ਇੱਕ ਹਾਦਸਾ ਸੁਣਾਉਣਾ, ਐਸਾ ਤੁਸੀਂ ਤੁਹਾਡੇ ਵੀ ਤੋਤੇ ਹੋ ਗਏ। ਮੇਰਾ ਪਹਿਲੇ ਦਿਨ ਦਾ ਹੀ ਸ਼ੂਟ, ਪਹਿਲਾ ਦਿਨ ਐਜ਼ ਅ ਡਾਇਰੈਕਟਰ, ਤੇ ਅਸੀਂ ਸ਼ਬਾਬ ਸਟੂਡੀਓ ਚਲੇ ਗਏ ਜੀ। ਤੇ ਸ਼ਾਟ ਹੈਗਾ ਸੀ ਕਿ ਉਹਨੇ ਜ਼ਮੀਨ ਫਾੜ ਦਾ ਇੰਟਰੋਡਕਸ਼ਨ ਸੀ, ਪਹਿਲਾ ਇੰਟਰੋਡਕਸ਼ਨ ਉਹਨਾਂ ਨਵਾਜ਼ ਖਾਨ ਦਾ, ਕਿ ਡਰੈਕੁਲਾ ਜ਼ਮੀਨ ਫਾੜ ਕੇ ਨਿਕਲਿਆ ਬਾਹਰ। ਅਰੇ ਵਾਹ 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 ਵਾਹ, ਬਹੁਤ ਅੱਛਾ। ਕੁਝ ਹੈਗਾ ਸੀ, ਕੁਝ ਸੀਨ, ਛੋਟੇ ਮੋਟੇ ਸੀਨ ਹੈਗਾ ਸਨ। ਇੱਕ ਬਜ਼ੁਰਗ ਦਾ ਹੈਗਾ ਸੀ कि वो तूफान ये वो आता है तो कहता है या अल्लाह खैर लगता है कोई तूफान आने वाला है। तो तूफान किसी ड्रैकुला ज़मीन ड्रैकुला यानी कि फिर दोबारा बाहर आया बाहर। वाह। वो इसी गड़ा बड़ा बड़ा खोल के ना जी
ਤੇ ਉਹ ਤੇ ਪੋਲੀਥੀਨ ਛੱਤਾਂ ਪਾ ਪੂ ਕੇ ਤੇ ਇਹਨਾਂ ਦਾ ਗੈਪ ਬਸ ਛੱਡ ਦਿੱਤਾ, ਜਿਹਦੇ ਨਾਲ ਸਾਹ ਆਉਂਦਾ। ਜਿਹਦੇ ਨਾਲ ਸਾਹ ਆਉਂਦਾ ਰਿਹਾ। ਅੱਛਾ, ਯਾਨੀ ਕਿ ਜ਼ਮੀਨ 'ਚ ਉਹਨਾਂ ਨੂੰ ਤੁਸੀਂ ਦਫਨ ਕੀਤਾ ਪੂਰਾ? ਦਫਨ ਕੀਤਾ ਬਾਜੀ, ਤੁਹਾਨੂੰ ਦੱਸਿਆ ਤੇ ਹੈ, ਉੱਤੇ ਜ਼ਮੀਨ ਦੇ ਅਰੇ ਵਾਹ, ਵਾਹ, ਕਰਕੇ, ਵਾਹ। ਉੱਤੇ ਪੋਲੀਥੀਨ ਤੇ ਮਿੱਟੀ ਦੇ ਲੇਪ ਸ਼ੇਪ ਕਰਕੇ ਜ਼ਮੀਨ ਵਰਗਾ ਕਰਕੇ ਝਾੜੀਆਂ ਝੂੜੀਆਂ ਲਾ ਲੂ ਕੇ ਤੇ ਇਸ ਨੂੰ ਯਾਨੀ ਕਿ ਬਣਾ ਦਿੱਤਾ ਕਿ ਬਣਾਤਾ ਸੱਚੀ ਮੁੱਚੀ ਜ਼ਮੀਨ 'ਚੋਂ ਹੀ। ਲੋ ਜੀ ਇਧਰੋਂ ਆਵਾਜ਼ ਆਈ, हाँ जी शाह जी, मैं क्या लाइट कड़क कड़क लाइट पूरी बिजली शिजली ये वो बिजली कड़कनी शुरू हुई तूफान जी ठीक है। तो मैं ये कह रहा सी कैमरा ਤੇ ਐਕਸ਼ਨ ਦੀ ਆਵਾਜ਼ ਆਣੀ ਸੀ ਤੇ ਲਾਈਟ ਚਲੀ। ਓਹੋ, ਯਾਨੀ ਕਿ ਜੈਨੂਇਨ ਹੀ ਲਾਈਟ ਚਲੀ ਗਈ। ਜੈਨੂਇਨ ਲਾਈਟ ਚਲੀ ਗਈ। ਓਹੋ, ਉਹਨੇ ਨਵਾਜ਼ ਖਾਨ ਜ਼ਮੀਨ ਦੇ ਅੰਦਰ ਕਬਰ ਦੇ ਵਿੱਚ ਇसी ਬਾਹਰ ਬੈਠੇ ਆ ਤਾਂ ਉਹ ਕਹਿ ਰਿਹਾ ਭਾਜੀ ਮੈਨੂੰ ਬੜਾ ਡਰ ਲੱਗ ਰਿਹਾ ਹੈ, ਮੈਨੂੰ ਕਿਤੇ ਲਿਟਾਤਾ ਜੇ, ਮੇਰੇ ਨਾਲ ਗੱਲਾਂ ਕਰੋ। ਸਾਰੇ ਖੌਫ ਸੇ ਜ਼ਾਹਿਰੀ ਗੱਲ ਹੈ, ਫਿਰ ਜ਼ਮੀਨ ਦੇ ਅੰਦਰ ਜ਼ਿੰਦਾ ਬੰਦਾ, ਫਿਰ ਹਨੇਰਾ, ਉੱਤੋਂ ਸਾਰੀ ਲਾਈਟ ਚਲੀ ਗਈ। ਜਵਾਬ ਸਟੂਡੀਓ ਹੋਵੇ, ਜੰਗਲ ਪੂਰਾ, ਜੰਗਲਾਤ ਪੂਰਾ। ਸ਼ਾਜੀ ਇਹ ਤੇ ਵਾਕਈ ਬੜਾ, ਹੁਣ ਤਾਂ ਕੁਝ ਵੀ ਨਹੀਂ ਨਾ ਰਹਿ ਗਿਆ, ਲੇਕਿਨ ਪੂਰਾ ਜੰਗਲ ਸੀ। ਅਜੀ ਪਹਿਲੇ ਤੇ ਅਸੀਂ ਵੀ ਖੈਰ ਨਹੀਂ ਦੇਖਿਆ, ਸਾਡੇ ਹੋਸ਼ ਤੋਂ ਪਹਿਲੇ ਦੀ ਗੱਲ ਹੈ ਕਿ ਬੜਾ ਜੰਗਲ ਪੂਰਾ ਜੰਗਲ ਸੀ ਕਿ ਬਾਹਰ ਝਾੜੀਆਂ ਤੇ ਇਹ ਦਰਖਤ ਹੀ ਦਰਖਤ ਤੇ ਝਾੜੀਆਂ ਅਜੀਬੋ ਗਰੀਬ, ਬੜੀ ਗੱਲ ਹੈ। ਖੈਰ ਭਾਜੀ ਉਹਦੇ ਤੋਤੇ ਉੱਡ ਗਏ। ਉਹ ਪਹਿਲਾ ਹੀ ਸ਼ਾਟ ਮੇਰਾ ਸੀ ਸੱਚ ਐਜ਼ ਅ ਡਾਇਰੈਕਟਰ, ਐਜ਼ ਅ ਡਾਇਰੈਕਟਰ ਪਹਿਲਾ ਸ਼ਾਟ ਤੇ ਪਹਿਲੇ ਦੀ ਲਾਈਟ ਚਲੀ ਗਈ। ਹਾਂ ਤੇ ਉਹ ਨਾ ਤੁਹਾਨੂੰ ਇੱਕ ਨਾਲ ਇੱਕ ਹੋਰ ਵਾਕਿਆ ਹੈਗਾ ਸੀ। ਨਜ਼ਰ ਸ਼ਵਾਬ ਸਾਹਿਬ ਉੱਥੇ ਹੀ ਠਹਿਰੇ ਸਨ, ਉਹਨਾਂ ਦਾ ਘਰ ਵੀ ਉੱਥੇ ਹੀ ਬਣਾ ਦਿੱਤਾ ਸੀ, ਨਜ਼ਰ ਸ਼ਵਾਬ ਸਾਹਿਬ ਡਾਇਰੈਕਟਰ ਜੀ। ਉਹ ਇੱਕ ਸ਼ਾਟ ਸੀ ਮੇਰਾ ਜੀ ਕਿ ਉਹ ਐਂ ਕਰਕੇ ਨਾ ਕਬਰ ਚ ਉੱਠ ਕੇ ਤੇ ਉਹਨੇ ਬਾਹਰ ਆਉਣਾ ਜੀ। ਉਹ 1 ਕਿਲੋਮੀਟਰ ਕਰਦਾ ਤੇ ਉਹ ਬੜਾ ਅਜੀਬ ਹੋ ਗਈ ਸੀ ਕਿ ਉਹਨੇ ਇੰਝ ਉੱਤੇ ਆਉਣਾ। ਤੇ ਮੈਂ ਸੋਚੀ ਭੈਣ ਮੈਂ ਕਿਹਾ ਯਾਰ ਉੱਤੇ ਕਿਸ ਤਰ੍ਹਾਂ ਆਏਗਾ। ਕਹਿੰਦਾ ਮੈਨੂੰ ਨਜ਼ਰ ਸ਼ਵਾਬ ਸਾਹਿਬ ਹੋਗਾ ਕਿ ਕਿਵੇਂ ਕਰ ਰਿਹਾ ਹੈ। ਮੈਂ ਕਿਹਾ ਜੀ ਐਸਾ ਅੱਗੇ ਕੀ ਸ਼ਾਟ ਕਰ ਤੇਰਾ। ਤੇ ਮੈਂ ਕਿਹਾ ਜੀ ਉਹ ਪਾਗਲ ਜਿਹੜਾ ਐਵੇਂ ਕਹੋ ਤਾਂ ਛਾਲ ਮਾਰ ਵਿੱਚ ਜਾ। ਵਾਹ ਵਾਹ, ਉਸ ਬਾਰ ਛਾਲ ਲਾ ਦੇ। ਅਰੇ ਵਾਹ 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 ਵਾਹ, ਬਹੁਤ ਉਸਤਾਦ ਵੱਡੇ ਵੱਡੇ ਹੀ ਵੱਡੇ ਵੱਡੇ ਹੀ ਹੁੰਦੇ ਨੇ। ਉਸਤਾਦ ਉਹਨਾਂ ਨੇ ਮੈਨੂੰ ਮੇਰੇ ਨੌਲੇਜ 'ਚ ਇਜ਼ਾਫਾ ਕੀਤਾ ਕਿ ਤੂੰ ਇਹਨੂੰ ਥੱਲੇ ਸੁੱਟ ਤੇ ਇਹੀ ਸ਼ਾਟ ਲਾ ਦੇ, ਨਹੀਂ ਕਿ ਉੱਤੇ ਆਇਆ। ਅਰੇ ਵਾਹ ਵਾਹ ਵਾਹ, ਬਹੁਤ ਅੱਛੇ। ਕਿਆ ਬਾਤ, ਦੇਖੋ ਤੁਹਾਡੀ ਸਾਰੀ ਪ੍ਰੋਬਲਮ ਹੀ ਮੁਕਾਤੀ ਉਹਨੇ, ਔਰ ਸੀਨ ਵੀ ਖੂਬਸੂਰਤ। ਹਾਂ ਬਿਲਕੁਲ ਕਿ ਯਾਰ ਕਿਆ ਬਾਤ ਹੈ, ਕਿਆ ਬਾਤ। ਤੇ ਇਹ ਇੱਕ ਮੇਰਾ ਸਟਾਰਟ ਸੀ ਤੇ ਮੈਂ ਡਰਾਮਾ ਸ਼ੁਰੂ ਕੀਤਾ ਜੀ। ਤੇ ਉਹ ਭਾਬੀ ਮੇਰੇ ਕਹਿੰਦੇ ਪਾਗਲ ਹੋ ਗਿਆ। ਅੱਛਾ, ਯਾਨੀ ਕਿ ਘਰੋਂ ਵੀ ਗੱਲਾਂ ਹੋਣ ਲੱਗ ਪਈਆਂ ਜਿਸ ਤਰ੍ਹਾਂ ਹੁੰਦੀਆਂ ਨੇ, ਕੋਈ ਯਾਰ ਟਾਈਮ ਜ਼ਾਇਆ ਕਰ ਰਿਹਾ ਹੈ, ਹੋ ਗਿਆ, ਪੈਸੇ ਜ਼ਾਇਆ ਕਰਨੇ ਸ਼ੁਰੂ ਕਰਤੇ, ਇਹਨੂੰ ਡਰਾਮਾ ਸ਼ੁਰੂ ਕਰਤਾ, ਇਹਨੇ ਕੀ ਡਰਾਮਾ ਬਣਾਉਣਾ ਤੇ ਇਹ ਤੇ ਉਹ ਜੀ ਬੋਰੀ। ਖੈਰ ਮੈਂ ਯਾਨੀ ਕਿ ਦਿਲ ਟੁੱਟਣ ਵਾਲੀਆਂ ਗੱਲਾਂ। ਲੇਕਿਨ ਮੈਂ ਸਟਰਗਲ ਕਰਦਾ ਗਿਆ, ਹੁਣ ਬਣਾਉਂਦਾ ਗਿਆ। ਤੁਸੀਂ ਮਜ਼ਬੂਤੀ ਨਾਲ ਲੱਗੇ। ਤੇ ਮੇਰੀ ਸ਼ੂਟਿੰਗ ਜਿਹੜੀ ਹੁੰਦੀ ਸੀ ਰਾਤੀ 1 ਵਜੇ ਤੋਂ ਬਾਅਦ ਹੁੰਦੀ ਸੀ, ਕਿਉਂਕਿ ਸਾਰਾ ਹੌਰਰ ਕੰਮ ਸੀ। ਹੌਰਰ ਕੰਮ ਸੀ ਔਰ ਮੈਨੂੰ ਸੜਕਾਂ ਸੁਨਸਾਨ ਚਾਹੀਦੀ ਸੀ, ਕੋਈ ਟ੍ਰੈਫਿਕ ਨਹੀਂ, ਕੁਝ ਨਹੀਂ। ਸ਼ਾਟ ਲੈਣਾ ਰੋਡ ਦੇ ਉੱਤੇ ਜਾ ਰਿਹਾ ਕਿ ਨਵਾਜ਼ ਸਾਹਿਬ ਇਕੱਲਾ ਜਾ ਰਿਹਾ। ਅਰੇ ਵਾਹ, ਤੇ ਖਾਲੀ ਸਾਇਆ ਕਿ ਬਹੁਤ ਅੱਛੀ। ਗੈਟਅਪ ਪੂਰਾ ਸੀ ਉਹਦਾ, ਗੋਨ ਸ਼ੋਨ ਇਹ ਉਹ ਤੇ ਪੂਰਾ ਸੜਕ ਦੇ ਵਿੱਚ ਇਕੱਲੇ ਲਗਾ ਆ ਰਿਹਾ। ਯਾਨੀ ਕਿ ਪੂਰਾ ਤੁਸੀਂ ਉਹਨੂੰ ਜੇਲ ਟਾਈਪ ਹੌਰਰ ਹੈ, ਸ਼ਿਕਾਰ ਲੱਭਦਾ ਹੋਇਆ। ਵਾਹ। ਖੈਰ ਉਹ ਮੈਂ ਕਾਫੀ ਸ਼ੂਟਿੰਗ ਕਰ ਲਈ ਤੇ ਵਿੱਚ ਗੈਪ ਆ ਗਿਆ, ਕਾਫੀ ਦਿਨਾਂ ਦਾ ਗੈਪ ਆ ਗਿਆ ਸ਼ੂਟਿੰਗ ਦਾ। ਜੀ। ਸੋਚਿਆ ਯਾਰ ਟ੍ਰੇਲਰ ਕੱਟ ਲਈ। ਵਾਹ, ਯਾਨੀ ਕਿ ਤੁਹਾਡੀਆਂ ਸ਼ੂਟਿੰਗਾਂ ਕੁਝ 5 7 10 ਹੋ ਗਈਆਂ, ਜ਼ਿਆਦਾ ਹੋ ਗਈਆਂ ਸਨ। ਵਾਹ ਰੇ ਵਾਹ, ਜ਼ਿਆਦਾ ਸ਼ੂਟਿੰਗਾਂ ਹੋ ਗਈਆਂ ਸਨ। ਤੇ ਉਹਦਾ ਅਸੀਂ ਜਦੋਂ ਟ੍ਰੇਲਰ ਕੱਟਿਆ, ਉਹਦਾ ਬੈਕਗ੍ਰਾਉਂਡ ਮਿਊਜ਼ਿਕ ਇਹ ਉਹ ਪਾਇਆ, ਹਾਰਰ ਇਫੈਕਟ ਪਾਏ, ਉਹਦਾ ਟ੍ਰੇਲਰ ਪਾਇਆ। ਤੇ ਜਿਸਲੇ ਤਿਆਰ ਹੋ ਗਿਆ ਮੈਂ ਭਾਬੀ ਨੂੰ ਕਿਹਾ ਮੈਂ ਭਾਬੀ ਟ੍ਰੇਲਰ ਤਾਂ ਦੇਖੋ। ਭਾਬੀ ਕਹਿੰਦੇ ਇਸ ਵਾਰ ਹਾਂ। ਯਾਨੀ ਕਿ ਉਹਨਾਂ ਨੇ ਰਫ ਲਿਆ ਉਦੋਂ ਵੀ ਕਿ ਵਾਹ ਕੀ ਹੈ, ਤੁਸੀਂ ਕੀ ਬਣਾਇਆ। ਜਿਸ ਟ੍ਰੇਲਰ ਦੇਖਿਆ ਤਾਂ ਮੇਰੇ ਤੋਤੇ ਉੜ ਗਏ। ਅਰੇ ਵਾਹ ਵਾਹ ਵਾਹ, ਕਹਿੰਦੇ ਇਹ ਕੀ ਬਣਾਤਾ ਤੂੰ। ਵਾਹ, ਇਹ ਤੂੰ ਬਣਾਇਆ। ਉਸੇ ਦੌਰਾਨ ਨਾ ਇੱਕ ਮੀਟਿੰਗ ਸੀ, ARY ਚੈਨਲ ਆ ਰਿਹਾ ਸੀ, ਨਵਾਂ ਆ ਰਿਹਾ ਸੀ ਚੈਨਲ। ਤੇ ਉਹ ਭਾਬੀ ਨਾਲ ਉਹਨਾਂ ਦੀ ਮੀਟਿੰਗ ਸੀ, ਤੋਂ ਆ ਗਏ ਤਾਂ ਉਹਨਾਂ ਨੇ ਕਿਹਾ ਜੀ ਇਹ ਟ੍ਰੇਲਰ ਦੇਖੋ, ਮੇਰੇ ਦੇਵਰ ਨੇ ਇੱਕ ਡਰਾਮਾ ਬਣਾਇਆ ਤੇ ਉਹ ਦੇਖੋ। ਵਾਹ, ਬਹੁਤ ਅੱਛਾ। ਹਰ ਉਹ ਟ੍ਰੇਲਰ ਤਾਂ ਹੈ, ਉਹਨੂੰ ਬੜਾ ਪਸੰਦ ਆਇਆ। ਉਹਨੇ ਇੱਕ ਸ਼ਾਟ ਦੇਖ ਕੇ ਤਾਂ ਕਹਿੰਦਾ ਯਾਰ ਇਹ ਤੇ ਨਜ਼ਰ ਨਹੀਂ ਆ ਰਿਹਾ, ਤੇਰਾ ਇਨਾਮ ਹੈ 1000 ਰੁਪਏ। ਅਰੇ ਵਾਹ ਵਾਹ ਵਾਹ, ARY ਵਾਲਾ ਚੈਨਲ ਦਾ ਮਾਲਕ ਜਿਹੜਾ ਉਸ ਦੌਰ 'ਚ 1000 ਰੁਪਏ ਨਜ਼ਰ ਬਹੁਤ ਵੱਡੀ। ਮੈਨੂੰ ਉਹਨੇ ਇਨਾਮ ਦਿੱਤਾ। ਖੈਰ ਉਹ ਕਹਿੰਦਾ ਰਿਹਾ ਕਿ ਮੈਨੂੰ ਦੇ ਦਿਓ ਪੈਸੇ, ਵੀ ਨਹੀਂ ਮੈਂ ਦੱਸਾਂਗਾ ਕਿ ਕਿੰਨੇ ਪੈਸੇ ਉਹਨਾਂ ਨੇ ਕਿਹਾ ਚਾਹੇ ਡਰਾਮਾ ਮੈਨੂੰ ਦੇ ਦਿਓ। ਲੇਕਿਨ ਭਾਬੀ ਦਾ ਜ਼ਹਨ ਚਲਾ ਗਿਆ ਸੀ ਉੱਪਰ ਚਲਾ ਗਿਆ ਸੀ ਕਿ ਨਹੀਂ ਮੈਂ ਇੰਨੇ ਪੈਸੇ ਨਹੀਂ, ਮੈਂ ਇਸ ਤੋਂ ਉੱਤੇ ਦੇ। ਉਹ ਲਿਹਾਜ਼ਾ ਉਹ ਡਰਾਮਾ ਉਹਨਾਂ ਇੱਕ ਹਾਦਸਾ ਕਿ ਉਹ ਡਰਾਮਾ ਨਹੀਂ ਵਿਕ ਸਕਿਆ ਫਿਰ ਉਸ ਤੋਂ ਬਾਅਦ। ਕਿਉਂ ਸ਼ਾਹ ਜੀ? ਇਸ ਲਈ ਕਿ PTV ਤੇ ਮੇਰਾ ਸੀ ਜ਼ਹਨ PTV ਤੇ ਦੇਣ ਦਾ, ਤੇ PTV ਨੇ ਤਾਰੀਫ ਬਹੁਤ ਕੀਤੀ, ਲੇਕਿਨ ਕਹਿੰਦੇ ਸਾਡੇ नहीं गा लाश नहीं गा किसी वंपायर ये वो ऐसा ड्रामा, यानी कि हॉरर सब्जेक्ट नहीं चला सब्जेक्ट नहीं चला सकते। बिल्कुल ठीक। वो एक दो जगह तो होर ही फाइनल होया ड्रामा,
लेकिन विच कुछ मोनोपलियां ਤੁਹਾਨੂੰ ਪਤਾ ਹੁੰਦੀਆਂ जी बिल्कुल लॉबी सिस्टम ਤੇ ਹੈ लॉबी सिस्टम है ना तो फिर बिल्कुल। वो ਉਹਦੀ ਵਜ੍ਹਾ ਕਿ एग्रीमेंट भी हो गए कई चैनल में चैनल ਦਾ ਨਾਂ ਹੀ ਲਵਾਂਗੇ एग्रीमेंट भी हो गए लेकिन ਉਹ नहीं ਬਿਲਕੁਲ ਐਸੇ ਹੁਣ ਤਾਂ ਸਾਡੀ ਘਰ 'ਚ ਅਗਰ ਇੱਕ ਪਿਓ ਦੇ 5 ਪੁੱਤਰ ਨੇ ਤੇ ਉੱਥੇ ਲੌਬੀ ਬਣ ਜਾਂਦੀ ਹੈ 2 ਭਰਾ ਮਾਸੀ ਨਾਲ ਰਲੇ ਨੇ 3 ਮਾਮੇ ਨਾਲ ਰਲੇ ਨੇ ਉਹ ਇਸ ਤਰ੍ਹਾਂ ਕਰਕੇ ਲੌਬੀ ਬਣ ਜਾਂਦੀ ਬਹੁਤ ਬਸ ਉਹ ਮੁਸ਼ਕਲ ਮੇਰਾ ਹੈ ਡਰਾਮਾ ਉਹ ਨਹੀਂ ਵਿਕ ਸਕਿਆ ਫਿਰ ਉਹ ਰਹਿ ਯਾਨੀ ਕੋਈ ਡਰਾਮਾ ਰਿਲੀਜ਼ ਨਹੀਂ ਹੋਇਆ ਰਿਲੀਜ਼ ਨਹੀਂ ਹੋਇਆ ਉਹ ਡਰਾਮਾ ਤੇ ਉਸ ਤੋਂ ਬਾਅਦ ਕੋਈ ਪ੍ਰੋਡਕਸ਼ਨ ਸ਼ਾਹ ਜੀ ਉਸ ਤੋਂ ਬਾਅਦ ਮੈਂ ਫਿਰ ਇੱਕ ਡਰਾਮਾ ਹੋਰ ਕਨਸੀਵ ਕੀਤਾ ਉਹ ਸੀ ਤਲਾਸ਼ ਤਲਾਸ਼ ਹਾਂਜੀ ਉਹ ਪੰਜਾਬੀ ਡਰਾਮਾ ਸੀ ਜੀ ਤੇ ਉਹ ਮੈਂ ਆਈਡੀਆ ਕਨਸੀਵ ਜਿੰਨੇ ਵੀ ਮੈਂ ਡਰਾਮਾ ਬਣਾਏ ਮੈਂ ਕਨਸੀਵ ਖੁਦ ਕੀਤੇ ਅਰੇ ਵਾਹ 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 ਬਹੁਤ ਅੱਛਾ ਜਿੰਨੇ ਵੀ ਡਰਾਮੇ ਬਣਾਏ ਉਹ ਮੈਂ ਕਨਸੀਵ ਖੁਦ ਕੀਤੇ ਨੇ ਵਨ ਮੈਨ ਉਹਦੀ ਇਹ ਉਹ ਮੈਂ ਸਾਰੀ ਖੁਦ ਬਣਾਈ ਤੇ ਰਾਈਟਰ ਨੂੰ ਬਿਠਾ ਕੇ ਮੈਂ ਫਿਰ ਲਿਖਵਾਇਆ ਕੀ ਬਾਤ ਉਹ ਫਿਰ ਉਸ ਤੋਂ ਬਾਅਦ ਮੈਂ ਤਲਾਸ਼ ਇੱਕ ਡਰਾਮਾ ਸੀ ਮੇਰਾ ਉਹ ਵੀ ਹੌਰਰ ਸੀ ਅੱਛਾ ਤਲਾਸ਼ ਵੀ ਹੌਰਰ ਸੀ ਸ਼ਾਹ ਜੀ ਹੌਰਰ ਨਾਲ ਤੁਹਾਨੂੰ ਜ਼ਿਆਦਾ ਲਗਾਓ ਮੈਨੂੰ ਡਰ ਲੱਗਣ ਲੱਗ ਪਿਆ ਪਤਾ ਲੱਗੇ ਕਿ ਸ਼ਾਹ ਜੀ ਬੈਠੇ ਬੈਠੇ ਆਪ ਬੁਲਾ ਬਣ ਗਏ ਤੇ ਉਹ ਨਾ ਮੈਂ ਭਾਬੀ ਨੂੰ ਸੁਣਾਇਆ ਭਾਬੀ ਨੇ ਕਿ ਅੱਛਾ ਆਈਡੀਆ ਅਸੀਂ ਕੋ ਸਮਝ ਗਏ ਸਾਨੂੰ ਥੋੜਾ ਕਿ ਨਾ ਮੈਨੂੰ ਪਤਾ ਲੱਗ ਗਿਆ ਨਾ ਵੀ ਇਹ ਕੰਮ ਕਰਨਾ ਚਾਹੁੰਦੇ ਔਰ ਕੰਮ ਕਰ ਸਕਦੇ ਹਾਂ ਮੈਂ ਕਿਹਾ ਭਾਬੀ ਜੀ ਆ ਮੈਨੂੰ ਡਰਾਮਾ ਲਿਖ ਦਿਓ ਆਈਡੀਆ ਤੇ ਤੁਸੀਂ ਸਰ ਗਰੁੱਪ 4-5 ਐਪੀਸੋਡ ਨੂੰ ਲਿਖ ਦਿਓ ਤਾਂ ਕਿ ਮੈਂ ਇਹਦੀ ਸ਼ੂਟਿੰਗ ਕਰਨੀ ਤੇ ਮੇਰੀ ਫਲਾਣੀ ਜਗ੍ਹਾ ਗੱਲਬਾਤ ਹੋਈ ਹੈ ਤੇ ਜੀ ਕਹਿੰਦੇ ਠੀਕ ਹੈ ਉਹਨਾਂ ਨੇ ਹੈ ਮੈਨੂੰ ਲਿਖ ਦਿੱਤਾ ਡਰਾਮਾ ਲਿਖਤਾ ਤਾਂ ਉਹ ਜਿਹੜਾ ਹੌਰਰ ਸੀਨ ਹੁੰਦਾ ਸੀ ਨਾ ਉਹ ਸਿਰਫ ਕਹਿੰਦੇ ਹੌਰਰ ਸੀਨ ਬਾਕੀ ਅੱਗੋਂ ਤੁਸੀਂ ਆਪ ਕ੍ਰੀਏਟ ਉਹ ਮੈਂ ਆਪ ਕ੍ਰੀਏਟ ਕੀਤਾ ਹੁੰਦਾ ਸਾਰਾ ਮੈਂ ਆਪ ਕਰਨਾ ਵੀ ਇਹਨੂੰ ਕਿੱਥੇ ਕਰਵਾਉਣਾ ਹੈ ਕਿਸ ਤਰ੍ਹਾਂ ਕਰਵਾਉਣਾ ਹੈ ਇਹਦੇ 'ਚ ਕੀ ਲੱਗਣਾ ਹੈ ਕੀ ਕਰਨਾ ਸਾਰਾ ਜੀ ਬਿਲਕੁਲ ਹੈ ਉਹ ਮੈਂ ਕੁਝ ਤਕਰੀਬਨ ਨਾ ਕੋਈ 4 ਐਪੀਸੋਡ ਸ਼ੂਟ ਕੀਤੇ ਸ਼ੂਟ ਕਰਕੇ ਮੈਂ ਉਹਨਾਂ ਨੂੰ ਐਡੀਟਿੰਗ ਤੇ ਬੈਠ ਗਿਆ ਜੀ 3 ਐਪੀਸੋਡ ਮੈਂ ਉਹਦੇ ਐਡਿਟ ਕੀਤੇ ਵਾਹ ਐਡਿਟ ਕਰਕੇ ਤੇ ਮੈਂ ਚੈਨਲ ਪੰਜਾਬੀ ਚੈਨਲ ਸਾਡੇ ਪੰਜਾਬ ਦਾ ਇੱਕ ਚੈਨਲ ਬੜਾ ਮਸ਼ਹੂਰ ਚੈਨਲ ਹੋਇਆ ਆਪਣਾ ਚੈਨਲ ਤਾਂ ਹਾਂਜੀ ਜੀ ਉਹਦੇ ਮਾਲਿਕ ਸਨ ਓਨਰ ਸਨ ਸਜਾਦ ਸ਼ਾਹ ਜੀ ਸਰਫਰਾਜ਼ ਸ਼ਾਹ ਜੀ ਜੀ ਬਿਲਕੁਲ ਉਹਨਾਂ ਨਾਲ ਮੈਂ ਗੱਲ ਕੀਤੀ ਸ਼ਾਹ ਜੀ ਮੈਂ ਡਰਾਮਾ ਬਣਾਇਆ ਤੇ ਤੁਸੀਂ ਉਹ ਡਰਾਮਾ ਦੇਖੋ ਕਹਿੰਦੇ ਯਾਰ इधर लाने की क्या जरूरत है मैं तुम्हारे ऑफिस आ जाऊँ अरे वाह वाह अल्लाह का शुक्र है कि उस तो पहले मैं 2 प्रोग्राम किए सब फिल्म बेस्ड प्रोग्राम सन मेरे फिल्मी लिशकारे सी अपना दे संग सी ये 2 प्रोग्राम उन्होंने मैं बहुत 4-5 एपिसोड किए यानी कि उसे चैनल ते हाँ ये फिल्मी लिशकारे दे भी 4-500 सी ते अपना संग दे भी 4-5 100 वाह 4-500 100 हाँ 2-3 4 साल चले ने प्रोग्राम मेरे बड़ी गल तो मेरे से बड़ा फेथ करते सन क्या प्यार भी करते सन मुझे पता क्या काम करने ला वो कहता मैं तुम्हारे ऑफिस आऊँगा वहाँ आके देखो क्या बात है वेरी गुड खैर वो आए भाजी तो उन्होंने आके वो 3 एपीसोड बड़े सुकून नाल देखे सुकून नाल देख के तो मुझे जफी पा कहंदा कि कराची आ जाओ क्या बात है बहुत अच्छी मैं कहा ठीक है एपिसोड कहता मुझे कॉपियाँ पहुँचा दो चैनल पे लाहौर चैनल पे और तुम खुद कराची आओ इसलिए कि उन्होंने बड़े भाई सरफराज शाह जी और कराची सन बिल्कुल ठीक लो जी मैं कहा ठीक है मैं कराची आऊँ मैं कराची गए जी कराची सर उन्होंने मेरा सारा अरेंज किया अरे वाह वाह ठीक है उन्होंने अरेंज किया मैं कराची पहुँचे जी मुझे अच्छी तरह याद है कुछ साढ़े बड़े मशहूर डायरैक्टर 2-3 बड़े नामवर डायरैक्टर जी उस चैनल पे बैठे सन ते वेट कर रहे सन कि सानू कदों अंदर आवाज़ मिले आवाज़ आए तो असं अंदर जाइए अंदर जाके अपनी डील कर अपनी डील करांगे तो मैं भी वो पहुँच गया जी तो अंदर सनिया पहुँचे कि सैयद कासम साहब आ गए जी तो मैं कहा जी फौरन उधर खुलवा अरे वाह वाह पहले तो बत्ती गुल होगी ना साढ़े दूसरे डायरेक्टर मैं कहना नामवर डायरैक्टर मैं नाम नहीं लेना चाह रहा वो बैठे ने तो मैं ये पहुँचे ही कि कासम साहब ने उधर खुलवा क्या बात है अक्सर साढ़े कल्चर का हिस्सा ही बन गया है कि ਜਿਹੜਾ ਕੋਈ ਆਉਣ ਵਾਲਾ ਨਵਾਂ ਬੰਦਾ ਹੈ ਜਿਸ ਤਰ੍ਹਾਂ ਕਿ ਸਾਡੇ ਵਰਗਾ ਬੰਦਾ ਕੋਈ ਕੰਮ ਬਣਾ ਕੇ ਲਿਆਵੇ ਨਾ ਤੇ ਜਿਸ ਤਰ੍ਹਾਂ ਤੁਸੀਂ ਸੀਨੀਅਰ 3 ਨੂੰ ਇੱਕ ਵਾਰੀ ਝਟਕਾ ਜ਼ਰੂਰ ਹੁੰਦਾ ਸ਼ਾਹ ਜੀ ਇਹ ਪਤਾ ਨਹੀਂ ਕੀ ਗੱਲ ਹੈ ਇਹ ਕੋਈ ਕੁਦਰਤੀ ਕੋਈ ਕੰਮ ਹੈਗਾ ਐਸਾ ਕਿ ਝਟਕਾ ਜ਼ਰੂਰ ਹੁੰਦਾ ਉਹਨਾਂ ਨੂੰ ਵੀ ਝਟਕਾ ਲੱਗਾ ਹੋ ਗਿਆ ਮੈਂ ਜਦੋਂ ਅੰਦਰ ਗਿਆ ਤੇ ਸਜਾਦ ਸ਼ਾਹ ਜੀ ਸਾਈਡ ਦੀ ਸੀਟ ਤੇ ਬੈਠੇ ਸਨ ਤੇ ਜੀ ਓਨਰ ਸੀਟ ਦੇ ਉੱਤੇ ਸਰਫਰਾਜ਼ ਸ਼ਾਹ ਜੀ ਮੇਰੀ ਫਸਟ ਮੁਲਾਕਾਤ ਸੀ ਉਹਨਾਂ ਨਾਲ कराची जी कराची ऐसे कि ना तो मैं जानना सा लेकिन ना उन्होंने मैंने देखा इस तरह ना मैं उन्होंने देखा यानी कि बाई फेस तुसी एक दूसरे नहीं लेकिन ओनर मेरी हो रही सी वो प्रोग्राम तो पहले तो ਉਹ 3 ਐਪੀਸੋਡ ਦੀ ਵਜ੍ਹਾ ਤੋਂ ਤੁਹਾਨੂੰ ਜਾਣਨ ਲੱਗ ਪਏ ਕਿ ਵੀ ਇਹ ਕੀ ਇਹ ਜਿਹੜਾ ਭਾਈ ਆ ਰਿਹਾ ਉਹ ਆਮ ਨਹੀਂ ਹੈਗਾ हाँ जी वो जिसमें मैं अंदर बढ़ा तो उठ के जफ्फी पाई उन्होंने वाह कहते कितने पैसे अरे वाह 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 बहुत अच्छे कहते कितने पैसे क्या बात मैं खैर पैसे भी नहीं उन्होंने दसांगा खैर उन्होंने मेरा डन होया एग्रीमेंट बनया मैं साइन कीते उन्होंने जाए जाके शूट करें क्या बात बहुत अच्छे ठीक है जी और रात में उन्होंने होटल ठहराया दूसरे दिन मेरी फ्लाइट फिर लौटी फिर लगातार मैंने उन्होंने बेशुमार ड्रामे दिते
ਯਾਨੀ ਕਿ ਤੁਸੀਂ ਉਹਨਾਂ ਫਿਰ ਉਹ ਤੁਹਾਡੀ ਇੱਕ ਅੱਛੀ ਸੀੜੀ ਹੋਈ ਹਾਂਜੀ ਤਲਾਸ਼ ਜਿਹੜਾ ਸੀ, ਯਾਨੀ ਕਿ ਤੁਹਾਡੇ ਲਈ ਜਿਹੜੀ ਤਲਾਸ਼ ਸੀ ਨਾ, ਤੁਹਾਡੀ ਤਲਾਸ਼ ਮੁਕੰਮਲ ਹੋਈ। ਬਿਲਕੁਲ ਉਹ ਬਹੁਤ ਅੱਛਾ ਮੇਰੇ ਲਈ ਸਾਬਤ ਹੋ, ਬੜਾ ਮੈਂ ਕੰਮ ਕੀਤਾ ਉਹਨਾਂ ਲਈ। ਯਾਨੀ ਕਿ ਫਿਰ ਉਸ ਚੈਨਲ ਤੇ ਤੁਸੀਂ ਉਸ ਤੋਂ ਬਾਅਦ ਵੀ ਆਪਣਾ ਕੋਈ ਡਰਾਮਾ ਕੋਈ ਉਹਨਾਂ ਨੇ ਸੀਰੀਅਲ ਐਕਚੁਅਲੀ ਕਿ ਮੈਨੂੰ ਨਾਲ ਉਹਨਾਂ ਨੇ ਹਾਲਤ ਹੈ ਕਿ ਜਿਹੜਾ ਡਰਾਮਾ ਆਏਗਾ ਨਾ ਜੀ। ਤੁਸੀਂ ਅਪਰੂਵ ਕਰੋਗੇ ਤੇ ਅੱਗੇ ਰਿਲੀਜ਼ ਹੋਏਗਾ। ਅਰੇ ਵਾਹ 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 ਵਾਹ, ਬੜੇ ਇਜਾਜ਼ ਦੀ ਗੱਲ ਹੈ, ਬੜੀ ਗੱਲ ਹੈ। ਉਹ ਜਦੋਂ ਉਹਨਾਂ ਨੂੰ ਕੋਈ ਡਰਾਮਾ ਨਵਾਂ ਆਣਾ ਬਣ ਕੇ ਤਾਂ ਉਹਨਾਂ ਨੇ ਕਹਿਣਾ ਕਿ ਕਾਸਮ ਨੂੰ ਬੁਲਾ ਲਓ। ਬਹੁਤ ਅੱਛੀ। ਤੇ ਉਹ ਮੈਂ ਦੇਖਣਾ ਮੈਂ ਕਹਿੰਦਾ ਹਾਂ ਜੀ ਠੀਕ ਹੈ, ਮੈਂ ਕਹਿੰਦਾ ਕਿ ਯਾਰ ਇਹਨੂੰ ਇੰਜੀਨੀਅਰ ਤੇ ਸਾਡੇ ਡਾਇਰੈਕਟਰ ਮਾਈਂਡ ਕਰਦੇ ਕਿ ਯਾਰ ਇਹ ਕੱਲ ਦਾ ਬੱਚਾ ਸਾਡੇ ਕੰਮ 'ਚ ਨੀਂਦ ਮੇ ਕੱਢਦਾ ਹੈ ਜੀ ਬਿਲਕੁਲ। ਉਹ ਫਿਰ ਮੈਂ ਕਹਿਣਾ ਕਿ ਹਾਂ ਜੀ ਠੀਕ ਹੈਗਾ ਜੀ। ਨਹੀਂ ਸ਼ਾਹ ਜੀ ਦੇਖੋ ਜਿਹੜੀ ਅਸੂਲਨ ਗੱਲ ਹੈ ਨਾ, ਅਗਰ ਇਹ ਜਿਸ ਤਰ੍ਹਾਂ ਕਿ ਸਾਡਾ ਹੈ ਸ਼ੋਭਾ, ਜਿਸ ਤਰ੍ਹਾਂ ਸਾਡਾ ਕੰਮ ਹੈ, ਇਹਦੇ ਬਾਰੇ ਅਸੀਂ ਇਹੀ ਸੁਣਿਆ ਵੱਡਿਆਂ ਕੋਲੋਂ, ਔਰ ਤੁਸੀਂ ਵੀ ਸਾਡੇ ਵੱਡੇ ਹੋ, ਤੁਹਾਡੇ ਕੋਲੋਂ ਬਹੁਤ ਕੁਝ ਸਿੱਖ ਰਹੇ ਹੋ, ਔਰ ਹੁਣ ਵੀ ਬੈਠੇ ਸਿੱਖ ਰਹੇ ਆ ਕਿ ਵੱਡੇ ਬੰਦੇ ਨਾਲ ਕਿਸ ਤਰ੍ਹਾਂ ਗੁਫ਼ਤਗੂ ਕਰਨੀ ਹੈ। ਕਿ ਇਹ ਅਕਸਰ ਸਾਡੇ ਜਿਹੜੇ ਵੱਡੇ ਨੇ ਨਾ, ਕੋਈ ਦੇਖੋ ਇਹ ਅੱਲਾ ਦੀ ਅਤਾ ਹੈ ਕਿ ਅਗਰ ਅੱਲਾ ਮੇਰੀ ਝੋਲੀ 'ਚ ਕੁਝ ਪਾ ਦਿੰਦਾ ਨਾ ਤੇ ਇਹ ਉਹਦੀ ਵੰਡ ਹੈ, ਇਹਦੇ 'ਚ ਤੁਹਾਡਾ ਕਸੂਰ ਨਹੀਂ ਜਾਂ ਮੇਰਾ ਨਹੀਂ। ਤੇ ਕਹਿੰਦੇ ਨੇ ਕਿ ਜਿਹਨੂੰ ਅੱਲਾ ਇੱਜ਼ਤ ਦੇਵੇ ਉਹਦੀ ਇੱਜ਼ਤ ਕਰਨੀ ਚਾਹੀਦੀ, ਫਿਰ ਉਸ ਇਨਸਾਨ ਦੀ ਵੀ ਇੱਜ਼ਤ ਬਣ ਜਾਂਦੀ ਹੈ ਜਿਹੜਾ ਇੱਜ਼ਤ ਕਰ ਰਿਹਾ। ਹਾਂ ਬਿਲਕੁਲ ਸਹੀ ਹੈ। ਤੇ ਇਹ ਸਾਡਾ ਬੜਾ, ਮੈਂ ਅਕਸਰ ਕਈ ਵਾਰੀ ਸ਼ਾਹ ਜੀ ਇਹ ਨੋਟ ਕੀਤੀਆਂ ਨੇ ਚੀਜ਼ਾਂ ਕਿ ਕੋਈ ਸਾਡਾ ਜੂਨੀਅਰ ਲੈ ਕੇ ਆਇਆ ਨਾ ਕੋਈ ਚੀਜ਼ ਬਣਾ ਕੇ, ਉਹ ਅੱਛੀ ਲੈ ਕੇ ਆਇਆ, ਦੇਖੋ ਇਹ ਅਤਾ ਹੈਗੀ ਹੈ, ਕਿਸੇ ਨੂੰ ਵੀ ਹੋ ਸਕਦੀ ਹੈ, ਮੈਨੂੰ ਕੋਈ ਆਮਦ ਹੋ ਸਕਦੀ ਹੈ, ਤੁਹਾਨੂੰ ਕੋਈ ਹੋ ਸਕਦੀ। ਤੇ ਜਦੋਂ ਕੋਈ ਲੈ ਕੇ ਜਾਂਦਾ ਤੇ ਸੀਨੀਅਰ ਨੂੰ ਆਪਣੇ ਆਉਣ ਵਾਲੇ ਜੂਨੀਅਰ ਨਾਲ ਪਿਆਰ ਕਰਨਾ ਚਾਹੀਦਾ। ਔਰ ਮੈਂ ਤਾਂ ਇਹ ਕਹਾਂਗਾ ਕਿ ਜਿਹੜੇ ਸਾਡੇ ਅੱਜ ਦੇ ਜੂਨੀਅਰ ਨੇ ਨਾ, ਉਹ ਕੱਲ੍ਹ ਦੇ ਸੀਨੀਅਰ ਨੇ। ਤੁਹਾਨੂੰ ਇੱਕ ਹੋਰ ਮਜ਼ੇਦਾਰ ਦੀ ਗੱਲ ਸੁਣ ਜੀ, ਬੜੇ ਮਜ਼ੇ ਦੀ ਗੱਲ ਹੈਗੀ ਜੀ। ਸਜਾਦ ਸ਼ਾਹ ਜੀ ਅਲੱਗਾ ਹੋ ਗਏ, ਉਹਨਾਂ ਨੇ ਆਪਣਾ ਕੋਈ ਬਿਜ਼ਨਸ ਕਰ ਲਿੱਤਾ ਤੇ ਅਲੱਗਾ ਹੋ ਗਏ ਤੇ ਸਰਫਰਾਜ਼ ਸ਼ਾਹ ਜੀ ਦਾ ਬੇਟਾ ਐਜ਼ ਏ ਉਹਨਾਂ ਦੀ ਸਜਾਦ ਸ਼ਾਹ ਦੀ ਜਗ੍ਹਾ ਤੇ ਆ, ਯਾਨੀ ਕਿ ਉਹਨਾਂ ਦੀ ਸੀਟ ਤੋਂ ਉਹਨਾਂ ਦਾ ਬੇਟਾ ਆ ਉਹਨਾਂ ਦਾ ਬੇਟਾ ਆ ਗਿਆ। तो मैं दो सब्जेक्ट पढ़वाया तो उन्होंने कही शाह जी को क्या थे आके मैंने आप सुना कराची। अच्छा ਤੁਹਾਨੂੰ ਬੁਲਾ ਲਿਆ ਉਹਨਾਂ ਦੇ ਬੇਟੇ उन्होंने बुलाया तो मैं फस्ट टाइम वो बेटे मिला तो मैं उन्होंने आइडिया सुनाना शुरू किए। एक आइडिया मैं सुनाया बल्कि दो आइडिया और सुनाया तो उन्होंने कही दो भी बना लें। अरे वाह वाह, यानी कि इन्ने अच्छे लगे कॉमेडीज जी। एक कॉमेडी सी ते एक बड़ा संजीदा सब्जेक्ट सी, बड़ा सेंसिटिव किस्म का, बहुत सेंसिटिव। वाह, दुआ दुआ ड्रामा सी, ਜਿਹੜਾ ਬਹੁਤ ਸੀਰੀਅਸ ਡਰਾਮਾ ਸੀ, बड़ा सीरियस ड्रामा सी, वाह अनोखी कहानी सी। तो एक कॉमेडी सी नौकर यूनियन, बड़ा मशहूर है मेरा ड्रामा नौकर यूनियन, बड़ा हिट होया जी दुआ ड्रामा। भी मेरा बड़ा हिट ड्रामा सी। बिल्कुल ऐसे ही उन्होंने कहा ठीक है जी दो ही बना लें। ਹੁਣ ਜਿਹੜਾ ਦੁਆ ਡਰਾਮਾ ਸੀ ਉਹਦਾ ਟਾਈਟਲ ਜਿਹੜਾ ਹੈਗਾ ਸੀ ਉਹ ਬੜਾ ਵੱਡਾ ਕਰੈਕਟਰ ਸੀ, ਉਹ ਜਿਹਨੂੰ ਮੈਂ ਸੋਚ ਕੇ ਤੇ ਉਹ ਕਨਸੀਵ ਕੀਤਾ ਸੀ। ਉਹ ਸਨ ਸ਼ਾਹ ਸਾਹਿਬ, ਫਿਲਮ ਸਟਾਰ ਸ਼ਾਹ ਸਾਹਿਬ, ਫਿਲਮ ਸਟਾਰ ਸ਼ਾਹ ਸਾਹਿਬ। ਅਰੇ ਵਾਹ ਵਾਹ, ਉਹਨਾਂ ਨੂੰ ਸੋਚ ਕੇ ਤੇ ਮੈਂ ਉਹ ਕਨਸੀਵ ਕੀਤਾ ਸੀ। ਹੈ ਮੈਂ ਫੋਨ ਤੇ ਸ਼ਾਹ ਸਾਹਿਬ ਨਾਲ ਗੱਲ ਕੀਤੀ, ਨੰਬਰ ਸ਼ੰਬਰ ਲੈ ਕੇ ਉਹਨਾਂ ਨਾਲ ਗੱਲ ਕੀਤੀ, ਕਹਿੰਦਾ ਯਾਰ ਕਾਸਮ ਆ ਜਾਣਾ ਯਾਰ, ਇਸ ਲਈ ਕਿ ਮੈਨੂੰ ਥੋੜਾ ਬਹੁਤਾ ਜਾਣਦੇ ਸਨ ਨੂਰ ਸਾਹਿਬ ਦੇ ਹਵਾਲੇ ਨਾਲ। ਜੀ ਜੀ, ਯਾਨੀ ਕਿ ਤੁਸੀਂ ਉਹਨਾਂ ਨਾਲ ਕੰਮ ਨਹੀਂ ਸੀ ਕੀਤਾ? ਕੰਮ ਨਹੀਂ ਸੀ ਕੀਤਾ ਤੇ ਮੈਨੂੰ ਕਹਿੰਦੇ ਯਾਰ ਘਰ ਆ ਜਾਣਾ ਫਰਾਂਸ ਦਿਨ ਤੋਂ ਬੈਠ ਕੇ ਮੀਟਿੰਗ ਕਰਨਾ। ਬਿਲਕੁਲ ਠੀਕ। तो मैं कहा ठीक है जी। वो दिन आ गया, मैं चला गया वहाँ पे, तो मेरा इंतजार करते टाइम में बड़े पंचुअल हूँ हो गए हैं। पहले कहते मैं नहीं सीखा लेकिन मैं हूँ हो गया, तो बड़े मजे नहीं करना सुना। लो जी मैं गया तो कहते यार ठीक है कासम पैसे वैसे तय हो गए। तो मैं कही तुम अपना करैक्टर नहीं सुनिया? कहते यार बस ठीक है, नमाज वाली गल की, नमाज खां वाली, तो बस ठीक है यार जो तुम कह रहे हो बस ठीक है, ऐसे कि काम कोई नहीं सी करते पे फारिग सन जी। तो मैं कहा बस ठीक है यार जो कहते ठीक है, भी जो तुसी करवाओगे ਅਸੀਂ ਕਰ के शायद भाई सुन तो ले। कहते अच्छा यार सुना, तो यूँ टेक लगा ली तो यूँ करके बैठ गया और मैंने सुनाना शुरू किया। जिससे मैं उन्होंने पूरा मैं अपना आइडिया सुनाया जी, तो मेरे को इतने आ गए सन इंज करके, यानी कि बिल्कुल करीब इंज हो गए सर सुन के ਐਨੇ ਖੁੱਬ ਗਏ ਕੰਮ। इन्ना खुब गए वो सब्जेक्ट दे विच। वाह, कहना यार कासम कमाल है यार। क्या मैं बात। कहना कि इसी आउटडोर जाना सी कलर कहार ਉਹਨਾਂ ਦਾ ਸ਼ੂਟ ਕਰਨਾ, यानी कि शूट सारा ਆਊਟਡੋਰ ਵੀ ਸੀ ਇਨਡੋਰ ਵੀ ਸੀ, ਸੈੱਟ ਵੀ ਲੱਗਣਾ ਸੀ ਉਹਦਾ। ਤੇ ਮੈਨੂੰ ਪ੍ਰੋਪਰ ਉਹਨਾਂ ਟਾਈਮ ਦਿੱਤਾ। ਕੀ ਬਾਤ, ਨਹੀਂ ਵੱਡੇ ਸ਼ਿਵਾ ਸਟੂਡੀਓ ਫਿਰ ਬੈਰਸ ਜਿਹੜਾ ਸੈੱਟ ਲੱਗਾ ਸੀ, ਬੈਰਸ ਜਿਹੜਾ ਇਨਡੋਰ ਦਾ ਸਾਡਾ ਕੰਮ ਹੈਗਾ ਸੀ ਜੀ, ਉਹ ਚੁੱਗੀਨਮਾ ਸੀ ਤੇ ਮੂਰਤੀਆਂ ਸ਼ੂਟੀਆਂ ਤੇ ਇਹ ਉਹ ਸਾਰਾ ਵਿੱਚ ਪਈਆਂ ਸਨ। तो यकीन करो इसी ये पहुंचे से पहले कुर्सी रख के बैठे हुए सारे यहाँ, क्या बात, इन्ना इन्वॉल्व हो गए सर। वाह 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 वाह। ਇਹ ਹਕੀਕਤ ਗੱਲ ਹੈ, ਫਨਕਾਰ ਉਹੀ ਸੁੱਚਾ ਤੇ ਸੋਹਣਾ ਬਣਿਆ ਹੈ ਜਿਹੜਾ ਪੰਚੁਅਲ ਹੋਇਆ। हाँ बिल्कुल, पंचवल होना बहुत ज़रूरी है, टाइम का पंचुअल होना बड़ा जरूरी है। क्योंकि शाहिद साहब तो खैर है ही बड़े आदमी ने, सुपर दुपर स्टार ने, साढ़े पाकिस्तान के बड़े लेजेंड ने। बिल्कुल, तो साढ़े वर्गे लोग तो अज भी उन्होंने को बहुत कुछ मेरे वर्गे सीखते हैं और असीं सीखते रहांगे। और आने वाली नवीं नस्ल भी
ਅਗਰ ਉਹਨਾਂ ਦੀਆਂ ਪੁਰਾਣੀਆਂ ਫਿਲਮਾਂ ਕੱਢ ਕੇ ਵੇਖਣ ਤੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਲਈ ਮਿਲੇਗਾ। ਬਹੁਤ ਕੁਝ ਮਿਲੇਗਾ ਸਰ। ਉਹ ਐਡੇ ਵੱਡੇ ਸੁਪਰਸਟਾਰ ਦੇਖੋ ਡਾਇਰੈਕਸ਼ਨ ਜਿਹੜੀ ਹੈ ਨਾ ਜੀ, ਇਹ ਵੀ ਤੁਸੀਂ ਫਿਲਮਾਂ ਦੇਖੋ, ਇੰਗਲਿਸ਼ ਜੀ, ਫਿਲਮਾਂ ਬਿਲਕੁਲ। ਦੇਖੋ, ਪਾਕਿਸਤਾਨੀ ਫਿਲਮਾਂ ਦੇਖੋ, ਬਾਲੀਵੁੱਡ ਦੀਆਂ ਫਿਲਮਾਂ ਵੇਖੋ, ਤੁਹਾਨੂੰ ਇਹ ਸਿੱਖਣ ਬੜਾ ਮਾਰਜਨ ਹੈ ਸਿੱਖਣ ਦਾ। ਜੀ ਬਿਲਕੁਲ ਐਸਾ ਹੀ, ਬਿਲਕੁਲ ਐਸਾ ਹੀ, ਬਿਲਕੁਲ ਐਸਾ ਹੀ, ਇਹਦੇ 'ਚ ਕੋਈ ਸ਼ੱਕ ਨਹੀਂ। ਅੱਛਾ ਸ਼ਾਹ ਜੀ, ਇੱਕ ਛੋਟਾ ਜਿਹਾ ਸਵਾਲ ਮੇਰੇ ਦਿਮਾਗ 'ਚ ਬੜੀ ਦੇਰ ਦਾ ਫਸਿਆ ਹੈ। ਮੈਂ ਤੁਹਾਨੂੰ ਇਹ ਪੁੱਛਣਾ ਚਾਹ ਰਿਹਾ ਸਰ ਕਿ ਐਜ਼ ਏ ਡਾਇਰੈਕਟਰ ਤੁਸੀਂ ਕੋਈ ਫਿਲਮ ਕੀਤੀ ਹੋਵੇ? ਬਿਲਕੁਲ ਕੀਤੀ ਜੀ, ਪਿਛਲੇ ਸਾਲ ਮੇਰੀ ਰਿਲੀਜ਼ ਹੋਈ ਫਿਲਮ। ਕਿਸ ਨਾਮ ਤੋਂ ਜੀ? ਕੌਣ ਹੈ ਦੇ ਨਾਮ ਤੋਂ। ਕੌਣ ਹੈ? ਉਹ ਵੀ ਹਾਰਰ ਮੂਵੀ। ਅੱਛਾ, ਉਹ ਵੀ ਹਾਰਰ। ਅੱਛਾ ਸ਼ਾਹ ਜੀ, ਤੁਹਾਡਾ ਲਗਾਓ ਬਹੁਤ ਹੈਗਾ ਹਾਰਰ ਦੇ ਨਾਲ। ਐਕਚੁਅਲੀ ਮੈਂ ਫਿਲਮਾਂ ਜਿਹੜੀਆਂ ਦੇਖਣਾ ਸੀ ਨਾ ਜਦੋਂ ਜੀ, ਤੇ ਮੈਂ ਹਾਰਰ ਫਿਲਮਾਂ ਬੜੀਆਂ ਵੇਖਣਾ ਸਾਂ। ਵਾਹ, ਯਾਨੀ ਕਿ ਤੁਹਾਡਾ ਸ਼ੁਰੂ ਤੋਂ ਇੱਕ ਮਾਈਂਡ ਸੀ ਕਿ ਹਾਰਰ ਫਿਲਮਾਂ। ਫਿਰ ਤੁਸੀਂ ਅਗਰ ਸਬਜੈਕਟ ਕੋਈ ਲਿਖਿਆ, ਅਗਰ ਸੀਰੀਅਲ ਲਿਖਿਆ ਤੇ ਉਹ ਵੀ ਹਾਰਰ, ਅਗਰ ਤੁਸੀਂ ਫਿਲਮ ਕੀਤੀ ਹੈ ਤੇ ਉਹ ਵੀ ਹਾਰਰ। ਆ ਤਿੰਨ ਹੀ ਤਕਰੀਬਨ ਹਾਰਰ ਚੀਜ਼ਾਂ ਮੈਂ ਕੀਤੀਆਂ। ਬਗੈਰ ਮੈਂ ਕਾਮੇਡੀ ਵੀ, ਹੋਰ ਵੀ, ਲਵ ਸਟੋਰੀ ਵੀ। ਤੇ ਕੈਸੀ ਗਈ ਫਿਲਮ ਸ਼ਾਹ ਜੀ ਉਹ ਤੁਹਾਡੀ ਹਾਰਰ? ਫਿਲਮ ਐਕਚੁਅਲੀ ਕਰੋਨਾ ਦੀ ਨਜ਼ਰ ਹੋ ਗਈ ਮੇਰੀ। ਓਫੋ, ਕਰੋਨਾ ਨੇ ਬਹੁਤ ਕਰੋਨਾ ਦੀ ਨਜ਼ਰ ਹੋ ਗਈ ਤੇ ਉਹ ਫਿਲਮ ਜਿਹੜੀ ਨਾ ਬਸ ਅੱਛੀ ਨਹੀਂ ਗਈ। ਲੇਕਿਨ ਫਿਰ ਵੀ 3 ਵੀਕ ਮੇਰੀ ਫਿਲਮ ਚੱਲ ਗਈ। 3 ਵੀਕ? ਲੇਕਿਨ ਕਰੋਨਾ ਦੇ ਹੋਣ ਦੇ ਬਾਵਜੂਦ ਬੜੀ ਗੱਲ ਹੈ। ਤੇ ਉਹ ਫਿਰ ਕਰੋਨਾ ਦਾ ਜ਼ੋਰ ਜਿਹਾ ਫੜਿਆ ਤੇ ਫਿਰ ਉਹਨਾਂ ਨੂੰ ਲਾਣੀ ਪੈ ਗਈ, ਮਜਬੂਰੀ ਬਣ ਗਈ ਤੇ ਉਹ ਹਾਦਸਾ ਹੋ ਗਿਆ ਉਹਦੇ ਨਾਲ। ਕਾਫੀ ਸਾਰੀ ਪ੍ਰੋਡਕਸ਼ਨਾਂ ਸ਼ਾਹ ਜੀ ਕਰੋਨਾ ਦੀ ਵਜ੍ਹਾ ਤੋਂ ਲਾਚਾਰ ਹੋਈਆਂ ਪਈਆਂ ਨੇ। ਬਹੁਤ ਸਾਰੀਆਂ ਫਿਲਮਾਂ ਸਾਡੇ ਪਾਕਿਸਤਾਨ 'ਚ, ਕਰਾਚੀ ਦੀਆਂ ਵੀ ਔਰ ਲਾਹੌਰ ਦੀਆਂ ਵੀ ਬੜੀਆਂ ਪਈਆਂ ਨੇ, ਜਿਹੜੀਆਂ ਈਵਨ ਕਿ ਸੈਯਦ ਨੂਰ ਸਾਹਿਬ ਦੀਆਂ ਕਾਫੀ ਫਿਲਮਾਂ ਪਈਆਂ ਨੇ। ਕੁੰਡੀ ਦਾ ਖੜਕਾ, ਕੁਛ ਇਸ ਤਰ੍ਹਾਂ ਕਰਕੇ ਨਾਂ ਫਿਲਮਾਂ ਨਹੀਂ, ਬਾਜਰੇ ਦੀ ਰਾਖੀ, ਬਾਜਰੇ ਦੀ ਰਾਖੀ ਉਹਨਾਂ ਦੀ ਫਿਲਮ। ਬਿਲਕੁਲ, ਬਾਈ ਵਾਂਟਡ ਜੀ ਬਿਲਕੁਲ ਬਿਲਕੁਲ। ਇੱਕ ਫਿਲਮ ਹੋਰ ਹੈ, 3-4 ਫਿਲਮਾਂ ਉਹਨਾਂ ਦੀਆਂ ਔਰ ਬਿਗ ਪ੍ਰੋਡਕਸ਼ਨ ਹੁੰਦੀਆਂ ਨੇ ਉਹਨਾਂ ਦੀਆਂ ਤੇ ਉਹ ਪਈਆਂ ਨੇ। ਹਾਂ ਦੇਖੋ ਨਾ, ਮੈਂ ਕਹਿੰਦਾ ਕਿ ਫਿਲਮ ਬਣਾਉਣਾ ਬੜਾ ਆਸਾਨ ਹੈ ਜੀ। ਫਿਲਮ ਬਣਾਉਣਾ ਬੜਾ ਆਸਾਨ ਹੈ। ਅੱਛਾ ਜੀ। ਹਾਂਜੀ, ਉਹਨੂੰ ਸਿਨੇਮਾ ਤੱਕ ਜਾਣਾ ਬੜਾ ਮੁਸ਼ਕਿਲ ਹੈ। ਸ਼ਾਹ ਜੀ, ਇਹਦੀ ਕੀ ਵਜ੍ਹਾ? ਫਿਲਮ ਬਣਾਉਣਾ ਤੁਸੀਂ ਕਹਿ ਰਹੇ ਹੋ ਬੜਾ ਆਸਾਨ, ਮੈਂ ਕਹਿੰਦਾ ਬਹੁਤ ਮੁਸ਼ਕਿਲ ਹੈ। ਨਾ, ਇੱਕ ਮੋਤੀ ਇਕੱਠਾ ਕਰਨਾ। ਮੈਂ ਕਹਿੰਦਾ ਕਿ ਫਿਲਮ ਬਣਾਉਣਾ ਅੱਜ ਕੱਲ੍ਹ ਬਹੁਤ ਆਸਾਨ ਹੈ, ਲੇਕਿਨ ਉਹਨੂੰ ਰਿਲੀਜ਼ ਕਰਨਾ ਬੜਾ ਮੁਸ਼ਕਿਲ ਹੈ। ਉਹ ਕਿਸ ਤਰ੍ਹਾਂ ਸ਼ਾਹ ਜੀ, ਜ਼ਰਾ ਸਾਨੂੰ ਜ਼ਰੂਰ ਦੱਸੋ ਕਿ ਫਿਲਮ ਰਿਲੀਜ਼ ਜਿਹੜਾ ਹੈ ਇਹ ਤਾਂ ਕੋਈ ਐਡਾ ਮਸਲਾ ਹੀ ਨਹੀਂ ਹੈਗਾ। ਦੇਖੋ ਅੱਜ ਤੋਂ ਤੁਸੀਂ 15-20 ਸਾਲ ਪਿੱਛੇ ਚਲੇ ਜਾਓ ਜੀ, ਤੇ ਤੁਹਾਨੂੰ ਸਿਨੇਮਾ ਬੜਾ ਸਪੋਰਟ ਕਰਦਾ ਸੀ। ਜੀ ਬਿਲਕੁਲ, ਠੀਕ ਹੈ ਨਾ। ਬਿਲਕੁਲ ਐਸਾ ਸਾਡੀ ਇਧਰੋਂ ਫਿਲਮ ਅਨਾਉਂਸ ਹੁੰਦੀ ਸੀ ਤੇ ਇਸ਼ਤਿਹਾਰ ਆਉਂਦਾ ਸੀ ਤੇ ਸਿਨੇਮਾ ਵਾਲਾ ਖਰੀਦਣ ਚਲਾ ਜਾਂਦਾ ਸੀ ਕਿ ਮੇਰੇ ਸਿਨੇਮਾ ਸੇ ਦੇ ਦਿਓ, ਐਮਜੀ ਕਿੰਨੀ ਚਾਹੀਦੀ ਹੈ, ਕਿੰਨੇ ਪੈਸੇ ਚਾਹੀਦੇ ਨੇ ਤਾਂ। ਜੀ ਬਿਲਕੁਲ ਐਸਾ ਹੀ ਬਹੁਤ ਇੱਕ ਦੌਰ ਸੀ। ਤੇ ਹੁਣ ਤੁਸੀਂ ਫਿਲਮ ਬਣਾ ਲੈਂਦੇ ਹੋ ਤਾਂ ਸਿਨੇਮਾ ਵਾਲਾ ਕਹਿੰਦਾ ਪਹਿਲੇ ਪੈਸੇ ਮੇਰੇ ਜਮ੍ਹਾਂ ਕਰਾ ਲਿਓ, 5 ਲੱਖ ਕਰਵਾ ਲਿਓ ਵੀਕ ਦਾ, 10 ਲੱਖ ਵੀਕ ਦਾ ਕਰਵਾ ਲਿਓ ਤੇ ਫਿਰ ਰਿਲੀਜ਼ ਹੋਏਗੀ ਫਿਲਮ। ਬਿਲਕੁਲ ਹੈ ਜੀ, ਬਿਲਕੁਲ ਹੈ। ਫਿਲਮਾਂ ਨੂੰ ਕਹਾਣੀ ਬਣੇ ਤੇ ਇਸ ਗੱਲ ਨਾ ਤੇ ਹੁਣ ਬੜਾ ਮੁਸ਼ਕਿਲ ਹੈ ਰਿਲੀਜ਼ ਕਰਨਾ ਫਿਲਮ ਨੂੰ। ਵਾਕਈ ਸ਼ਾਹ ਜੀ, ਤੁਹਾਡੇ ਸੇ ਕੋਈ ਸਿਨੇਮਾ ਨਹੀਂ ਹੈਗਾ ਫਿਲਮ ਨੂੰ ਰਿਲੀਜ਼ ਕਰਨਾ। ਹਕੀਕਤ ਗੱਲ ਹੈ ਕਿ ਵੈਸੇ ਵੀ ਦੇਖੋ ਨਾ, ਹੁਣ ਮੈਂ ਜਿਹੜੀ ਫਿਲਮ ਤੁਹਾਨੂੰ ਸਾਹਮਣੇ ਕਿ ਮੈਂ ਕੌਣ ਹੈ ਫਿਲਮ ਬਣਾਈ ਜੀ, ਮੈਂ ਬਣਾ ਲਿੱਤੀ ਤੇ ਮੈਨੂੰ ਬੜੀ ਮੁਸ਼ਕਲਾਂ ਆਈਆਂ। ਮੇਰੇ ਕੋਲ ਪੈਸੇ ਨਹੀਂ, ਕਿਸੇ ਟਾਈਮ ਐਸੇ ਪੈਸੇ ਨਹੀਂ ਗਏ, ਲੇਕਿਨ ਉਹਦੇ 'ਚ ਮੇਰੇ ਯਾਰ ਦੋਸਤ ਮੇਰੇ ਬੜੇ ਕੰਮ ਆਏ। ਵਾਹ। ਕਿ ਯਾਰ ਮੇਰੀ ਐਡੀਟਿੰਗ ਰਹਿ ਗਈ ਹੈ, ਥੋੜੀ ਜਿਹੀ ਐਡੀਟਿੰਗ ਰਹਿ ਗਈ ਤੇ ਉਹ ਲੜਕਾ ਸਲੀਮ ਐਜ਼ ਅ ਡਾਇਰੈਕਟਰ ਵੀ ਕੰਮ ਕਰਦਾ ਹੈ। ਅੱਛਾ। ਹਾਂ, ਐਜ਼ ਅ ਪ੍ਰੋਡਕਸ਼ਨ ਹਾਊਸ ਉਹਦਾ ਆਪਣਾ। ਉਹਦੇ ਨਾਲ ਮੇਰੀ ਮੁਲਾਕਾਤ ਉਹਨੇ ਕਿ ਸ਼ਾਹ ਜੀ ਕੀ ਹੋ ਗਿਆ, ਮੈਂ ਤੁਹਾਡੇ ਨਾਲ ਨਾ ਆਓ, ਮੇਰੇ ਪ੍ਰੋਡਕਸ਼ਨ ਹਾਊਸ 'ਚ ਆਓ, ਉੱਥੇ ਆ ਕੇ ਫਿਲਮ ਐਡਿਟ ਕਰੋ, ਕੋਈ ਐਸਾ ਮਸਲਾ ਨਹੀਂ, ਮੈਂ ਤੁਹਾਡੇ ਨਾਲ। ਉਹਨੇ ਮੇਰੇ ਬੜੇ ਭਾਈਆਂ ਵਾਂਗੂ ਮੇਰਾ ਬੜਾ ਸਾਥ ਦਿੱਤਾ। ਯਾਨੀ ਕਿ ਅੱਛੇ ਦੋਸਤ ਹੋਣਾ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਉਹਨੇ ਮੇਰਾ ਬੜਾ ਸਾਥ ਤੇ ਹੁਣ ਤੱਕ ਵੀ ਮੇਰੀ ਦੋਸਤੀ ਕਾਇਮ ਹੈ। ਬੜੇ ਅੱਛੇ ਜਿਹੜੇ ਮੇਰੇ ਪ੍ਰੋਜੈਕਟ ਹੁੰਦੇ ਨੇ ਉਹ ਮੇਰੇ ਨਾਲ ਹੀ ਹੁੰਦਾ। ਵਾਹ। ਤੇ ਉਹਦੇ ਜਿਹੜੇ ਪ੍ਰੋਜੈਕਟ ਹੁੰਦੇ ਮੈਂ ਉਹਦੇ ਨਾਲ ਹੁੰਦਾ। ਕੀ ਬਾਤ। ਅੱਛਾ ਦੋਸਤ, ਅੱਛਾ ਭਰਾ ਕਹਿ ਲਓ, ਉਹਨੇ ਮੈਨੂੰ ਬੜਾ ਸਪੋਰਟ ਕੀਤਾ। ਯਾਨੀ ਕਿ ਅੱਛੇ ਦੋਸਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਜ਼ਿੰਦਗੀ 'ਚ। ਅਗਰ ਤੁਸੀਂ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਣਾ, ਤੁਸੀਂ ਆਪਣੇ ਕਿਸੇ ਪ੍ਰੋਜੈਕਟ ਨੂੰ ਜਾਂ ਕੋਈ ਮਿਸ਼ਨ ਹੈ ਤੁਹਾਡਾ, ਤੇ ਅੱਛੇ ਦੋਸਤਾਂ ਦਾ ਹੋਣਾ ਜ਼ਰੂਰੀ ਹੈ। ਔਰ ਸ਼ਾਹ ਜੀ, ਇਸ ਦੌਰ 'ਚ ਅੱਛਾ ਦੋਸਤ ਲੱਭ ਜਾਣਾ ਬੜੀ ਮੁਸ਼ਕਲ ਹੈ। ਜੇ ਲੱਭ ਜਾਏ ਤੇ ਸਮਝੋ ਤੁਸੀਂ ਬੜੇ ਖੁਸ਼ਨਸੀਬ ਹੋ। ਤੇ ਸਰਕਾਰ ਦਾ ਫਰਮਾਨ ਵੀ ਹੈ ਕੁਛ ਇਸ ਤਰ੍ਹਾਂ ਕਿ ਜਿਹਦੇ ਕੋਲ ਅੱਛੇ ਦੋਸਤ ਨੇ ਉਹਨੂੰ ਦੌਲਤ ਦੀ ਕੋਈ ਜ਼ਰੂਰਤ ਨਹੀਂ, ਉਹਦੇ ਕੋਲ ਦੁਨੀਆ ਦੀ ਸਭ ਤੋਂ ਵੱਡੀ ਦੌਲਤ ਹੈ। ਦੇਖੋ ਨਾ, ਇਹ ਜਿਹੜਾ ਪ੍ਰੋਗਰਾਮ ਹੈ ਜੀ, ਜਿਸ ਪ੍ਰੋਗਰਾਮ 'ਚ ਤੁਸੀਂ ਬੈਠੇ ਆ, ਜੀ ਬਿਲਕੁਲ, ਇਹਦਾ ਡਾਇਰੈਕਟਰ ਸਲੀਮ ਜੀ ਬਿਲਕੁਲ ਹੈ। ਅਗਰ ਮੈਨੂੰ ਬੁਲਾਇਆ ਉਹਨੇ ਮੈਨੂੰ ਤੇ ਮੈਂ ਤੇ ਪਿਆਰ ਨਾਲ ਆ ਗਿਆ। ਜੀ ਬਿਲਕੁਲ, ਮੁਹੱਬਤ ਨਹੀਂ, ਮੇਰੇ ਯਾਰ ਨੇ ਮੈਨੂੰ ਬੁਲਾਇਆ, ਮੇਰੇ ਭਰਾ ਨੇ ਮੈਨੂੰ ਬੁਲਾਇਆ ਤੇ ਫਿਰ ਮੇਰਾ ਆਣਾ। ਜੀ ਬਿਲਕੁਲ ਹੈ ਜੀ। ਨਹੀਂ ਜੀ, ਸਲੀਮ ਸਾਹਿਬ ਹੈ ਹੀ ਅੱਛੇ ਨੇ, ਬਸ ਜ਼ਰਾ ਥੋੜੇ ਜਿਹੇ ਨਾ ਗਰਮੀ ਖੋਰੇ ਨੇ। ਮੈਂ ਅਕਸਰ ਦੇਖਿਆ ਉਹਨਾਂ ਨੂੰ, ਮੈਂ ਉਹਨਾਂ ਨਾਲ 1-2-3 ਪ੍ਰੋਜੈਕਟ ਕਰ ਰਿਹਾ ਔਰ ਕੀਤੇ ਵੀ ਨੇ। ਅੱਛਾ। ਤੁਸੀਂ ਯਕੀਨ ਕਰੋ ਸ਼ਾਹ ਜੀ, ਕਾਫੀ ਸਾਰਾ ਮੈਂ ਉਹਨਾਂ ਦੇ ਬਾਰੇ ਥੋੜਾ ਤੁਹਾਨੂੰ ਦੱਸਾਂਗਾ ਕਿ ਸਲੀਮ ਸਾਹਿਬ ਐਸੇ ਨੇ ਕਿ ਨਾ ਗਰਮ ਤਬੀਅਤ ਬੜੇ ਨੇ, ਕਿ ਐਂ ਲੱਗਦਾ ਕਿ ਲੜਨ ਲੱਗੇ ਨੇ, ਲੇਕਿਨ ਉਹ ਲੜ ਨਹੀਂ ਹੁੰਦੇ, ਕੰਮ ਦੇ ਬਾਰੇ ਦੱਸ ਰਹੇ ਹੁੰਦੇ ਨੇ। ਉਹ ਯਾਰ ਇਸ ਤਰ੍ਹਾਂ ਨਹੀਂ ਕਰਨਾ ਸੀਨ, ਉਹ ਯਾਰ ਇਸ ਤਰ੍ਹਾਂ। ਇੱਕ ਸ਼ੂਟ ਤੇ ਸੀ ਸ਼ਾਹ ਜੀ ਸਲੀਮ ਸਾਹਿਬ ਨਾਲ,
ਫਿਲਮ ਸੀ ਲਾਲ ਹਵੇਲੀ, ਹੌਰਰ ਸਬਜੈਕਟ ਸੀ ਉਹਨਾਂ ਦਾ। ਤੇ ਯਾਰ ਮੈਂ ਹੈਰਾਨ ਆ, ਤੁਹਾਡੀ ਸਾਈਕੀ ਤੇ ਉਹਨਾਂ ਦੀ ਸਾਈਕੀ ਬਹੁਤ ਮਿਲਦੀ ਹੈ। ਉਹਦੇ 'ਚ ਮੇਰੇ ਕੋਲ ਵਿਲਨ ਕਰਾ ਰਹੇ ਸਨ ਤੇ ਉਹ ਨਾ ਕੋਈ ਸੀਨ ਸੀ ਤੇ ਮੈਨੂੰ ਕਹਿੰਦੇ ਉਹ ਯਾਰ ਚੰਦ ਸਾਹਿਬ ਇਸ ਤਰ੍ਹਾਂ ਨਹੀਂ ਹੋਏਗਾ ਯਾਰ, ਉਹ ਯਾਰ ਤੁਸੀਂ ਤੁਹਾਡਾ ਦਿਮਾਗ ਖਰਾਬ ਹੋ ਗਿਆ ਯਾਰ ਤੁਸੀਂ। ਮੈਂ ਕਿਹਾ ਸਲੀਮ ਸਾਹਿਬ ਥੋੜਾ ਰਿਲੈਕਸ ਹੋ ਕੇ ਮੈਨੂੰ ਦੱਸੋਗੇ ਤੇ ਮੈਨੂੰ ਸਮਝ ਆ ਜਾਏਗੀ, ਕਿਉਂਕਿ ਮੈਂ ਆਰਟਿਸਟ ਹਾਂ ਯਾਰ, ਮੈਂ ਕੋਈ ਰੇੜੀ ਤੇ ਨਹੀਂ ਕੱਢਣ ਆਇਆ ਇੱਧਰੋਂ ਐਨ ਕਰ ਲੈ ਇੱਧਰੋਂ ਐਨ ਕਰ ਲੈ। ਲੇਕਿਨ ਹੈ ਬਹੁਤ ਮਜ਼ੇਦਾਰ ਇਨਸਾਨ ਔਰ ਬੜੇ ਅੱਛੇ ਲਿਖਾਰੀ ਵੀ ਨੇ, ਪਿਆਰ ਕਰਨ ਵਾਲਾ ਔਰ ਬੜੀ ਬਰੀਕ ਵੀ ਨਾਲ ਦੇਖਦੇ ਨੇ ਕੰਮ। ਔਰ ਜਿਸ ਤਰ੍ਹਾਂ ਮੈਨੂੰ ਆਦਤ ਨਾ ਕਿ ਆਪਣਾ ਪ੍ਰੋਜੈਕਟ ਨੂੰ ਕਨਸੀਵ ਕਰਨ ਦੀ, ਉਹਨਾਂ ਨੂੰ ਮੈਂ ਹਰ ਆਦਤ ਹੈ ਕਿ ਜੀ ਬਿਲਕੁਲ ਹੈ ਜੀ, ਹਾਂ ਕਨਸੀਵ ਕਰਨ। ਬਿਲਕੁਲ ਹੈ ਜੀ ਸ਼ਾਹ ਜੀ। ਮੈਂ ਕਹਿੰਦਾ ਕਿ ਮੈਂ ਦੇਖਿਆ ਉਸ ਸਲੀਮ ਭਾਈ ਨੂੰ ਕਿ 2-2 ਦਿਨ ਕੁਰਸੀ ਤੇ ਬੈਠਾ ਹੈ ਔਰ ਕੰਮ ਕਰੀ ਜਾ ਰਿਹਾ, ਨਾ ਸੋ ਰਿਹਾ ਹੈ ਨਾ ਉਹ ਉੱਠ ਰਿਹਾ ਉਤੋਂ। ਮੈਂ ਘਰ ਚਲਾ ਗਿਆ, ਘਰੋਂ ਵਾਪਸ ਆਇਆ ਉੱਥੇ ਬੈਠਾ ਹੈ। ਮੈਂ ਕਿਹਾ ਸਲੀਮ ਸਾਹਿਬ ਤੁਸੀਂ ਕਹਿੰਦੇ ਯਾਰ ਮੈਂ ਇੱਥੇ ਬੈਠਾ ਹੋਊਗਾ। ਮੈਂ ਕਿਹਾ ਯਾਰ ਤੂੰ ਕਿਹੜਾ ਪੱਥਰ ਦਾ ਇਨਸਾਨ ਹੈ ਯਾਰ, ਕੀ ਸਮਝ ਮੇਰੀ ਸਮਝ 'ਚੋਂ ਗੱਲ ਬਾਹਰ ਹੋ। ਮੈਨੂੰ ਕਹਿੰਦੇ ਚੰਦ ਸਾਹਿਬ ਤੁਸੀਂ ਕਰਨਾ ਹੁੰਦਾ ਕੰਮ, ਤੁਹਾਡਾ ਹੈਗਾ ਭੱਜ ਦੌੜ, ਤੇ ਮੈਂ ਕਰਨਾ ਹੁੰਦਾ ਐਜ਼ ਏ ਰਾਈਟਰ, ਡਾਇਰੈਕਟਰ, ਐਜ਼ ਏ ਕੈਮਰਾਮੈਨ, ਐਜ਼ ਏ ਐਡੀਟਰ। ਤੁਸੀਂ ਵੇਖਦੇ ਹੋ ਸਿਰਫ ਕਰੈਕਟਰ ਨੂੰ ਕਰੈਕਟਰ ਦੇ ਹਿਸਾਬ ਨਾਲ, ਕਿਆ ਰੋਲ ਮੈਂ ਕਰਨਾ ਹੈ। ਮੈਂ ਉਹਨੂੰ ਦੇਖ ਰਿਹਾ ਹੁੰਦਾ 5-6 ਐਂਗਲ ਦੇ ਨਾਲ। ਮੈਂ ਉਹਨੂੰ ਐਡੀਟਿੰਗ 'ਚ ਵੇਖ ਰਿਹਾ ਹੁੰਦਾ, ਮੈਂ ਉਹਨੂੰ ਕੈਮਰੇ ਦੀ ਅੱਖ ਨਾਲ ਵੇਖ ਰਿਹਾ ਹੁੰਦਾ, ਮੈਂ ਫਿਰ ਉਹਨੂੰ ਰਾਈਟਰ ਬਣ ਕੇ ਵੇਖ ਰਿਹਾ ਹੁੰਦਾ, ਉਹਨੂੰ ਡਾਇਰੈਕਟਰ ਬਣ ਕੇ ਵੇਖ ਰਿਹਾ ਹੁੰਦਾ, ਕਿ ਫਿਰ ਮੈਨੂੰ 3-4 ਜਗ੍ਹਾ 'ਤੇ ਮੈਂ ਵੰਡਿਆ ਹੁੰਦਾ। ਔਰ ਗੱਲ ਉਹਨਾਂ ਦੀ ਬਿਲਕੁਲ ਸਹੀ ਹੈ ਕਿ ਡਾਇਰੈਕਟਰ ਜਿਹੜਾ ਨਾ ਉਹ ਕਾਫੀ ਜਗ੍ਹਾ 'ਤੇ ਵੰਡਿਆ ਹੁੰਦਾ। ਹਾਂ ਬਿਲਕੁਲ ਸਹੀ ਗੱਲ ਹੈ, ਕੈਪਟਨ ਹੈ ਜੀ ਉਹ। ਜੀ ਬਿਲਕੁਲ, ਕੈਪਟਨ ਪੂਰਾ ਜਹਾਜ਼ ਲੈ ਕੇ ਜਾਣਾ ਬੜੀ ਗੱਲ ਹੈ, ਲੇਕਿਨ ਉਹ ਇਨਸਾਨ ਵਾਕਈ ਬਹੁਤ ਵੱਡੇ ਨੇ, ਬੜੇ ਮਜ਼ੇਦਾਰ ਨੇ। ਦੇਖੋ ਕੈਸੀ ਗੱਲ ਹੈ, ਮੈਂ ਤੁਹਾਨੂੰ ਮਜ਼ੇ ਦੀ ਗੱਲ ਸੁਣਾਉਣਾ ਜੀ। ਐਜ਼ ਅ ਡਾਇਰੈਕਟਰ ਤੁਸੀਂ ਫਿਲਮ ਕਰਦੇ ਹੋ ਜੀ, ਤੁਸੀਂ ਪੂਰੀ ਟੀਮ ਨੂੰ ਹੈਂਡਲ ਕਰ ਰਹੇ ਹੋ, ਬਿਲਕੁਲ ਐਸੇ ਹੀ, ਠੀਕ ਹੈ ਨਾ। ਹਰ ਬੰਦੇ ਦਾ ਸ਼ੋਭਾ ਅਲੱਗ ਜੀ ਬਿਲਕੁਲ ਐਸੇ ਹੀ। ਲੇਕਿਨ ਜਿਸਲੇ ਫਿਲਮ ਹਿੱਟ ਹੁੰਦੀ ਹੈ ਨਾ, ਜੀ ਬਿਲਕੁਲ, ਤਾਂ ਪੂਰਾ ਜਿਹੜਾ ਤੁਹਾਡਾ ਯੂਨਿਟ ਹੁੰਦਾ ਉਹ ਹਿੱਟ ਹੁੰਦਾ ਹੈ। ਜੀ ਬਿਲਕੁਲ, ਜਿਹੜਾ ਐਕਟਰ ਹੁੰਦਾ ਉਹ ਹਿੱਟ ਹੁੰਦਾ। ਜਿਸੇ ਫਿਲਮ ਫਲॉप ਹੁੰਦੀ ਤਾਂ ਕੌਣ ਹੁੰਦਾ? ਡਾਇਰੈਕਟਰ। ਹਾਏ ਹਾਏ ਹਾਏ, ਅਰੇ ਵਾਹ ਵਾਹ ਸ਼ਾਹ ਜੀ। ਓ ਯਾਰ ਕੀ ਡਾਇਰੈਕਟਰ ਯਾਰ ਨੇ ਕੀ ਬਣਾਤਾ ਯਾਰ, ਡਾਇਰੈਕਟਰ ਫਲॉप ਹੁੰਦਾ। ਵਾਕਈ ਸ਼ਾਹ ਜੀ ਬਹੁਤ ਅੱਛੇ ਸ਼ਾਹ ਜੀ, ਕੀ ਬਾਤ ਹੈ। ਬੜੀ ਬੜੀ ਗੱਲ ਹੈ ਕਿ ਜਦੋਂ ਫਿਲਮ ਹਿੱਟ ਹੁੰਦੀ ਹੈ ਤੇ ਫਿਰ ਉਹ ਸਾਰਾ ਯੂਨਿਟ ਹਿੱਟ ਹੁੰਦਾ। ਮੈਂ ਕਹਿੰਦਾ even ਜਿਹੜਾ ਚਾਹ ਪਿਆਰ ਵਾਲਾ ਹੁੰਦਾ ਨਾ ਪਿੱਛੇ, ਚਾਹ ਪਿਆਰ ਲਈ ਆਇਆ, ਉਹ ਵੀ ਹਿੱਟ ਹੋ ਜਾਂਦਾ। ਬਿਲਕੁਲ ਸ਼ਾਹ ਜੀ, ਬਿਲਕੁਲ ਇੰਝ ਹੀ ਹੈ। ਤੁਸੀਂ ਸਹੀ ਕਹਿ ਰਹੇ ਹੋ ਕਿ ਇਹ ਹਕੀਕਤ ਗੱਲ ਹੈ ਕਿ ਜਿਸ ਤਰ੍ਹਾਂ ਹੁਣ ਮੁੰਡਾ ਸਾਨੂੰ ਚਾਹ ਦੇ ਕੇ ਗਿਆ ਹੈ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਅਸੀਂ ਚਾਹ ਪੀਤੀ ਹੈ, ਔਰ ਵਾਕਈ ਪ੍ਰੋਗਰਾਮ ਹਿੱਟ ਹੁੰਦਾ ਹੈ, ਫਿਲਮ ਹਿੱਟ ਹੁੰਦੀ ਤੇ ਉਹ ਸਾਰਾ ਕਰੂ ਹੀ ਹਿੱਟ ਹੁੰਦਾ ਹੈ। ਇਹਦੇ 'ਚ ਖਾਲੀ ਡਾਇਰੈਕਟਰ ਨਹੀਂ ਫਿਰ ਹਿੱਟ ਹੁੰਦਾ, ਸਾਰੀ ਟੀਮ ਹੁੰਦੀ। ਜਿਸ ਤਰ੍ਹਾਂ ਕਿ ਸੈਯਦ ਨੂਰ ਸਾਹਿਬ ਦੀ ਫਿਲਮ ਚੂੜੀਆਂ ਜਦੋਂ ਆਈ, ਅੱਲਾ ਉਹ ਫਿਲਮ ਕਿਸ ਤਰ੍ਹਾਂ ਹਿੱਟ ਹੋਈ ਹੈ ਸ਼ਾਹ ਜੀ। ਮੇਰੇ ਸਭ ਅੱਖਾਂ ਦੇ ਸੀਨ ਨੇ ਕਿ ਉਹਦੇ 'ਚ ਇੱਕ ਬੰਦਾ ਜਿਹੜਾ ਸੀ ਨਾ, ਜਿਸ ਤਰ੍ਹਾਂ ਕਿ ਉਹਦੇ 'ਚ ਕਰੈਕਟਰ ਛੋਟੇ ਵੀ ਕਰੈਕਟਰ ਬੜੇ ਦੋਸਤਾਂ ਨੇ ਕੀਤੇ ਨੇ ਤੇ ਉਹ ਵੀ ਹਿੱਟ ਨੇ। ਅੱਜ ਭਾਗਾਂ ਵਾਲੇ ਉਹ ਠੀਕ ਹੈ ਜੀ, ਸਾਰੇ ਲੋਕ ਮਾਸ਼ਾਅੱਲਾ ਹਿੱਟ ਹੋਏ ਨੇ। ਉਹ ਤੇ ਹਿੱਟ ਹੋ ਗਏ ਐਕਟਰ ਜਿਹੜੇ ਹੋ ਗਏ। ਔਰ ਜਿਹੜੇ ਸੈਂਡਵਿਚ ਰੇਹੜੀਆਂ ਲਾਉਂਦੇ ਸੀ ਨਾ, ਉਹਨਾਂ ਨੇ ਉਸ ਫਿਲਮ ਤੋਂ ਮਕਾਨ ਬਣਾ ਦਿੱਤੇ ਆਪਣੇ। ਅਰੇ ਵਾਹ ਵਾਹ, ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਹਕੀਕਤ ਗੱਲ ਹੈ। ਜਿਹੜੇ ਗੜੇਰੀਆਂ ਲਾਉਂਦੇ ਸੀ ਨਾ ਰੇਹੜੀਆਂ ਦੇ ਉੱਤੇ, ਜੀ ਬਿਲਕੁਲ ਬਿਲਕੁਲ, ਮੂੰਗਫਲੀਆਂ ਲਾਣੀਆਂ, ਉਹਨਾਂ ਨੇ ਆਪਣੇ ਮਕਾਨ ਬਣਾਏ। ਬਿਲਕੁਲ ਐਸੇ ਹੀ ਉਸ ਫਿਲਮ ਨੇ ਵਾਕਈ ਕਿ ਮੈਂ ਸੁਣਿਆ ਸੀ ਕਿ ਮੌਲਾ ਜੱਟ ਫਿਲਮ ਤੋਂ ਬਾਅਦ ਅਗਰ ਦੁਬਾਰਾ ਕਿਸੇ ਦੇ ਸੈਲਮੇ ਦੇ ਬੋਰਡ ਬਣੇ ਨੇ ਕਿਸੇ ਫਿਲਮ ਦੇ ਤੇ ਉਹ ਚੂੜੀਆਂ। ਔਰ ਸੈਯਦ ਨੂਰ ਸਾਹਿਬ ਦੀ ਤਾਜਪੋਸ਼ੀ ਵੀ ਮਾਸ਼ਾਅੱਲਾ ਉਹਨਾਂ ਨੇ ਕੀਤੀ, ਔਰ ਬੜਾ ਸਿਸਟਮ ਬੜੀ ਅੱਲਾ ਦੀ ਰਹਿਮਤ ਖਾਸ ਹੋਈ। ਔਰ ਵਾਕਈ ਤੁਹਾਡੀ ਗੱਲ ਵੱਡੀ ਹੈ ਕਿ ਜਦੋਂ ਫਿਲਮ ਹਿੱਟ ਹੁੰਦੀ ਹੈ ਸਾਰੇ ਹਿੱਟ ਹੁੰਦੇ ਨੇ, ਤੇ ਜਦੋਂ ਫਲਾਪ ਹੁੰਦੀ ਹੈ ਸਿਰਫ ਡਾਇਰੈਕਟਰ ਕੱਲਾ ਫਲਾਪ ਹੁੰਦਾ ਹੈ। ਔਰ ਐਕਟਰ ਇੱਕ ਜੁਮਲਾ ਕਹਿ ਕੇ ਪਾਸੇ ਹੋ ਜਾਂਦਾ ਕਿ ਜੀ ਮੇਰੇ ਕੋਲ ਤਾਂ ਜੋ ਕਰਵਾਇਆ ਮੈਂ ਕਰਦਾ ਜੀ, ਮੇਰਾ ਤਾਂ ਕਸੂਰ ਨਹੀਂ ਹੈਗਾ। ਹਾਲਾਂਕਿ ਨੂਰ ਸਾਹਿਬ ਦੀ ਦੇਖੋ ਨਾ ਜ਼ੇਵਰ ਫਿਲਮ ਜੀ ਦੀ ਮੈਂ ਗੱਲ ਤਾਂ ਬਾਬਰ ਜੀ ਬਿਲਕੁਲ ਜੀ ਬਿਲकुल एक बिग मैं कहना बहुत अच्छा सब्जेक्ट ਸੀ और बहुत अच्छी फिल्म ਸੀ, लेकिन डेड फ्लॉप। बिल्कुल ऐसे ही बस ਉਹ ਸ਼ਾਹ ਜੀ ਇਹਦੇ 'ਚ ਮੈਂ ਇਹੀ ਕਹਾਂਗਾ ਕਿ ਸਿਆਣੇ ਵੱਡੇ ਲੋਕ ਵੀ ਕਹਿੰਦੇ ਨੇ ਔਰ ਸੁਣਦੇ ਆ ਰਹੇ ਔਰ ਅਸੀਂ ਵੀ ਅੱਜ ਤੱਕ ਉਹੀ ਦੁਆ ਕਰ ਰਹੇ ਹਾਂ ਕਿ ਅੱਲਾ ਕੋਲੋਂ ਜਦੋਂ ਮੰਗੋ ਨਾ ਨਸੀਬ ਅੱਛੇ ਮੰਗਣੇ ਚਾਹੀਦੇ ਨੇ। ਨਸੀਬ ਅੱਛੇ ਹੋਣ ਨਾ ਤੇ ਉਹ ਸਿਆਣੇ ਦੀ ਕਹਾਵਤ ਹੈ ਕਿ ਕਿਸੇ ਬੰਦੇ ਨੇ ਮਿੱਟੀ ਨੂੰ ਹੱਥ ਪਾਇਆ ਤੇ ਸੋਨਾ ਹੋ ਗਿਆ। ਉਹ ਇਹਦਾ ਮਤਲਬ ਹੈ ਕਿ ਉਹ ਗੱਲ ਇਹ ਹੀ ਕਿ ਜਦੋਂ ਨਸੀਬ ਅੱਛੇ ਹੋਣ ਨਾ ਤੇ ਫਿਰ ਮਿੱਟੀ ਵੀ ਵਿਕਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਬਿਲਕੁਲ ਸਹੀ ਗੱਲ। ਤੇ ਦੇਖੋ ਉਹੀ ਸੈਯਦ ਨੂਰ ਸਾਹਿਬ ਮਾਸ਼ਾਅੱਲਾ, ਉਹ ਚੂੜੀਆਂ, ਮਹਿੰਦੀ ਵਾਲੇ ਹੱਥ, ਔਰ ਵੀ ਉਹਨਾਂ ਦੀਆਂ ਗੂੰਗੜ ਬੜੀ ਉਹਨਾਂ ਦੀ, ਮੈਂ ਕਹਿੰਦਾ ਕਿ ਜੀਵਾ ਲੱਲੋ, ਜੀਵਾ ਬੜੀ ਓਏ ਹੋਏ ਹੋਏ ਬਹੁਤ ਵੱਡੀ ਫਿਲਮ ਸੀ ਉਹ। ਚੋਰ ਮਚਾਏ ਸ਼ੋਰ ਲੱਲੋ, ਬਿਲਕੁਲ ਬਿਲਕੁਲ ਐਸੀ। ਸੰਗਮ ਲੱਲੋ ਤੁਸੀਂ, ਸੰਗਮ ਇੱਕ ਐਸੀ ਫਿਲਮ ਸੀ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਲਾਹੌਰ ਲక్ష్ਮੀ ਚੌਕ ਐਸਾ ਹੋਇਆ ਕਿ ਹਲਕੀ ਜੀ ਬਾਰਿਸ਼ ਹੋ ਨਾ ਉਸ ਤੇ ਦਰਿਆ ਬਣ ਬਿਲਕੁਲ ਬਣ ਜਾਂਦਾ। ਬਿਲਕੁਲ ਅੱਛੀ ਤਰ੍ਹਾਂ ਯਾਦ ਹੈ, ਮੈਂ ਨਵੰਬਰ ਦਸੰਬਰ ਦਾ ਮਹੀਨਾ ਤੇ ਬੇਸ਼ੁਮਾਰ ਬਾਰਿਸ਼ ਹੋਈ ਸੀ ਤੇ ਸੜਕਾਂ ਤੇ ਇੰਨਾ ਪਾਣੀ ਸੀ। ਜੀ ਬਿਲਕੁਲ। ਤੇ 2 ਸਿਨੇਮਾ ਰਿਲੀਜ਼ ਹੋਈ ਸੀ, ਰਤਨ ਸਿਨੇਮਾ ਜੀ ਬਿਲकुल ਤੇ ਸ਼ਬਸਤਾਨ ਸੀ ਜਾਂ ਮੈਟਰੋਪੋਲ ਸੀ, ਮੈਟਰੋਪੋਲ ਸੀ ਮੇਰਾ, ਔਰ ਦੋਵੇਂ ਵੀ ਹਾਊਸਫੁੱਲ।
जी बिल्कुल ऐसा ही। और लोगों ने ये नहीं देखे कि ਅਸੀਂ ਭੇਜ ਰਹੇ ਹਾਂ ਬਾਰਿਸ਼ ਹੋ ਰਹੀ ਹੈ ਜਾਂ ਪਾਣੀ ਖੜਾ ਹੈ, ਲੋਕ ਫਿਲਮ ਦੇਖਣ ਲਈ ਇੰਜ ਗਏ ਨੇ ਕਿ ਜਿਸ ਤਰ੍ਹਾਂ ਲੋਕ ਮੰਡੀ ਦੀ ਚੀਜ਼ ਲੈਂਦੇ ਮੈਂ ਕਹਿੰਦਾ ਕਮਾਲ ਹੈ। ਔਰ ਵਾਕਈ ਇਹਦੇ 'ਚ ਕੋਈ ਸ਼ੱਕ ਨਹੀਂ। ਸੈਯਦ ਨੂਰ ਸਾਹਿਬ ਨੂੰ ਮੇਰੇ ਵੱਲੋਂ ਤੇ ਸਲੂਟ ਹੈ, ਬਹੁਤ ਵੱਡੇ ਰਾਈਟਰ ਡਾਇਰੈਕਟਰ ਮੈਂ ਕਹਿੰਦਾ ਔਰ ਬੜੇ ਵੱਡੇ ਪ੍ਰੋਡਿਊਸਰ। ਬਿਲਕੁਲ ਜੀ। ਤੇ ਸਾਡੀ ਇਹ ਦੁਆ ਹੈ, ਮੈਂ ਉਹਨਾਂ ਨਾਲ ਅਜੇ ਤੱਕ ਕੰਮ ਤੇ ਨਹੀਂ ਖੈਰ ਕੀਤਾ, ਤੇ ਮੈਨੂੰ ਅਗਰ ਮੌਕਾ ਵੀ ਮਿਲਿਆ ਤੇ ਮੈਨੂੰ ਲੱਗਦਾ ਮੈਂ ਡਰਦਾ ਹੀ ਰਹਿਣਾ। ਸੱਚੀ ਬਾਹਰ ਡਾਇਰੈਕਟਰ ਜਿਹੜਾ ਆਪ ਕਰਕੇ ਦਿਖਾਉਂਦਾ। अरे वाह वाह वाह, क्या बात, बहुत अच्छे, ਉਹਨੇ ਕੋ ਅਗਰ बहुत अच्छे ਸੀਨ ਕਰਨਾ ਹੈ ਨਾ, ਜੀ। ਉਹਨੇ ਆਰਟਿਸਟ ਨੂੰ ਕਰਕੇ ਦਿਖਾਣਾ ਕਿ ਮੈਨੂੰ ਇਹ ਚੀਜ਼ ਚਾਹੀਦੀ ਹੈ, ਇੰਜ ਕਰਨਾ ਹੈ, ਅਰੇ ਉਹਨੇ ਵਾਹ। ਕਰਕੇ ਦਿਖਾਣਾ ਹੈ। अरे वाह, ਉਹਨੇ ਪੜ ਕੇ ਨਹੀਂ ਕਹਿਣਾ ਵੀ ਯਾਰ ਉੱਥੇ ਚੱਲ ਕੇ ਇੰਜ ਆਇਆ, ਉਹਨੇ ਚੱਲ ਕੇ ਪਹਿਲੇ ਆਪ ਕਰਕੇ ਦਿਖਾਣਾ ਕਿ अरे क्या बात, क्या बात। ਐਸਾ ਡਾਇਰੈਕਟਰ ਹੈ। ਅਸਲ ਡਾਇਰੈਕਸ਼ਨ ਵੀ ਹੈ ਵੇ ਨਾ। ਹਾਂ। ਦੇਖੋ ਨਾ ਕਿ ਹੁਣ ਬਹੁਤ ਛੋਟੇ ਲੈਵਲ ਤੇ ਵੀ ਫਿਲਮਾਂ ਬਣ ਰਹੀਆਂ ਨੇ ਸਟੂਡੀਓ ਮੈਂ ਦੇਖਿਆ, ਉਹ ਕਈ ਮੈਂ ਨਾਂ ਨਹੀਂ ਲਾਂਗਾ, ਮੈਂ ਨਾਂ ਲਾਂਗਾ ਤੇ ਉਹ ਬੜੀ ਅਜੀਬ ਜੀ ਬਾਤ ਹੋ ਜਾਏਗੀ। ਲੇਕਿਨ ਮੈਂ ਦੇਖਿਆ ਕਿ ਮੈਂ ਇੱਕ ਸ਼ੂਟ ਤੇ ਗਿਆ ਵੀ ਹਾਂ, ਇੱਕ ਬੱਚੇ ਨੇ ਮੈਨੂੰ ਬੁਲਾਇਆ ਵੀ ਸੀ, ਉੱਥੇ ਡਾਇਰੈਕਟਰ ਸੀ ਕੋਈ ਬੰਦਾ, ਕੋਈ ਹੈ ਸੀ, ਮੈਂ ਨਾਂ ਨਹੀਂ ਲੈਣਾ, ਖੈਰ ਅੱਲਾ ਉਹਨਾਂ ਦਾ ਭਲਾ ਕਰੇ। ਉਹ ਮੈਨੂੰ ਸੀਨ ਦੱਸ ਰਹੇ ਨੇ ਸਿਰਫ ਲੋਕ, ਯਾਰ ਇੱਥੇ ਇਹ ਬੋਲਣਾ ਇੱਥੇ, ਉਹ ਸੀਨ ਇੰਜ ਹੋਈ ਜਾਣ। ਮੈਂ ਸੋਚੀ ਪੈ ਗਿਆ, ਮੈਂ ਕਿਹਾ ਯਾਰ ਇਹ ਫਿਲਮ ਦੇ ਸੀਨ ਕਰ ਰਹੇ ਜਾਂ ਅਸੀਂ ਰਫ ਕਰ ਰਹੇ ਪਤਾ ਹਾਂ। ਕੀ ਹੈ, ਸਾਡੇ 'ਚ ਵੀ ਬੜੀ ਭੈੜੀ ਆਦਤ ਹੈ ਇਸੀ ਜੀ। ਸਾਹਿਬ ਜਿਸ ਤਰ੍ਹਾਂ ਸਾਡੇ 'ਚ ਬੜੀ ਭੈੜੀ ਆਦਤ, ਇਸੀ ਜਾਣੇ ਇਸੀ ਸੀਨ ਯਾਦ ਕਰਾਂਗੇ ਇਹ ਸੀਨ ਜੀ। ਯਾਰ ਇੱਥੋਂ ਚੱਲ ਕੇ ਆਇਆ ਤੂੰ ਬੋਲਣਾ ਇੱਥੇ ਤੂੰ ਇਹ ਆਣਾ ਹੈ ਫਰੰਟ ਉਹਦਾ ਫਲਾਣਾ ਇਹ ਉਹ ਖੜਾ ਜੀ ਬਿਲਕੁਲ। ਤੇ ਆਪ ਜਾ ਕੇ ਮੋਨੀਟਰ ਤੇ ਬੈਠ ਗਏ, ਹਾਂਜੀ ਲਾਈਟ ਆਨ। ਲੇਕਿਨ ਸੈਯਦ ਨੂਰ ਸਾਹਿਬ ਇੰਜ ਨਹੀਂ ਕਰਦੇ। ਨਹੀਂ ਨੂਰ ਸਾਹਿਬ ਪ੍ਰੋਪਰ ਫਿਰ ਕਰਕੇ ਵਿਖਾਉਂਦੇ ਨੇ ਕਰਕੇ ਕਿ ਵੀ ਮੈਨੂੰ ਅਗਰ ਸ਼ਰਾਬੀ ਚਾਹੀਦਾ ਤੇ ਉਹਦੀ ਐਕਟਿੰਗ ਕਰਕੇ ਵਿਖਾਉਂਦੇ ਨੇ, ਚੱਲ ਕੇ ਦਿਖਾਉਂਦੇ ਨੇ, ਬੋਲ ਕੇ ਵਿਖਾਉਂਦੇ ਨੇ। ਮੈਂ ਕਹਿੰਦਾ ਕਦੀ ਇਸ ਤਰ੍ਹਾਂ ਹੁੰਦਾ ਕਿ ਕੋਰੀਓਗ੍ਰਾਫਰ ਨਹੀਂ ਨਾ ਉਹ ਜੀ। ਥੋੜਾ ਮਾਰਜਨ ਹੈਗਾ ਤੇ ਉਹ ਬਿਹੁਦਾ ਹੈ, ਉਹਨੇ ਗਈ ਅੱਜ ਕੀ ਮੈਂ ਕਰਨਾ, ਅਰੇ ਵਾਹ, ਉਹਨੂੰ ਕਰਕੇ ਦਿਖਾ ਕੇ ਜਾਵਾਂ ਨਾ ਇਹ ਚੀਜ਼ ਦੀ ਬਸ ਇੰਨਾ ਆਹਾ ਯਾਰ ਇੰਨਾ ਫਰੇਮ ਮੇਰਾ ਬਹੁਤ ਅੱਛੇ, ਬਹੁਤ ਅੱਛੇ। ਉਹ proper ਦੇਖੋ ਜੀ, ਪਰ ਨਾ ਐਵੇਂ ਨਹੀਂ ਬਣਦੇ, ਨਾ ਮਿਹਨਤ ਨਾਲ ਹੀ ਬਣਦੇ ਨੇ। ਅਗਰ ਸੈਯਦ ਨੂਰ ਸਾਹਿਬ ਦਾ ਨਾਂ ਐਡਾ ਵੱਡਾ ਅੱਲਾਹ ਪਾਕ ਨੇ ਬਣਾਇਆ, ਕਿਉਂਕਿ ਅੱਲਾਹ ਦੀ ਜ਼ਾਤ ਬਣਾਉਣ ਵਾਲੀ ਹੈ ਤੇ ਉਹਨਾਂ ਦੀ ਮਿਹਨਤ ਹੈ, ਬਿਲਕੁਲ ਇਹ ਉਹਨਾਂ ਦੀ ਮਿਹਨਤ ਹੈ, ਉਹਨਾਂ ਨੇ ਮਿਹਨਤ ਕੀਤੀ ਰਾਤ ਦਿਨ। ਔਰ ਐਡੇ ਵੱਡੇ ਕਰੂ ਨੂੰ ਲੈ ਕੇ ਚੱਲਣਾ ਬੜੀ ਗੱਲ ਹੈ, ਇਹ ਰਹਿਮਤ ਤੋਂ ਇਲਾਵਾ ਨਹੀਂ ਹੁੰਦਾ। ਔਰ ਸਾਡੀ ਇਹ ਦੁਆ ਹੈ ਕਿ ਅੱਲਾਹ ਪਾਕ ਸ਼ਾਹ ਜੀ ਕੋਈ ਤੁਸੀਂ ਹੁਣ ਵੱਡੀ ਫਿਲਮ ਕਰੋ ਤੇ ਅਸੀਂ ਤੁਹਾਡੇ ਨਾਲ ਜ਼ਰੂਰ ਕਰੀਏ। ਇਨਸ਼ਾਅੱਲਾ ਤੇ ਸਾਡੀ ਬੜੀ ਖੁਆਇਸ਼ ਹੈ ਇਨਸ਼ਾਅੱਲਾ ਕਿ ਸੈਯਦ ਨੂਰ ਸਾਹਿਬ ਤੇ ਖੈਰ ਹੈ ਹੀ ਬ੍ਰਾਂਡ ਨੇ। और सर जी क्या इसलिए बात वो है। तो आसमान में इसी जमीन ਜੀ ਬਿਲकुल ਐਸਾ ਹੀ ਹੈ, ਬਿਲकुਲ ਇੰਜ ਹੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਮੈਨੂੰ ਸ਼ਾਹ ਜੀ ਅੱਜ ਤੁਹਾਡੇ ਨਾਲ ਗੁਫ਼ਤਗੂ ਕਰਕੇ ਬੜਾ ਅੱਛਾ ਲੱਗਾ, ਯਕੀਨ ਕਰੋ। सेम टू यू, ਮੈਨੂੰ ਵੀ ਬੜਾ ਚੰਗਾ ਲੱਗਾ। ਲੇਕਿਨ ਤੁਹਾਡੇ ਸਵਾਲ ਜਿਹੜੇ ਸੀ ਬੜੇ ਅੰਦਰੋਂ ਤੁਸੀਂ ਕੱਢੇ ਨੇ ਮੇਰੇ। ਸ਼ਾਹ ਜੀ ਹਲੇ ਮੈਂ ਤੁਹਾਡਾ ਇੱਕ ਸਵਾਲ ਨਹੀਂ ਕੀਤਾ ਜਿਹੜਾ ਬੜਾ ਖਤਰਨਾਕ ਹੈ। ਨਾ ਕਰਨਾ ਵੀ ਨਾ। ਉਹ ਮੈਨੂੰ ਪਤਾ ਸੀ ਘਰ ਭਾਬੀ ਨੇ ਤੁਹਾਨੂੰ ਫੜ ਲੈਣਾ, ਕਿਉਂਕਿ ਤੁਸੀਂ ਸ਼ੂਟਿੰਗਾਂ ਤੇ ਜਾਂਦੇ ਹੋ, ਕੋਈ 100 ਬਸ ਹਾਦਸੇ। ਰਹਿਣ ਦਿਓ ਕਿ ਕਿੱਥੇ ਚੱਲੇ ਹੋ ਭਾਜੀ, ਬਸ ਨਹੀਂ ਸ਼ਾਹ ਜੀ ਆਪਸ 'ਚ ਹੀ ਉਹ ਨਹੀਂ ਰਹਿਣ ਦਿਓ ਭਾਜੀ ਤੁਸੀਂ ਯਾਰ ਕੱਟ ਦੇਣਾ ਯਾਰ ਇਹ ਸੀਨ ਸ਼ਾਹ ਜੀ। ਨਹੀਂ ਭਾਜੀ ਕਮਾਲ ਕਰਦੇ ਹੋ, ਨਹੀਂ ਰਹਿਣ ਦਿਓ ਤੁਸੀਂ। ਉਹ ਸ਼ਾਹ ਜੀ ਉਹ ਦੇਖੋ ਭਾਜੀ ਛੱਡ ਦਿਓ ਤੁਹਾਡੀ ਮੈਂ। ਨਹੀਂ, ਅੱਛਾ ਸ਼ਾਹ ਜੀ ਕਿਹੜੇ ਪਾਸੇ ਚੱਲੇ ਹੋ ਤੁਸੀਂ? ਕੰਮ ਦੀ ਗੱਲਾਂ ਬਸ ਠੀਕ ਨਹੀਂ ਚੰਗੀਆਂ ਹੋ ਗਈਆਂ ਨੇ। ਮੇਰਾ ਖਿਆਲ ਹੈ ਹੁਣ ਪ੍ਰੋਗਰਾਮ ਤੁਸੀਂ ਮਾਈਂਡ ਵੀ ਕਰੋ, ਤੁਸੀਂ ਪੁੱਠੇ ਪਾਸੇ ਚੱਲੇ ਹੋ। ਖੁਦਾ ਦਿਲ ਕਰੋ, ਖੁਦਾ ਦੇ ਵਾਸਤੇ। ਤੋਂ ਪਹਿਲੇ ਤੇ ਤੁਹਾਡਾ ਬਹੁਤ ਸ਼ੁਕਰੀਆ ਅਦਾ ਕਰਨੇ ਆ ਸਾਡੀ ਪੂਰੀ ਟੀਮ ਵੱਲੋਂ, ਸਾਡੇ ਚੈਨਲ ਵੱਲੋਂ, ਤੇ ਔਰ ਜਿਨ੍ਹਾਂ ਨੇ ਤੁਹਾਨੂੰ ਇੱਥੋਂ ਤੱਕ ਫੋਰਸ ਕੀਤਾ। ਸਲੀਮ ਸਾਹਿਬ, ਅਸੀਂ ਉਹਨਾਂ ਦੇ ਵੀ ਬੜੇ ਸ਼ੁਕਰਗੁਜ਼ਾਰ ਹਾਂ। ਸਲੀਮ ਸਾਹਿਬ ਬਹੁਤ ਅੱਛੇ ਨੇ। ਔਰ ਸ਼ਾਹ ਜੀ ਤੁਹਾਡੇ ਟਾਈਮ ਦੇਣ ਦਾ, ਤੁਹਾਡਾ ਟਾਈਮ ਕੱਢਣ ਦਾ, ਤੁਹਾਡੇ ਆਉਣ ਦਾ, ਮੈਂ ਕਹਿੰਦਾ ਕਿ ਅਸੀਂ ਦੋਹਾਂ ਥਾਂ ਤੁਹਾਨੂੰ ਸਲਾਮ ਕਰਦੇ ਅੱਛਾ ਜੀ, ਮੈਨੂੰ ਆਪ ਬੜਾ ਮਜ਼ਾ ਆਇਆ। ਮੈਂ ਯਕੀਨ ਕਰੋ। ਖੁਦ ਇਹਨਾਂ ਦਾ ਸ਼ੁਕਰੀਆ ਅਦਾ ਕਰਨਾ ਜੀ। ਸੁਬਾ ਟੀਵੀ ਵਾਲਿਆਂ ਦਾ ਤੇ ਇਹਨਾਂ ਦੀ ਮਿਹਰਬਾਨੀ ਹੈ। ਨਹੀਂ ਸਰ, ਅਸੀਂ ਇਨਸ਼ਾਅੱਲਾ ਹੁਣ ਤੁਹਾਡੇ ਨਾਲ ਸਾਡਾ ਗਾਏ ਬਗਾਏ ਕੀ ਸਾਡਾ ਰੋਜ਼ ਕੰਟੀਨਿਊ ਸਾਡਾ ਤੁਹਾਡਾ ਰਾਬਤਾ ਰਹੇਗਾ। ਔਰ ਇਨਸ਼ਾਅੱਲਾ ਅਸੀਂ ਸ਼ਾਹ ਜੀ ਬਹੁਤ ਸਾਰੀਆਂ ਦੁਆਵਾਂ ਸਾਡੀਆਂ ਤੁਹਾਡੇ ਨਾਲ ਨੇ ਕਿ ਅੱਲਾਹ ਪਾਕ ਤੁਹਾਨੂੰ ਸਿਹਤ ਵਾਲੀ ਜ਼ਿੰਦਗੀ ਤੰਦਰੁਸਤੀ ਦੇਵੇ, ਸਾਡੇ ਸਿਰਾਂ ਤੇ ਸਲਾਮਤ ਰਹੋ। ਅੱਲਾਹ ਪਾਕ ਤੁਹਾਨੂੰ ਕੋਈ ਵੱਡੀ ਪ੍ਰੋਡਕਸ਼ਨ ਹੁਣ ਤੁਸੀਂ ਕਰੋ ਤੇ ਸਾਨੂੰ ਜ਼ਰੂਰ ਤੁਸੀਂ ਇਨਸ਼ਾਅੱਲਾ ਕਰ ਰਹੇ ਹਾਂ, ਇਨਸ਼ਾਅੱਲਾ ਸਲੀਮ ਔਰ ਮੈਂ ਕਰ ਰਹੇ ਹਾਂ ਇਨਸ਼ਾਅੱਲਾ ਜੀ ਜ਼ਰੂਰ ਸ਼ਾਹ ਜੀ, ਅੱਲਾਹ ਪਾਕ ਤੁਹਾਨੂੰ ਹਿੰਮਤ ਦੇਵੇ। ਸ਼ਾਹ ਜੀ ਤੁਹਾਡਾ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਸਾਡੀ ਨਾਜ਼ਰੀਨ ਵੀ ਬਹੁਤ ਖੁਸ਼ ਹੈ ਤੇ ਅੱਜ ਅਸੀਂ ਵੀ ਬੜੇ ਖੁਸ਼ ਹਾਂ, ਪੂਰਾ ਚੈਨਲ ਬਹੁਤ ਖੁਸ਼ ਹੈ। ਸ਼ਾਹ ਜੀ ਬਹੁਤ ਥੈਂਕ ਯੂ, ਬੰਡਲ ਆਫ ਥੈਂਕ ਯੂ ਸਰ ਸ਼ਾਹ ਜੀ, ਬੜੀ ਮਿਹਰਬਾਨੀ। ਥੈਂਕ ਯੂ। ਜੀ ਨਾਜ਼ਰੀਨ, ਹੁਣ ਅਸੀਂ ਗੱਲ ਕਰਾਂਗੇ ਆਪਣੇ ਨਾਜ਼ਰੀਨ ਨਾਲ। ਨਾਜ਼ਰੀਨ, ਤੁਸੀਂ ਚਾਹੁੰਦੇ ਹੋ ਕਿ ਇਸੇ ਤਰ੍ਹਾਂ ਹੀ ਵੱਡੀ ਤੋਂ ਵੱਡੀ ਪਰਸਨੈਲਿਟੀ, ਵੱਡੇ ਤੋਂ ਵੱਡੇ ਡਾਇਰੈਕਟਰ, ਵੱਡੇ ਤੋਂ ਵੱਡੇ ਐਕਟਰ ਤੁਹਾਡੇ ਨਾਲ ਆਪਣੀ ਜ਼ਿੰਦਗੀ ਨੂੰ ਸ਼ੇਅਰ ਕਰਦੇ ਰਹਿਣ, ਤੇ ਫਿਰ ਅਸੀਂ ਤੁਹਾਨੂੰ ਇੱਕੋ ਹੀ ਗੱਲ ਕਹਾਂਗੇ ਕਿ ਸਾਡਾ ਚੈਨਲ ਸੂਬਾ ਟੀਵੀ ਨੂੰ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ ਤੇ ਇਹਨੂੰ ਵੇਖਦੇ ਰਹੋ। ਇਹਨੂੰ ਵੇਖੋਗੇ ਤੇ ਤੁਹਾਨੂੰ ਨਵੇਂ ਤੋਂ ਨਵਾਂ ਪ੍ਰੋਗਰਾਮ ਔਰ ਵੱਡੇ ਤੋਂ ਵੱਡਾ ਫਨਕਾਰ, ਵੱਡੇ ਤੋਂ ਵੱਡਾ ਡਾਇਰੈਕਟਰ, ਵੱਡੇ ਤੋਂ ਵੱਡਾ ਰਾਈਟਰ ਤੁਹਾਡੇ ਤੱਕ ਅਸੀਂ ਜ਼ਰੂਰ ਲੈ ਕੇ ਆਵਾਂਗੇ ਤੇ ਅਸੀਂ ਜਾਣਾਂਗੇ ਉਹਨਾਂ ਦੀ ਜ਼ਿੰਦਗੀਆਂ ਦੇ ਹਾਲ।
ਤੇ ਮੇਰੇ ਨਾਲ ਰਹਿਣਾ, ਵੇਖਦੇ ਰਹੋ ਸੂਬਾ ਟੀਵੀ ਤੇ ਅੱਲਾ ਹਾਫਿਜ਼।